ਫੋਕਸ ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਮੈਂ ਦਰਸ਼ਨ ਮਿੱਠਾ। ਅੱਜ ਦੀ ਡਿਬੇਟ ਦੇ ਵਿੱਚ ਸਾਡੇ ਨਾਲ ਜੁੜੇ ਹਨ ਸੱਤਾਧਾਰੀ ਕਾਂਗਰਸ ਪਾਰਟੀ ਤੋਂ ਵਰੁਣ ਮੁੰਡੇਜਾ ਜੀ, ਜੋ ਕਿ ਸ਼ਹਿਰੀ ਪ੍ਰਧਾਨ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਰਵਿੰਦਰਪਾਲ ਸਿੰਘ ਰਾਜੂ, ਔਰ ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ, ਔਰ ਭਾਰਤੀ ਜਨਤਾ ਪਾਰਟੀ ਤੋਂ ਪ੍ਰਦੀਪ ਨੰਦਾ ਜੀ, ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ, ਸਾਡੇ ਨਾਲ ਇੱਥੇ ਇਸ ਡਿਬੇਟ ਵਿੱਚ ਹਿੱਸਾ ਲੈਣਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਚੈਨਲ ਦੇ ਉੱਤੇ। ਤੇ ਅੱਜ ਦੀ ਜੋ ਸਾਡੀ ਵਿਸ਼ਾ ਹੈ, ਇਹ ਵਿਸ਼ਾ ਇਹ ਹੈ ਕਿ ਜਨਤਾ ਤੁਹਾਡੀ ਪਾਰਟੀ ਨੂੰ ਵੋਟ ਕਿਉਂ ਕਰੇ, ਕਿਉਂ ਵੋਟ ਦੇਵੇ। ਸਭ ਤੋਂ ਪਹਿਲਾਂ ਅਸੀਂ ਸੱਤਾਧਾਰੀ ਕਾਂਗਰਸ ਪਾਰਟੀ ਤੋਂ ਪੁੱਛਾਂਗੇ ਇਹ ਸਵਾਲ। ਵਰੁਣ ਮੁੰਡੇਜਾ ਜੀ, ਸ਼ਹਿਰੀ ਪ੍ਰਧਾਨ, ਇਹਨਾਂ ਤੋਂ ਹੈ। ਵਰੁਣ ਜੀ, ਤੁਹਾਡੀ ਪਾਰਟੀ ਨੂੰ ਜਨਤਾ ਵੋਟ ਕਿਉਂ ਦੇਵੇ, ਇਹ ਦੱਸਿਆ ਜਾਏ ਜੀ। ਡਿਵੈਲਪਮੈਂਟ ਦੇ ਮੁੱਦੇ ਤੇ ਵੋਟ ਮੰਗਣ ਨਿਕਲੇ ਆ ਜੀ। 2017 ਹੀ ਸਾਡੀ ਸਰਕਾਰ ਬਣੀ ਸੀਗੀ ਜੀ, ਤੇ ਬਹੁਤ ਬੁਰੇ ਹਾਲਾਤ ਸੀਗੇ ਸ਼ਹਿਰ ਦੇ। ਡਿਵੈਲਪਮੈਂਟ ਨਾ ਦੇ ਬਰਾਬਰ ਸੀਗੀ। 10 ਸਾਲ ਤੋਂ ਇੱਟ ਵੀ ਨਹੀਂ ਲਾਈ ਸੀਗੀ ਜੀ, ਜਿਹੜੀ 2012 ਤੋਂ ਬਾਅਦ 27 ਸੀਗੀ ਸਰਕਾਰ। ਤਾਂ ਮਤਲਬ ਇੱਕ ਨੀਂਹ ਰੱਖਣ ਤੋਂ ਲੈ ਕੇ ਇੱਕ ਬਿਲਡਿੰਗ ਬਣਾਉਣ ਤੱਕ ਦਾ ਜਿਹੜਾ ਸਫ਼ਰ ਹੈ, ਉਸ 'ਚ ਸਾਰੀ ਪੂਰੀ ਕੋਸ਼ਿਸ਼ ਰਹੀ ਹੈ ਵੀ 2022 ਇਲੈਕਸ਼ਨ ਤੱਕ ਕੰਪਲੀਟ ਹੋ ਜਾਣ। ਜੇ ਕੋਈ 5-4% ਰਹਿ ਵੀ ਗਿਆ, ਉਹ ਆਉਣ ਵਾਲੇ ਟਾਈਮ ਵਿੱਚ ਅਸੀਂ ਪੂਰਾ ਕਰਨਾ ਜੀ। ਡਿਵੈਲਪਮੈਂਟ ਤੇ ਗੱਲ ਕਰੀਏ, ਮੈਂ ਰਾਜੂ ਜੀ ਕੋਲ ਆਵਾਂਗਾ। ਰਾਜੂ ਜੀ, ਇਹਨਾਂ ਨੇ ਕਿਹਾ ਕਿ 10 ਸਾਲ ਤੁਹਾਡੀ ਸਰਕਾਰ ਰਹੀ ਹੈ ਅਕਾਲੀ ਦਲ ਦੀ, ਇੱਕ ਇੱਟ ਵੀ ਨਹੀਂ ਲੱਗੀ। ਤੁਸੀਂ ਕੀ ਕਹਿਣਾ ਚਾਹੁੰਦੇ ਸਰ? ਪਤਾ ਨਹੀਂ ਜੀ ਕਿਹਨੂੰ ਡਿਵੈਲਪਮੈਂਟ ਸਮਝਦੇ ਨੇ ਇਹ, ਮੈਨੂੰ ਤਾਂ ਇਹੀ ਨਹੀਂ ਪਤਾ ਕਾਂਗਰਸ ਵਾਲੇ ਡਿਵੈਲਪਮੈਂਟ ਕਹਿੰਦੇ ਕਿਹਨੂੰ ਨੇ। ਡਿਵੈਲਪਮੈਂਟ ਸ਼ਹਿਰ ਦੀ ਤੁਸੀਂ ਪਿਛਲੇ 10 ਸਾਲ 'ਚ ਦੇਖੋ, ਨਵਾਂ ਕੋਰਟ ਕੰਪਲੈਕਸ ਬਣਿਆ, ਨਵਾਂ ਕਾਲਜ ਬਣਿਆ, ਥਰਮਲ ਪਲਾਂਟ ਨਵਾਂ ਬਣਿਆ, ਨਵਾਂ ਬੱਸ ਸਟੈਂਡ ਬਣਿਆ, ਸਾਰੀਆਂ ਸੜਕਾਂ ਨਵੀਆਂ ਬਣੀਆਂ, ਸਾਰੀਆਂ ਪਾਰਕਾਂ ਬਣਾਈਆਂ ਨਵੀਆਂ। ਸਰਕਾਰੀ ਕਾਲਜ ਰਾਜਪੁਰ ਦੇ ਵਿੱਚ ਆਇਆ, ਜਿਹੜਾ ਸਰਕਾਰੀ ਹਸਪੀਟਲ ਹੈ ਉਹਨੂੰ ਅਪਡੇਟ ਕੀਤਾ, ਜਿਹੜੇ ਛੋਟੇ ਸਕੂਲ ਸੀ ਉਹਨਾਂ ਨੂੰ ਅਪਡੇਟ ਕੀਤੇ, ਮਿਡਲ ਨੂੰ ਸੀਨੀਅਰ ਸੈਕੰਡਰੀ ਕੀਤਾ। ਸਾਰੀਆਂ ਡਿਵੈਲਪਮੈਂਟਸ ਅਕਾਲੀ ਦਲ ਦੇ ਸਰਕਾਰ 'ਚ ਹੋਈਆਂ। ਸੁਵਿਧਾ ਸੈਂਟਰ ਬਣਾਏ ਗਏ ਥਾਂ ਥਾਂ 'ਤੇ। ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ। ਥਰਮਲ ਪਲਾਂਟ ਇਹਨਾਂ ਨੇ ਬੰਦ ਕਰਤੇ, ਸੁਵਿਧਾ ਸੈਂਟਰ ਸਾਰੇ ਦੇ ਸਾਰੇ ਇਹਨਾਂ ਨੇ ਬੰਦ ਕਰਤੇ। ਡਿਵੈਲਪਮੈਂਟ ਹੋਈ ਹੈ, ਹਾਂਜੀ ਅਸੀਂ ਸਾਰੇ ਮੰਨਦੇ ਹਾਂ ਡਿਵੈਲਪਮੈਂਟ ਹੋਈ ਹੈ। ਇੱਥੋਂ ਦੇ MLA ਦੀ ਜ਼ਰੂਰ ਡਿਵੈਲਪਮੈਂਟ ਹੋਈ ਹੈ, ਉਹਦੀ ਪਰਸਨਲ ਪ੍ਰੋਪਰਟੀ ਦੀ ਡਿਵੈਲਪਮੈਂਟ ਹੋਈ ਹੈ, ਉਹਦੇ ਪੈਸੇ ਦੇ ਵਿੱਚ ਇਜ਼ਾਫਾ ਹੋਇਆ, ਜਾਂ ਉਹਦੀ ਬਦਮਾਸ਼ੀ ਦੇ ਵਿੱਚ ਡਿਵੈਲਪਮੈਂਟ ਹੋਈ ਹੈ। ਹੋਰ ਪੁੱਛੋ ਜੀ ਇਹਨਾਂ ਨੂੰ ਕਿਹੜੀ ਡਿਵੈਲਪਮੈਂਟ ਇਹਨਾਂ ਨੇ ਕੀਤੀ ਹੈ, ਕਿਹੜਾ ਵੱਡਾ ਪ੍ਰੋਜੈਕਟ ਰਾਜਪੁਰੇ ਲਈ ਲੈ ਕੇ ਆਏ ਨੇ ਇਹ ਜੀ। ਨੰਦਾ ਜੀ, ਤੁਹਾਨੂੰ ਹੈ ਜਿਵੇਂ ਇਹਨਾਂ ਦੇ ਗੱਲ ਕਰੀਏ ਕਿ ਡਿਵੈਲਪਮੈਂਟ ਸ਼ਹਿਰ ਦੀ ਨਹੀਂ ਹੋਈ, ਡਿਵੈਲਪਮੈਂਟ MLA ਦੀ ਹੋਈ ਹੈ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹਦੇ ਵਿੱਚ ਐਡ ਕਰਨਾ ਜੀ ਕਿ ਜਿਹੜੀ ਡਿਵੈਲਪਮੈਂਟ ਹੋਈ ਹੈ, ਨਕਲੀ ਸ਼ਰਾਬ ਦੀਆਂ ਫੈਕਟਰੀਆਂ, ਜੂਏ ਦੇ ਅੱਡੇ, ਕੈਸੂਨੀ ਦੇ ਅੱਡੇ, ਲੈਂਡ ਮਾਫੀਆ, ਮਾਈਨਿੰਗ ਮਾਫੀਆ, ਰਾਜਪੁਰੇ ਨੂੰ ਹਿੰਦੁਸਤਾਨ ਦੇ ਮਾਨਚਿੱਤਰ ਦੇ ਉੱਤੇ ਇਸ MLA ਦੇ ਹੁੰਦੇ ਬਦਨਾਮ ਕਰਕੇ ਰੱਖਦਾ, ਕਲੰਕਿਤ ਕਰਕੇ ਰੱਖਦਾ ਹੈ। ਆਹ ਡਿਵੈਲਪਮੈਂਟ ਕੀਤੀ ਹੈ ਕਾਂਗਰਸ ਨੇ ਜੀ। ਆਵਾਂਗਾ ਐਡਵੋਕੇਟ ਰਵਿੰਦਰ ਸਿੰਘ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਰਾਜੂ ਜੀ ਨੇ ਦੱਸਿਆ ਔਰ ਭਾਜਪਾ ਤੋਂ ਨੰਦਾ ਜੀ ਦੋਸ਼ ਲਾਏ, ਤੁਸੀਂ ਕੀ ਕਹਿਣਾ ਚਾਹੁੰਦੇ ਸਰ? ਦਰਸ਼ਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ FPT ਚੈਨਲ ਤੇ ਤੁਸੀਂ ਸ਼ਲਾਘਾ ਦੇ ਪਾਤਰ ਹੋ ਕਿ ਰੌਲੇ ਰੱਪੇ ਵਾਲੀ ਬਹਿਸ ਨੂੰ ਛੱਡ ਕੇ, ਗਿੱਦੜ ਭਪਕੀਆਂ ਮਾਰਨ ਵਾਲੀ ਬਹਿਸ ਨੂੰ ਛੱਡ ਕੇ ਰਾਜਪੁਰਾ ਪੱਧਰ ਦੇ ਉੱਪਰ ਇੱਕ ਇੱਦਾਂ ਦੀ ਇੰਟੈਲੈਕਚੁਅਲ ਡਿਬੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹ ਤੁਸੀਂ ਆਰਗੇਨਾਈਜ਼ ਕੀਤੀ ਹੈ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਸ਼ਲਾਘਾ ਦੇ ਪਾਤਰ ਹੋ। ਤੇ ਦੂਜੀ, ਆਪਾਂ ਸਾਰੀ ਪਾਰਟੀਆਂ ਦੀਆਂ ਗੱਲਾਂ ਸੁਣੀਆਂ, ਕਈ ਵਾਰੀ ਹਾਸੋਹੀਣੀਆਂ ਗੱਲਾਂ ਲੱਗਦੀਆਂ ਨੇ। ਤੁਸੀਂ ਦੇਖੋ ਕਿ ਗਲੀਆਂ ਦੇ ਵਿੱਚ ਇੱਟਾਂ ਲਾਣੀਆਂ, ਟਾਈਲਾਂ ਲਾਣੀਆਂ ਡਿਵੈਲਪਮੈਂਟ ਹੈ। 70 ਸਾਲ 75 ਸਾਲ ਤੋਂ ਵੱਧ ਭਾਰਤ ਦੀ ਆਜ਼ਾਦੀ ਨੂੰ ਹੋ ਗਿਆ, ਤੇ ਹੈਰਾਨੀ ਦੀ ਗੱਲ ਹੈ ਸਭ ਤੋਂ ਵੱਧ ਸਮਾਂ ਜਿਹੜੀ ਪਾਰਟੀ ਨੇ ਇਸ ਮੁਲਕ ਦੇ ਉੱਪਰ ਰਾਜ ਕੀਤਾ ਉਹ ਕਾਂਗਰਸ ਪਾਰਟੀ ਹੈ। ਤੇ 70 ਸਾਲਾਂ ਦੇ ਵਿੱਚ ਤੁਸੀਂ ਗਲੀਆਂ ਨੂੰ ਟਾਈਲਾਂ ਲਗਾ ਕੇ ਡਿਵੈਲਪਮੈਂਟ ਦੱਸ ਰਹੇ ਹੋ। ਡਿਵੈਲਪਮੈਂਟ ਹੋਈ ਹੈ, ਰਾਜੂ ਜੀ ਦੀ ਗੱਲ ਨਾਲ ਬਹੁਤ ਸਹਿਮਤ ਹਾਂ ਮੈਂ। ਡਿਵੈਲਪਮੈਂਟ ਹੋਈ ਹੈ ਰਾਜਪੁਰੇ ਦੇ MLA ਦੀ। ਗੇਟਵੇ ਆਫ ਪੰਜਾਬ ਨੂੰ ਤੁਸੀਂ ਗੇਟਵੇ ਆਫ ਕਰਪਸ਼ਨ ਬਣਾ ਕੇ ਰੱਖ ਦਿੱਤਾ। ਤੁਸੀਂ ਡਿਵੈਲਪਮੈਂਟ ਕੀਤੀ ਹੈ। ਡਿਵੈਲਪਮੈਂਟ, ਤੁਹਾਡੀ ਡਿਵੈਲਪਮੈਂਟ ਦੇ ਵਿੱਚ ਕੀ ਹੋਇਆ ਮੈਂ ਦੱਸਦਾ ਕੀ ਹੋਇਆ। 5 ਮਾਸੂਮ ਬੱਚੇ ਰਾਜਪੁਰੇ ਦੇ ਗੰਦਾ ਪਾਣੀ ਪੀ ਕੇ ਮਰਨ ਲਈ ਵਿਵਸ਼ ਹੋਏ ਨੇ। ਮੈਂ ਦੱਸਦਾ ਡਿਵੈਲਪਮੈਂਟ ਹੋਈ ਹੈ। ਜਿਹੜੇ ਤੁਸੀਂ ਜਾਲੀ
ਸ਼ਰਾਬ ਦੀਆਂ ਫੈਕਟਰੀਆਂ ਰਾਜਪੁਰੇ ਦੇ ਵਿੱਚ ਲੱਗੀਆਂ ਨੇ, ਇਹ ਡਿਵੈਲਪਮੈਂਟ ਹੋਈ ਹੈ। ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਹੋਏ ਨੇ, ਇਹ ਡਿਵੈਲਪਮੈਂਟ ਹੋਈ ਹੈ। ਝੂਠੇ ਪਰਚੇ ਕਰ ਕਰਕੇ ਆਪਣੇ ਪੋਲੀਟੀਕਲ ਰਿਵੈਲਰੀਜ਼ ਨੂੰ ਦਬਾਇਆ ਗਿਆ, ਇਹ ਡਿਵੈਲਪਮੈਂਟ ਹੋਈ ਹੈ। ਡਿਵੈਲਪਮੈਂਟ ਹੋਈ ਹੈ ਰਾਜਪੁਰੇ ਦੇ ਵਿੱਚ ਡਰ ਦੀ, ਡਿਵੈਲਪਮੈਂਟ ਹੋਈ ਹੈ। ਇੱਕ ਬੱਚਾ ਕੋਈ ਆਪਣੀ ਵਿਲ ਨੂੰ ਪ੍ਰਗਟਾਉਂਦਾ ਹੋਇਆ ਕਿਸੇ ਦੂਜੀ ਪਾਰਟੀ ਦੀ ਪੋਸਟ ਵੀ ਸ਼ੇਅਰ ਕਰ ਦਿੰਦੇ ਆ ਨਾ, ਤਾਂ ਵੀ ਫੋਨ ਜਾਂਦਾ ਐਮਐਲਏ ਤੇ ਐਮਐਲਏ ਦੇ ਪਰਿਵਾਰ ਦੇ ਵਿੱਚੋਂ ਕਿ ਭਾਈ ਇਹ ਤੁਸੀਂ ਪੋਸਟ ਕਿਉਂ ਸ਼ੇਅਰ ਕਰ ਰਹੇ ਹੋ। ਇਹ ਡਿਵੈਲਪਮੈਂਟ ਹੋਈ ਹੈ। ਡਰ ਦੀ ਰਾਜਨੀਤੀ ਦੀ ਡਿਵੈਲਪਮੈਂਟ ਹੋਈ ਹੈ, ਕਰਪਸ਼ਨ ਦੀ ਡਿਵੈਲਪਮੈਂਟ ਹੋਈ ਹੈ। ਰਾਜਪੁਰਾ ਅੱਜ ਸਹਿਮ ਦੇ ਵਿੱਚ ਹੈ, ਰਾਜਪੁਰਾ ਅੱਜ ਡਰ ਦੇ ਵਿੱਚ ਹੈ। ਤੁਸੀਂ ਦੇਖੋ ਡਿਵੈਲਪਮੈਂਟ ਕਰਨੇ ਹੋ, 4 ਸਾਲ ਹੋ ਗਏ, 4 ਸਾਲ ਤੋਂ ਰਾਜਪੁਰਾ ਅੰਬੇਦਕਰ ਸਾਹਿਬ ਦੇ ਟੁੱਟੇ ਹੋਏ ਬੁੱਤ ਦੇ ਇਨਸਾਫ ਦੀ ਗੱਲ ਕਰ ਰਿਹਾ ਹੈ। ਤੁਸੀਂ ਡਿਵੈਲਪਮੈਂਟ ਕਰਦੇ ਹੋ, ਲਾਅ ਐਂਡ ਆਰਡਰ ਸ਼ਰੇਆਮ ਪੌਸ਼ ਕਲੋਨੀਆਂ ਦੇ ਵਿੱਚੋਂ ਕਾਂਟੇ ਕੱਢੇ ਜਾਂਦੇ ਨੇ, ਸਨੈਚਿੰਗ ਹੁੰਦੀ ਹੈ ਤੇ 2 ਘੰਟੇ ਦੇ ਅੰਦਰ ਅੰਦਰ ਪੁਲਿਸ ਸਨੈਚਰਾਂ ਨੂੰ ਫੜਦੀ ਹੈ ਤੇ ਫੜਨ ਤੋਂ ਬਾਅਦ ਕੀ ਹੁੰਦਾ, ਕਾਂਗਰਸ ਦੇ ਵੱਡੇ ਲੀਡਰ ਦਾ ਫੋਨ ਆਉਂਦਾ ਕਿ ਬੰਦੇ ਸਾਡੇ ਇਹਨਾਂ ਨੂੰ ਛੱਡ ਦਿਓ। ਇਹ ਡਿਵੈਲਪਮੈਂਟ ਹੋਈ ਹੈ ਰਾਜਪੁਰੇ ਦੀ। ਰਾਜਪੁਰੇ ਦੀ ਡਿਵੈਲਪਮੈਂਟ ਆ ਜਿਹੜੀਆਂ ਗੱਲਾਂ, ਆ ਡਿਵੈਲਪਮੈਂਟ ਨਾ। ਰਾਜਪੁਰੇ ਦੇ ਲੋਕ 20 ਫਰਵਰੀ ਨੂੰ ਫਤਵਾ ਸੁਣਾਉਣਗੇ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਬਦਲਾਅ ਦੀ ਰਾਜਨੀਤੀ ਦੇ ਹੱਕ ਦੇ ਵਿੱਚ ਫਤਵਾ ਸੁਣਾਉਣਗੇ ਤੇ ਜਿਹੜਾ ਡਰ ਦਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ ਤੇ ਕਰਪਸ਼ਨ ਦਾ ਮਾਹੌਲ ਹੈ, ਇਹਦੇ ਖਿਲਾਫ ਫਤਵਾ ਸੁਣਾਉਣਗੇ। ਮੁੰਡੇਜਾ ਜੀ ਜਵਾਬ ਦਿਓ, ਬਹੁਤ ਸਾਰੇ ਤੁਹਾਡੇ ਤੇ ਇਲਜ਼ਾਮ ਲਗਾਏ ਆ। ਦੇਖੋ ਐਡਵੋਕੇਟ ਰਵਿੰਦਰ ਜੀ ਨੇ ਦੱਸਿਆ ਕਿ ਡਰ ਦਾ ਮਾਹੌਲ ਹੈ, ਡਰ ਦੀ ਡਿਵੈਲਪਮੈਂਟ ਹੋਈ ਹੈ, ਕਬਜ਼ਿਆਂ ਦੀ ਡਿਵੈਲਪਮੈਂਟ ਹੋਈ ਹੈ, ਔਰ ਡਿਵੈਲਪਮੈਂਟ ਜੇ ਹੋਈ ਹੈ ਤਾਂ ਭ੍ਰਿਸ਼ਟਾਚਾਰ ਦੀ ਡਿਵੈਲਪਮੈਂਟ ਹੋਈ। ਕਾਫੀ ਤੁਹਾਡੇ ਤੇ ਇਲਜ਼ਾਮ ਲਾਏ ਇਹਨਾਂ ਦਾ। ਜੀ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ, ਬਹੁਤ ਤਰੀਕੇ ਨਾਲ ਦੇਵਾਂਗਾ। ਤੱਥਾਂ ਦੇ ਆਧਾਰ ਨਾਲ ਗੱਲ ਕਰੀਦੀ ਹੁੰਦੀ ਹੈ ਹਮੇਸ਼ਾ। ਅੱਜ ਤੋਂ 2012 ਤੋਂ ਪਹਿਲੇ 5 ਸਾਲ ਤੇ 2012 ਤੋਂ ਬਾਅਦ ਵਪਾਰੀਆਂ ਦੇ ਕੰਨ ਪੱਟੀ ਦੇ ਉੱਪਰ ਰਿਵਾਲਵਰਾਂ ਰੱਖ ਕੇ ਉਹਨਾਂ ਦੇ ਗੱਲੇ ਖਾਲੀ ਕੀਤੇ ਜਾਂਦੇ ਸੀਗੇ। ਠੀਕ ਹੈ ਜੀ। ਜੇ ਅਸੀਂ 2017 ਵਿੱਚ ਐਮਐਲਏ ਸਾਹਿਬ ਨੇ ਉਹਨਾਂ ਅਫਸਰਾਂ ਤੇ ਨਕੇਲ ਕੱਸੀ ਹੈ ਤੇ ਉਹਨਾਂ ਨੂੰ ਬਾਜ਼ਾਰ ਚੋਂ ਤੇਜਾ ਜੀ ਤੁਹਾਨੂੰ ਕਰੈਕਟ ਕਰਦਾ, ਪਟਿਆਲੇ ਦੇ ਇੱਕ ਵਪਾਰੀ ਨੇ ਤੁਹਾਡੇ ਐਮਐਲਏ ਦਾ ਸ਼ਰੇਆਮ ਨਾਮ ਲਿੱਤਾ ਤੇ ਸੁਸਾਈਡ ਨੋਟ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ। ਤੁਸੀਂ ਇਹ ਗੱਲ ਕਰ ਰਹੇ ਹੋ? ਤੱਥਾਂ ਦੇ ਆਧਾਰ ਤੇ ਤੁਸੀਂ ਦੇਖੋ ਐਫਆਈਆਰ ਨਹੀਂ ਦਰਜ ਹੋਈ, ਸਾਰੇ ਮੀਡੀਆ ਦੇ ਵਿੱਚ ਗੱਲ ਚੱਲੀ ਹੈ, ਜਿਹੜੀ ਵਪਾਰ ਦੀ ਮੀਡੀਆ ਦੇ ਵਿੱਚ ਚੱਲੀ ਹੈ ਜੀ, ਜਿਹੜੀ ਵਪਾਰ ਦੀ ਗੱਲ ਕਰ ਰਹੇ ਹਾਂ ਜੀ, ਕਿਉਂਕਿ ਤੁਹਾਡੀ ਸਰਕਾਰ ਤੇਰੇ 10 ਸਾਲ ਰਾਜਪੁਰਾ ਦੇ ਵਿੱਚ 50% ਜਿਹੜੇ ਵਪਾਰੀ ਆ ਉਹ ਛੋਟੇ ਵਪਾਰੀ ਆ, ਜਿਹੜੇ ਰੇੜੀਆਂ ਲਾਉਂਦੇ ਆ, ਫੜੀਆਂ ਲਾਉਂਦੇ ਆ। ਬੜੀ ਸ਼ਰਮ ਦੀ ਗੱਲ ਹੈ ਕਿ ਉਹਨਾਂ ਤੋਂ ਵੀ ਡੇਲੀ ਵਸੂਲੀ ਕੀਤੀ ਜਾ ਰਹੀ ਹੈ। ਡੇਲੀ ਵਸੂਲੀ ਕੀਤੀ ਜਾਂਦੀ ਦੂਜੀ ਗੱਲ ਦੂਜੀ ਗੱਲ ਬਗੈਰ ਆਕਸ਼ਨ ਤੇ, ਬਗੈਰ ਕਿਸੇ ਠੇਕੇ ਤੇ ਪਰਚੀਆਂ ਕੱਟੀ ਜਾ ਰਹੀ ਪਾਰਕਿੰਗ ਦੀਆਂ। ਇਹ ਕਿਹਨੇ ਦਿੱਤਾ? ਗੁੰਡਾ ਟੈਕਸ ਦਿੱਤਾ ਜਾ ਰਿਹਾ। ਤੀਜੀ ਗੱਲ, ਜੇ ਵਪਾਰ ਦੀ ਗੱਲ ਕਰਦੇ ਆ, ਵਪਾਰ ਮੰਡਲ ਦੇ ਇਹ ਇਲੈਕਸ਼ਨ ਕਿਉਂ ਨਹੀਂ ਹੋਏ? ਉਹਨੂੰ ਪ੍ਰਧਾਨ ਨੂੰ ਕੰਟੀਨਿਊ ਕਰਤਾ ਕਿਉਂਕਿ ਮੰਡੀ ਦਾ ਵੀ ਨਹੀਂ ਹੋਇਆ। ਹਾਂਜੀ, ਇਹ ਤੁਸੀਂ ਵਪਾਰ ਦੀਆਂ ਗੱਲਾਂ ਕਰ, ਤੁਸੀਂ ਵਪਾਰੀ। ਅੱਜ ਮੇਰੀ ਗੱਲ ਸੁਣੋ, ਅੱਜ ਦੁਕਾਨਦਾਰ ਸਹਿਮਿਆ ਹੋਇਆ, ਅੱਜ ਆੜਤੀ ਸਹਿਮਿਆ ਹੋਇਆ, ਉਹ ਹਿਸਾਬ ਮੰਗਦੇ ਆ ਤੇ 50 ਲੱਖ ਰੁਪਇਆ ਬਜਟ ਹੈ ਮੰਡੀ ਦਾ। ਸਰਕਾਰੀ ਆਧਾਰਨ ਨਹੀਂ ਹੈ ਪਰ ਲੋਕਤੰਤਰ ਤਾਂ ਹੈਗਾ, ਬਿਨਾਂ ਇਲੈਕਸ਼ਨ ਤੋਂ ਠੋਸਿਆ ਜਾਂਦਾ। ਤੁਸੀਂ ਵਪਾਰ, ਤੁਸੀਂ ਇੱਕ ਪੂਰੇ ਵਪਾਰ ਦੀ ਗੱਲ ਕਰਦੇ ਹੋ। ਮੈਂ ਇੱਕ ਛੋਟਾ ਜਿਹਾ ਉਦਾਹਰਨ ਦਿੰਦਾ ਤੁਹਾਨੂੰ ਕੇਬਲ ਦਾ। ਕੱਲਾ ਕੇਬਲ ਦਾ ਕੰਮ, ਕਿੰਨਾ ਕੁ ਕੰਮ ਹੈ ਜੀ ਕੇਬਲ ਦਾ। ਸ਼ਰੇਆਮ ਐਮਐਲਏ ਸਾਹਿਬ ਨੇ ਕਬਜ਼ਾ ਕੀਤਾ। ਪਟਿਆਲੇ ਵਾਲਾ ਬੰਦਾ ਜਿਹੜਾ ਰਵਿੰਦਰ ਜੀ ਦੱਸ ਰਹੇ ਸੀਗੇ ਕਿ ਇੱਕ ਬੰਦੇ ਨੇ ਸੁਸਾਈਡ ਕਰ ਲਈ, ਉਹ ਬੰਦਾ ਐਮਐਲਏ ਸਾਹਿਬ ਦਾ ਪਾਰਟਨਰ ਹੈ, ਸਾਰਾ ਦਿਨ ਐਮਐਲਏ ਸਾਹਿਬ ਦੀ ਗੱਡੀ 'ਚ ਹੁੰਦਾ। ਉਹ ਬੰਦੇ ਦਾ ਨਾਮ ਆਇਆ, ਐਮਐਲਏ ਸਾਹਿਬ ਦਾ ਨਾਮ ਆਇਆ ਵਿੱਚ ਉਹਦੇ 'ਚ। ਉਹ ਬੰਦੇ ਨੇ ਸਾਰੇ ਰਾਜਪੁਰੇ ਦੀ ਕੇਬਲ ਤੇ ਕਬਜ਼ਾ ਕੀਤਾ। ਕਿਉਂ ਕੇਬਲ ਤੇ ਕਬਜ਼ਾ ਕਰਕੇ 1500 ਰੁਪਈਆ ਸਾਰੇ ਬੰਦਿਆਂ ਤੋਂ ਲਿੱਤਾ ਜੀ ਇਹਨਾਂ ਨੇ। ਇੱਕ ਨਵੀਂ ਕੇਬਲ ਲਿਆਂਦੀ ਰਾਜਪੁਰੇ ਦੇ ਵਿੱਚ, ਇੱਕ ਹੋਰ ਕੰਪਨੀ ਦੀ ਆ ਗਈ, 1500 ਰੁਪਈਆ ਕੱਲੇ ਪਰਿਵਾਰ ਤੋਂ ਇਹਨਾਂ ਨੇ ਲਿੱਤਾ। ਰਾਜਪੁਰੇ 'ਚ ਕਿੰਨੇ ਪਰਿਵਾਰ ਨੇ ਜੀ ਜਿਹੜੇ ਕੇਬਲ ਯੂਜ਼ ਕਰ ਰਹੇ ਨੇ? 1500 ਰੁਪਏ ਦੀ ਇੱਕ ਡੱਬੀ ਉਹਨਾਂ ਦੇ ਘਰੇ ਲਾ ਗਏ। ਠੀਕ ਉਹ ਤੋਂ 2 ਮਹੀਨੇ ਬਾਅਦ ਦੁਬਾਰਾ ਉਹ ਡੱਬੀ ਉਹ ਖਤਮ ਹੋ ਗਈ। ਡੱਬੀ ਕਿਸੇ ਦੇ ਘਰੋਂ ਵਾਪਸ ਨਹੀਂ ਲੈ ਕੇ ਗਏ, ਕਿਸੇ ਨੂੰ 1 ਰੁਪਇਆ ਵਾਪਸ ਨਹੀਂ ਮਿਲਿਆ। ਉਹੀ ਦੀ ਉਹੀ ਕੇਬਲ ਦੁਬਾਰਾ ਇੰਸਟਾਲ ਹੋ ਗਈ ਉਹਨਾਂ ਦੇ। ਕਿਉਂ 2 ਮਹੀਨੇ ਲਈ ਤੁਸੀਂ ਕਿਉਂ? ਉਹ ਡੱਬੀ ਪਹਿਲਾਂ ਹੀ ਚੱਲਦੀ ਸੀ, ਕੇਬਲ ਤਾਂ ਪਹਿਲਾਂ ਹੀ ਚੱਲ ਰਹੀ ਸੀ। ਉਹ ਜੇ ਤੁਸੀਂ ਕੇਬਲ ਚੇਂਜ ਕੀਤੀ, ਕੰਪਨੀ ਤੁਸੀਂ ਚੇਂਜ ਕੀਤੀ, ਜੇ ਕੇਬਲ ਤੁਸੀਂ ਚੇਂਜ ਕੀਤੀ, ਆ ਮੈਂ ਇਕੱਲਾ ਵੀ ਮੈਂ ਅਮੀਰ ਹੈ ਨਾ, 1500 ਰੁਪਏ ਮੇਰੇ ਇਕੱਲੇ ਤੋਂ ਲੈ ਗਏ। ਜੇ ਤੁਸੀਂ ਕੇਬਲ ਤੁਸੀਂ ਹੈਤ ਕੇਬਲ ਜਿਹੜੀ ਕੇਬਲ ਲਾਈ ਪਹਿਲਾਂ, ਉਹ ਕੇਬਲ ਦੇ ਤੁਸੀਂ ਡੱਬੀਆਂ ਲਾ ਗਏ ਲੋਕਾਂ ਦੇ ਘਰੇ। ਲੋਕਾਂ ਦਾ ਕੀ ਕਸੂਰ ਸੀ? ਕੰਪਨੀ ਦਾ ਤੁਸੀਂ ਚੇਂਜ ਕੀਤੀ ਆ। ਲੋਕਾਂ ਦੇ ਘਰੇ ਤਾਂ ਪਹਿਲਾਂ ਡੱਬੀਆਂ ਲੱਗੀਆਂ ਹੋਈਆਂ ਸੀਗੀਆਂ। ਜੇ ਤੁਸੀਂ ਫਿਰ ਉਸ ਤੋਂ ਬਾਅਦ ਦੁਬਾਰਾ ਕੇਬਲ ਚੇਂਜ ਕਰ ਲਈ ਤਾਂ ਤੁਹਾਡੇ ਪੈਸੇ ਕਿਉਂ ਨਹੀਂ ਵਾਪਸ ਦਿੱਤੇ ਜੀ? ਤੁਸੀਂ 1500 ਰੁਪਈਆ ਉਹਦੇ ਕੇਬਲ ਦੇ। ਇਹ ਵਪਾਰ ਨਹੀਂ ਹੈ? ਫਿਰ ਤੁਸੀਂ ਕੇਬਲ ਦੇ ਉੱਤੇ ਕਬਜ਼ਾ ਕਿੱਦਾਂ ਕੀਤਾ?
ਹਰ ਇੱਕ ਜਿਹੜੇ ਬੰਦੇ ਕੇਬਲ ਦੇ ਨਾਲ ਪਹਿਲਾਂ ਜੁੜੇ ਹੋਏ ਸੀਗੇ, ਇਹ ਕਹਿੰਦੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੁਝ ਨਹੀਂ ਹੋਇਆ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੇਬਲ ਦੇ ਉੱਤੇ ਜਿਹੜੇ ਬੰਦੇ ਕੰਮ ਕਰਦੇ ਸੀ, ਜਿਨ੍ਹਾਂ ਕੋਲ ਹੇਠਲੇ ਲੈਵਲ ਤੇ ਕੰਮ ਸੀਗਾ, ਉਹ ਸਾਰੇ ਕਾਂਗਰਸ ਦੇ ਬੰਦੇ ਸੀਗੇ। ਠੀਕ ਹੈ, ਇਹਨਾਂ ਦੇ ਪਿੰਡ ਦੇ ਵਿੱਚ ਅੱਜ ਵੀ ਉਹੀ ਚਲਾ ਰਹੇ ਜੀ। ਇਹਨਾਂ ਦਾ ਨਲਾਸ ਪਿੰਡ ਦੇ ਵਿੱਚ ਅੱਜ ਵੀ ਤੁਸੀਂ ਰਿਪੋਰਟ ਕਢਾ ਸਕਦੇ ਹੋ ਥਾਣੇ ਦੇ ਵਿੱਚ ਜਾ ਕੇ। ਕੋਈ ਵੀ ਹੁੰਦਾ RTI ਦੇ ਵਿੱਚ ਇਨਫੋਰਮੇਸ਼ਨ ਲੈ ਸਕਦਾ ਹੈ। ਨਲਾਸ ਸਾਰੇ ਪਿੰਡ ਦੇ ਉੱਤੇ ਉਹਨਾਂ ਦੇ ਕੇਬਲ ਤੋਂ ਕਬਜ਼ਾ ਛਡਾਉਣ ਲਈ ਕਾਂਗਰਸ ਦੇ ਬੰਦੇ ਪਿਛਲੇ 10 ਸਾਲਾਂ ਤੋਂ 15 ਸਾਲਾਂ ਤੋਂ MLA ਸਾਹਿਬ ਦੇ ਨਾਲ ਜੁੜੇ ਹੋਏ, ਉਹਨਾਂ ਦੀ ਮਦਦ ਕਰਦੇ ਸੀਗੇ, ਧਾਰ ਕੇ ਵੋਟਾਂ ਪਾਉਂਦੇ ਸੀ ਕਾਂਗਰਸ ਨੂੰ। ਉਹਨਾਂ ਸਾਰਿਆਂ ਤੇ 307 ਦਾ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਨੂੰ ਥਾਣੇ 'ਚ ਜਾ ਕੇ ਪਤਾ ਲੱਗਿਆ ਕਿ ਤੁਸੀਂ 307 ਦਾ ਮੁਕੱਦਮਾ ਤੁਹਾਡਾ ਤਾਂ ਵਾਪਸ ਹੋਏਗਾ, ਕੇਬਲ ਦਾ ਕੰਮ ਛੱਡ ਦਿਓ। ਉਹ ਪਿੱਟਦੇ ਸੀ MLA ਸਾਹਿਬ ਕੋਲ ਜਾ ਕੇ ਵੀ ਅਸੀਂ ਅਕਾਲੀ ਦਲ ਦੀ ਸਰਕਾਰ 'ਚ ਤਾਂ ਕੇਬਲ ਦਾ ਕੰਮ ਕਰਦੇ ਰਹੇ ਆ, ਆਪਣੀ ਸਰਕਾਰ ਦੇ ਵਿੱਚ ਕੰਮ ਕਿੱਦਾਂ ਛੱਡ ਦਈਏ। ਨੰਦਾ ਜੀ ਕੁਝ ਕਹਿਣਾ ਚਾਹੁੰਦੇ ਜੀ? ਆਹ ਬਿਜ਼ਨਸ ਸਾਡੇ ਰਾਜਪੁਰੇ ਨੂੰ ਦਿੱਤਾ ਇਹਨਾਂ ਨੇ। ਜਿੰਦੀ ਜ਼ਿਆਦੀ ਮਿਸਾਲ ਹੈ ਭ੍ਰਸ਼ਟਾਚਾਰ ਦੀ, ਜੀ ਫਲਾਵਰ ਵੈਲੀ, ਜੀ ਕਰੋੜਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਕੰਟੈਕਟ ਕਰਕੇ ਇੱਕ ਬੰਦੇ ਦੇ ਨਾਂ ਅਲਾਟ ਕਰਤੀ। ਨਹੀਂ, ਪਰ ਹੁਣ ਤਾਂ ਉੱਥੇ ਚਿਲਡਰਨ ਚਿਲਡਰਨ ਪਾਰਕ ਬਣ ਨਹੀਂ ਸਕਦਾ ਜਨਾਬ। ਉਹ ਗ੍ਰੀਨ ਬੈਲਟ ਹੈ, ਗ੍ਰੀਨ ਬੈਲਟ ਹੈ, ਉਹ ਗ੍ਰੀਨ ਬੈਲਟ ਹੈ ਤੇ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਨੇ ਮਿੱਠਾ ਜੀ ਕਿ ਨੇਚਰ ਆਫ ਗ੍ਰੀਨ ਬੈਲਟ ਕਾਂਟ ਬੀ ਚੇਂਜਡ। ਜਿਹੜਾ ਗ੍ਰੀਨ ਬੈਲਟ ਦਾ ਨੇਚਰ ਹੈ ਉਹ ਚੇਂਜ ਨਹੀਂ ਕੀਤਾ ਜਾ ਸਕਦਾ। ਅਸੀਂ ਉਸ ਗੱਲ ਤੇ ਆ ਰਹੇ ਪਹਿਲੇ ਸੀ। ਪੌਦੇ ਲਾਏ ਸੀ, ਉੱਥੇ ਦੁਕਾਨਾਂ ਬਣਾਤੀਆਂ, ਪੌਦੇ ਨਹੀਂ ਲਾਏ ਸੀ, ਸ਼ਟਰ ਲਾਏ ਸੀ, ਸ਼ਟਰ। ਤੁਸੀਂ ਨਰਸਰੀ ਖੋਲੀ ਸੀ ਉੱਥੇ, ਤੁਸੀਂ ਪੌਦੇ ਨਹੀਂ ਸੀ ਲਾਏ ਨਾ। ਤੁਹਾਨੂੰ ਮੈਂ ਕਰੈਕਟ ਕਰ ਮੁਖੇਜਾ ਜੀ, ਤੁਸੀਂ ਉੱਥੇ ਪੌਦੇ ਨਹੀਂ ਸੀ ਲਾਏ। ਮੁਖੇਜਾ ਜੀ ਤੁਸੀਂ ਨਰਸਰੀ ਖੋਲੀ ਸੀਗੀ। ਬੇਟਾ ਜੀ ਇਹ ਤਾਂ ਠੀਕ ਹੀ ਸੀਗੇ। ਪੌਦੇ ਲਾਣਾ ਨਹੀਂ ਹੁੰਦਾ, ਨਰਸਰੀ ਬਿਜ਼ਨਸ ਹੁੰਦਾ। ਜੇਕਰ ਇਹ ਉਸ ਮੈਟਰ ਤੇ ਇਹਨਾਂ ਨੂੰ ਉਹੀ ਠੀਕ, ਜੇ ਉਸ ਮੈਟਰ ਤੇ ਠੀਕ ਹੀ ਸੀਗੇ, ਫਿਰ ਇਹਨਾਂ ਨੇ ਕਿਉਂ ਕੈਨਸਲ ਕੀਤੀ ਜੀ? ਸਾਡੀ ਕੈਨਸਲ ਕਿਉਂ ਕੀਤੀ? ਫਿਰ ਚੱਲਣ ਦਿੰਦੇ। ਕੋਰਟ ਸਭ ਤੋਂ ਤੇ ਕੋਰਟ ਨੇ ਵੀ ਕੁਝ ਜਾਲੀ ਦੇਖਿਆ ਹੋਣਾ ਤਾਂ ਹੀ ਕੈਨਸਲ ਕੀਤੀ ਨਾ ਤੁਹਾਡੀ। ਕੋਰਟ ਗਲਤ ਡਿਸੀਜਨ ਲੈ ਦੂਗਾ। ਫਿਰ ਪਿੱਛੇ ਕਿਉਂ ਹਟੇ ਜੀ ਤੁਸੀਂ? ਜੇ ਤੁਸੀਂ ਇੱਕ ਗੱਲ ਕਹਿੰਦੇ ਹੋ ਗ੍ਰੀਨ ਬੈਲਟ, ਜੇ ਬੂਟੇ ਲਾਏ ਸੀਗੇ ਤੇ ਬੂਟੇ ਲਾ ਕੇ ਉੱਥੇ ਸ਼ਟਰ ਲਾਉਣ ਦਾ ਕੀ ਮਤਲਬ ਸੀਗਾ? ਸ਼ਟਰ ਦੇ ਵਿੱਚ ਪੌਦੇ ਲੱਗਦੇ ਨੇ, ਇਹ ਦੁਕਾਨਾਂ ਤੋਂ। ਮੇਰੀ 44 ਸਾਲ ਦੀ ਉਮਰ ਹੋ ਗਈ, ਮੈਂ ਤਾਂ ਕਿਸੇ ਪਾਰਕ ਨੂੰ ਅੱਜ ਤੱਕ ਸ਼ਟਰ ਲੱਗਿਆ ਦੇਖਿਆ ਨਹੀਂ। ਕਿਹੜੇ ਪਾਰਕ ਨੂੰ ਸ਼ਟਰ ਲੱਗਿਆ ਹੁੰਦਾ ਦੱਸੋ ਸ਼ਟਰ ਜੀ? ਚੱਕਦੇ ਫਿਰ ਇਲੈਕਸ਼ਨਾਂ 'ਚ ਸ਼ਟਰ ਚੱਕਤੇ ਕਿਉਂ ਚੱਕੇ ਜੀ? ਮੈਂ ਇਸ ਮਾਮਲੇ ਨੂੰ ਫਲਾਵਰ ਵੈਲੀ ਦੀ ਜਿਹੜੀ ਗੱਲ ਹੋ ਰਹੀ ਹੈ ਬੜੀ ਤਫਸੀਲ ਨਾਲ ਪੜਿਆ, ਇਸ ਮਾਮਲੇ ਨੂੰ ਬੜੇ ਤਫਸੀਲ ਨਾਲ ਦੇਖਿਆ। ਪਹਿਲੀ ਗੱਲ ਤਾਂ ਇਹਨਾਂ ਨੂੰ ਪੂਰਾ ਅੰਦੇਸ਼ਾ ਹੈ ਕਿ ਕੋਰਟ ਦੀ ਹਦਾਇਤਾਂ ਦੇ ਉੱਪਰ ਇਸ ਤੇ ਕ੍ਰਿਮੀਨਲ ਪਰਚਾ ਵੀ ਦਰਜ ਹੋਗਾ। ਮੈਂ ਔਨ ਰਿਕਾਰਡ ਤੁਹਾਡੇ ਪੂਰੇ ਚੈਨਲ ਦੇ ਉੱਪਰ ਬੈਠ ਕੇ ਕਹਿ ਰਿਹਾ, ਕਿਉਂਕਿ ਜਿਸ ਵੱਡੇ ਲੈਵਲ ਦੀ ਇਸ ਪੂਰੇ ਮਾਮਲੇ ਦੇ ਵਿੱਚ ਕਰਪਸ਼ਨ ਸੀਗੀ, ਸੁਪਰੀਮ ਕੋਰਟ ਦੀਆਂ ਕਲੀਅਰ ਕੱਟ ਗਾਈਡਲਾਈਨਸ ਨੇ ਕਿ ਗ੍ਰੀਨ ਬੈਲਟ ਜਿਹੜਾ ਏਰੀਆ ਹੁੰਦਾ ਹੈ, ਉਸ ਗ੍ਰੀਨ ਬੈਲਟ ਦੇ ਏਰੀਏ ਨੂੰ, ਨੇਚਰ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਉਸ ਨੇਚਰ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਪਹਿਲਾਂ ਤਾਂ ਉਹਨੂੰ ਚੇਂਜ ਕਰਕੇ ਨਰਸਰੀ ਬਣਾਈ ਗਈ। ਨਰਸਰੀ ਕੋਈ ਪਾਰਕ ਨਹੀਂ ਹੁੰਦਾ, ਨਰਸਰੀ ਪਿਓਰਲੀ ਬਿਜ਼ਨਸ ਹੁੰਦਾ। ਉਹ ਆਪਣੇ ਛੋਟੇ ਪੌਦੇ ਲਿਆ ਕੇ ਗਰੋ ਕਰਦੇ ਤੇ ਵੇਚਦੇ ਆ, ਪੈਸੇ ਕਮਾਉਂਦੇ ਆ। ਦੂਜੀ ਗੱਲ, ਉੱਥੇ ਜੱਗੀਜ਼ ਨਾਲ ਕੰਟਰੈਕਟ ਹੋਇਆ ਸੀਗਾ। 11 ਸ਼ੋਰੂਮ ਬਣੇ ਹੋਏ ਨੇ, 11 ਸ਼ੋਰੂਮ ਕਿਰਾਏ ਤੇ ਦੇਣੇ ਸੀਗੇ। ਪਰ ਸ਼ੋਰੂਮ 50,000 ਰੁਪਇਆ ਲੈਣਾ ਸੀਗਾ। ਸੈਲਫੀ ਪੁਆਇੰਟ ਬਣਾਇਆ ਸੀਗਾ, ਉਹ ਖਾਣ ਪੀਣ ਵਾਸਤੇ, ਫੋਟੋਆਂ ਖਿਚਾਉਣ ਵਾਸਤੇ। ਬਹੁਤ ਵੱਡੇ ਲੈਵਲ ਦੀ ਧਾਂਦਲੀ ਜਿਹੜੀ ਸੀਗੀ ਉਹ ਚੱਲ ਰਹੀ ਸੀਗੀ। ਉਹਦਾ ਪਰਦਾਫਾਸ਼ ਆਮ ਆਦਮੀ ਪਾਰਟੀ ਨੇ ਕੀਤਾ ਸੀਗਾ। ਆਮ ਆਦਮੀ ਪਾਰਟੀ ਨੇ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਤੇ ਉਹ ਮੈਟਰ ਸਾਰਾ ਸਟੇ ਕਰਵਾਇਆ ਸੀ। ਨੰਦਾ ਜੀ ਤੁਹਾਨੂੰ ਕੁਐਸਚਨ ਮੈਂ ਇੱਕ ਪਹਿਲਾਂ ਮੇਰੀ ਸੰਖੇਪ ਚ ਟਾਈਮ ਦੀ ਆਪਾਂ ਨੇ ਪਟਿਆਲਾ ਰੋਡ ਤੇ ਪੁਰਾਣੀ ਮਾਰਕ ਕਮੇਟੀ ਦੇ ਬਾਹਰ ਗਰੀਬ ਲੋਕਾਂ ਦੇ ਖੋਖੇ ਪਏ ਸੀ। ਅੱਗ ਲਾਤੀ CCTV ਕੈਮਰੇ ਚ ਆਇਆ ਕਿ ਤੇਲ ਦੀਆਂ ਕੈਨੀਆਂ ਲਿਆ ਕੇ ਅੱਗ ਲਾਤੀ ਖੋਖਿਆਂ ਨੂੰ। ਉਹ ਵਿਚਾਰੇ ਨੇ ਫਿਰ ਖੋਖੇ ਰਖਾਏ। ਅਸੀਂ ਸੰਘਰਸ਼ ਕੀਤਾ, ਸਾਰੀਆਂ ਪੋਜੀਸ਼ਨ ਪਾਰਟੀਆਂ ਨੇ। ਖੋਕੇ ਫਿਰ ਅੱਗ ਲਾਤੀ, 3 ਵਾਰੀ ਅੱਗ ਲਾਈ। ਫਿਰ ਉਹ ਗਰੀਬਾਂ ਨੂੰ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ, ਡਰਾ ਧਮਕਾ ਕੇ ਪਰਚਿਆਂ ਦਾ ਕਰਕੇ। ਇਹ ਵਪਾਰੀਆਂ ਦੇ ਉਹ ਹੈ। ਦੱਸੋ ਜੀ, ਅੱਗ ਲਾਈ ਖੋਖਿਆਂ ਨੂੰ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਵੀ ਤੁਹਾਡੀ ਸਰਕਾਰ ਨੇ। ਉਹ ਤਾਂ ਵਪਾਰ ਨਹੀਂ ਸੀਗਾ ਨਾ। ਸਰਕਾਰ ਕਦੇ ਅੱਗ ਨਹੀਂ ਲਾਉਂਦੀ ਜੀ। ਜੇ ਕੋਈ ਇਹੋ ਜੀ ਗੱਲ ਹੈ ਤਾਂ ਬਣਦੀ ਦੋਸ਼ੀਆਂ ਤੇ ਕਾਰਵਾਈ ਕੌਣ ਕਰੇਗਾ ਜਨਾਬ? ਮੈਂ ਤੁਹਾਨੂੰ ਦੱਸਦਾ, ਕਾਰਵਾਈ ਦੀ ਗੱਲ ਸੁਣ ਲਓ। ਹੁਣ ਕਾਰਵਾਈ ਹੋਏਗੀ। ਪੰਚਾਇਤੀ ਚੋਣਾਂ ਦੇ ਵਿੱਚ 2 ਕੇਸ ਤਾਂ ਜਿੱਤੇ ਜਾ ਚੁੱਕੇ ਨੇ, ਜਿੱਥੇ ਇਹਨਾਂ ਨੇ MLAs ਨੇ ਦੋਨੋਂ ਪਾਰਟੀਆਂ ਦੇ, ਦੋਨੋਂ ਘਨੌਰ ਵਾਲੇ ਤੇ ਰਾਜਪੁਰੇ ਵਾਲੇ ਨੇ, ਜਿੱਥੇ ਪਾਰਟੀ ਸਰਪੰਚੀ ਇਲੈਕਸ਼ਨ ਦੇ ਵਿੱਚ ਕਾਗਜ਼ਾਂ ਦੀ ਫੇਰ ਬਦਲ ਕਰਕੇ ਜਿੱਤੇ ਹੋਏ ਸਰਪੰਚਾਂ ਨੂੰ ਹਰਾਇਆ। ਉਹਦੀ ਜਿੰਦੀ ਜਾਗਦੀ ਮਿਸਾਲ ਆ ਉਰੇ ਪਹਿਰ ਪਿੰਡ ਦੀ ਹੈ। ਤੇ ਦੂਜੀ ਜਿਹੜੀ ਮਿਸਾਲ ਦੇ ਰਿਹਾ ਧੱਕੇ ਦੀ ਦੇ ਰਿਹਾ, ਆਪਣਾ ਸਰੈ ਬੰਜਾਰਾ, ਜਿਹੜਾ ਬੰਜਾਰਾ ਬਸਤੀ ਸੀਗੀ, ਉੱਥੇ ਜਿਹੜਾ ਸਰਪੰਚ ਲੋਕਾਂ ਨੇ ਜਿਤਾਇਆ ਉਸੀ ਦੇ ਉੱਪਰ ਪਰਚਾ ਕਰਾਇਆ। ਆਪਣੀ ਇਹਨਾਂ ਦੀ
ਕਾਂਗਰਸ ਪਾਰਟੀ ਦੇ ਬੰਦਿਆਂ ਨੇ ਸਰਪੰਚ ਦੀ ਪਾਰਟੀ ਨੂੰ ਬੰਦਿਆਂ ਨੂੰ ਕੁੱਟਿਆ, ਉਹਨਾਂ ਦੇ ਉੱਪਰ ਹੀ ਪਰਚਾ ਦਰਜ ਕਰਵਾਇਆ ਤੇ ਉਹਨਾਂ ਦੇ ਬੰਦਿਆਂ ਦੀ ਦਿਓ ਕਟਾਈ ਕੀਤੀ। ਐਡਾ ਧੱਕਾ ਤੁਸੀਂ ਕਿੱਥੇ ਰੱਬ ਨੂੰ ਜਾਣਦੇ ਨਹੀਂ? ਮੈਂ ਤਾਂ ਕੋਈ ਗਲਤ ਕੰਮ ਕਰੇਗਾ ਤੇ ਜੀ ਸਰਕਾਰ ਦੇ ਜਨਾਬ ਤੁਸੀਂ ਕੀ ਕਰ ਰਹੇ ਹੋ? ਮਿੱਠਾ ਜੀ ਇੱਕ ਹੋਰ ਗੱਲ, ਸੰਦੀਪ ਚੌਹਾਨ ਕੋਈ ਗਲਤ ਸੰਵਿਧਾਨ ਜਾ ਕੇ ਉਹਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਖੰਡਿਤ ਕੀਤੀ ਗਈ। ਐਮਐਲਏ ਸਾਹਿਬ ਸੁਪੁੱਤਰ ਕਹਿੰਦੇ ਆ ਮੈਨੂੰ ਨੋ ਪਤਾ ਹੈ ਪਰ ਮੈਂ ਜਦ ਸਮਾਂ ਆਊਗਾ ਸਮਾਂ ਆਉਣ ਤੇ ਦੱਸੂਗਾ। ਇਹ ਕਦੋਂ ਸਮਾਂ ਆਏਗਾ? ਆਡੀਅנס ਦੇ ਵਿੱਚੋਂ ਇੱਕ ਕੁਐਸਚਨ ਲੈਣੇ ਆ। ਹਾਂਜੀ ਸੁਖੀ ਜੀ। ਗੱਲ ਇਵੇਂ ਹੈ, ਦੇਖੋ ਬੇਅਦਬੀ ਮਸਲਾ ਜਿਹੜਾ ਰਾਜਪੁਰੇ ਦਾ ਜਿਸ ਤੇ 2.5 ਸਾਲ ਹੋ ਗਏ ਦਲਿਤ ਸਮਾਜ ਤੇ ਅੰਬੇਦਕਰ ਪ੍ਰੇਮੀ ਹਰ ਜਥੇਬੰਦੀ ਨੇ ਸੰਘਰਸ਼ ਵੀ ਕਰਿਆ, ਸੜਕਾਂ ਤੇ ਵੀ ਆਏ। ਉੱਥੇ ਐਮਐਲਏ ਦੇ ਸਪੁੱਤਰ ਕਹਿੰਦੇ ਨੇ ਕਿ ਮੈਨੂੰ ਬੰਦੇ ਵੀ ਪਤਾ ਮਗਰ ਸਮਾਂ ਆਉਣ ਤੇ ਦੱਸਾਂਗਾ। ਕਿਹੜਾ ਸਮਾਂ ਠੀਕ ਰਿਹਾ? ਅਗਰ ਇੱਥੇ ਦਾ ਦਲਿਤ ਸਮਾਜ ਬਸਾ ਫੂਕ ਦਿੰਦਾ, ਇੱਥੇ ਦੁਕਾਨਾਂ ਨੂੰ ਅੱਗ ਲਾਉਂਦੇ, ਫਿਰ ਇਹ ਨੱਕ ਰਗੜਦੇ ਹੋਏ ਆਉਂਦੇ ਤੇ ਬੰਦੇ ਵੀ ਅਰੈਸਟ ਕਰਦੇ ਤੇ ਉਹਨਾਂ ਦੇ ਪਰਚੇ ਵੀ ਹੁੰਦੇ। ਮਗਰ ਇੱਥੇ ਦਾ ਦਲਿਤ ਸਮਾਜ ਪੜ੍ਹਿਆ ਲਿਖਿਆ ਸਮਾਜ ਸੀਗਾ ਜਿਨ੍ਹਾਂ ਨੇ ਕੋਈ ਧੱਕਾ ਵਧੀਕੀ ਨਹੀਂ ਕਰੀ, ਤਾਂ ਕਰਕੇ ਉਹਦਾ ਡੰਡ ਅੱਜ ਸਾਨੂੰ ਭੁਗਤਣਾ ਪੈ ਰਿਹਾ। ਅੱਜ ਸਾਨੂੰ 52,000 ਦੇ ਇਨਾਮ ਰੱਖਣੇ ਪੈ ਰਹੇ ਹੈ ਕਿ ਅਸੀਂ 52,000 ਦੇਣ ਨੂੰ ਤਿਆਰ ਹਾਂ, ਸਾਨੂੰ ਬੰਦਾ ਦੱਸੋ। ਮੁੰਡੇਜਾ ਜੀ 52,000 ਦਾ ਇਨਾਮ ਰੱਖਿਆ ਗਿਆ ਇੱਕ ਉਸ ਨੂੰ ਫੜਨ ਵਾਸਤੇ। ਦੇਖੋ ਜੀ ਤੇ ਕਿਉਂ ਰੱਖਿਆ ਜਾਂਦਾ ਜਦੋਂ ਤੁਹਾਡੇ ਕੋਲ ਪ੍ਰਸ਼ਾਸਨ ਹੈ, ਪੁਲਿਸ ਹੈ, ਕਾਨੂੰਨ ਹੈ? ਇਹਨਾਂ ਨੇ ਇਹ ਕਿੱਥੋਂ ਫੜ ਲੈਣਗੇ? ਅੰਬੇਦਕਰ ਜੀ ਦੇ ਚਰਨਾਂ 'ਚ ਹਮੇਸ਼ਾ ਝੁਕਦਾ ਤੇ ਝੁਕਦਾ ਰਹੇਗਾ। ਬੇਅਦਬੀਆਂ ਫਿਰ ਕਿਉਂ ਕਰਾਈ ਜਾਂਦੇ ਜੇ? ਮਿੱਠਾ ਜੀ ਬੇਟਾ ਜੀ ਦੇਖੋ ਇੱਕ ਵਾਰੀ ਬੇਅਦਬੀ ਹੋਈ ਕੰਮ ਕਰਦਾ ਹੈ ਜੀ, ਉਹ ਬੰਦਾ ਹੁਣ ਰਾਜ ਬੇਅਦ ਕਰ ਸਕਦਾ ਹੈ ਸਮਾਜ ਕੇ ਅੰਦਰ ਗੇਰ ਦੀਏ ਤਾਂ ਫਿਰ ਨਹੀਂ ਇਹਨਾਂ ਨੇ ਸਰ, ਕਹਿਣਾ ਜੀ ਦਿੱਲੀ ਅਸੀਂ ਚੱਲੀਆਂ ਇੱਕ ਵਾਰੀ ਬੇਅਦਬੀ ਹੋਣੀ। ਜਿਹੜੇ ਕਹਿ ਰਹੇ ਸਭ ਝੁਕਦਾ ਹੈ, ਅੰਬੇਦਕਰ ਚੌਂਕ ਨੂੰ ਯੂਨੀਲੀਵਰ ਚੌਂਕ ਬੱਚੋ ਇਹਨਾਂ ਨੇ ਸਥਾਪਿਤ ਕੀਤਾ ਤੇ ਮੈਂ ਇਹਨਾਂ ਦੇ ਉੱਥੇ ਬੋਰਡ ਲੱਗੇ ਜਦ ਸਮਾਜ ਭੜਕ ਗਿਆ ਉੱਥੇ ਕਮੇਟੀ ਦੇ ਵਿੱਚ ਖਰਾਬ ਹੋ ਗਿਆ, ਉਦੋਂ ਇਹ ਬੰਦੇ ਸਾਰੇ ਅੱਜ ਕਹਿ ਰਹੇ ਸੁਖੀ ਜੀ ਦੀ ਇਸ ਗੱਲ ਦੇ ਵਿੱਚ ਮੈਂ ਐਡ ਆਨ ਕਰਦਾ। ਜਦੋਂ ਉੱਥੇ ਉਹ ਰੱਖਿਆ ਗਿਆ, ਪਾਰਕ ਰੱਖਿਆ ਗਿਆ, ਉਹਦਾ ਨਾਮ ਦੇ ਵਿੱਚ ਕੁਝ ਜਿਹੜਾ ਪਾਰਕ ਬਣਾਉਣ ਦੀ ਚੌਂਕ ਬਣਾਉਣ ਦੀ ਗੱਲ ਕੀਤੀ ਗਈ। ਮਿਊਨਿਸਪਲ ਕਮੇਟੀ ਦੇ ਵਿੱਚ ਬਾਕਾਇਦਾ ਮੈਂ ਕੁਐਸਚਨ ਰੇਜ਼ ਕੀਤਾ ਕਿ ਇਹਨੂੰ ਯੂਨੀਲੀਵਰ ਚੌਂਕ ਨਾ ਕਹਿ ਕੇ ਬਾਬਾ ਸਾਹਿਬ ਅੰਬੇਦਕਰ ਚੌਂਕ ਕਿਹਾ ਜਾਵੇ। ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਬਾਬਾ ਸਾਹਿਬ ਅੰਬੇਦਕਰ ਚੌਂਕ, ਪਰ ਉੱਥੇ ਵਰਬਲੀ ਕਹਿ ਦਿੱਤਾ ਗਿਆ ਤੇ ਜਿਹੜਾ ਔਨ ਰਿਕਾਰਡ ਅੱਜ ਤੱਕ ਵੀ ਉਹ ਯੂਨੀਲੀਵਰ ਚੌਂਕ ਵੱਜਦਾ ਹੈ, ਉਹਨੂੰ ਜਿਹੜਾ ਅੰਬੇਦਕਰ ਚੌਂਕ ਦਾ। ਇਹ ਗੱਲਾਂ ਅਸੀਂ ਚੰਗੀਆਂ ਗੱਲਾਂ, ਸਾਡੀਆਂ ਵੱਡੀਆਂ ਵੱਡੀਆਂ ਗੱਲਾਂ ਅੰਬੇਦਕਰ ਸਮਾਜ ਦੀ, ਐਸੀ ਸਮਾਜ ਦੇ ਹੱਕ ਦੀ, ਪਰ ਜਦੋਂ ਆਚਾਰੀ ਬੁਰੀਆਂ ਜਦੋਂ ਕੰਮ ਕਰਨਾ ਹੈ ਤਾਂ ਅੰਬੇਦਕਰ ਸਾਹਿਬ ਦੇ ਵੀ ਖਿਲਾਫ ਤੇ ਐਸੀ ਸਮਾਜ ਦੇ ਵੀ ਖਿਲਾਫ। ਦਰਸ਼ਨ ਜੀ ਮੈਂ ਇੱਕ ਗੱਲ ਵਿੱਚ ਐਡ ਕਰਨੀ ਆ ਹੋਰ। ਇੱਕ ਵਾਰੀ ਬੇਅਦਬੀ ਹੋ ਗਈ, ਇਹ ਕਹਿੰਦੇ ਸਾਡੇ ਕੋਲੋਂ ਬੰਦੇ ਨਹੀਂ ਫੜੇ ਗਏ, ਠੀਕ ਹੈ। ਉਦੋਂ ਸਾਰੇ ਸਮਾਜ ਨੂੰ ਇਹਨਾਂ ਨੇ ਸਾਰੇ ਸਮਾਜ ਨੂੰ ਮੁੰਡਾ ਦੇ ਕੇ ਇਹਨਾਂ ਨੂੰ ਉੱਥੋਂ ਉਠਾਇਆ ਕਿ ਮੂਰਤੀ ਵੀ ਅਸੀਂ ਬਣਵਾਵਾਂਗੇ। ਇਹਨਾਂ ਨੂੰ ਪੁੱਛੋ ਇੱਕ ਪੈਸਾ ਆਇਆ ਇਹਨਾਂ ਕੋਲ? ਉੱਥੇ ਕੈਮਰੇ ਲਵਾਤੇ ਇਹਨਾਂ ਨੇ, ਠੀਕ ਹੈ। ਫਿਰ ਦੂਜੀ ਵਾਰੀ ਬੇਅਦਬੀ ਕਿਵੇਂ ਹੋਊਗੀ ਜੇ ਤੁਸੀਂ ਕੈਮਰੇ ਲਾਏ ਹੋਏ ਸੀਗੇ? ਕੈਮਰੇ ਦਾ ਅਸੈਸ ਕਿਹਦੇ ਕੋਲ ਸੀਗਾ? ਤਾਰਾਂ ਤੋੜੀਆਂ। ਉਹ ਸਾਡੇ ਕੋਲ ਸੀ ਅਸੈਸ ਕੈਮਰੇ ਦਾ, ਐਸਡੀਐਮ ਕੋਲ ਸੀ। ਸਰਕਾਰ ਇਹਨਾਂ ਦੀ ਹੈ, ਸਰਕਾਰ ਇਹਨਾਂ ਦੀ ਹੈ। ਜਾਂਚ ਨੂੰ 5 ਸਾਲ ਨਿਕਲ ਗਏ, ਹੁਣ ਕਾਹਦੀ ਜਾਂਚ? ਹੁਣ ਹਾਰਨ ਤੋਂ ਬਾਅਦ ਘਰ ਬਹਿ ਕੇ ਜਾਂਚ ਕਰੋਗੇ? ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਘਰ ਬੈਠੇ ਜਾਂਚ ਕਰੋਗੇ। ਇਹ ਲੋਕਾਂ ਨੇ ਡਿਸਾਈਡ ਕਰਨਾ, ਤੁਸੀਂ ਠੀਕ ਹੈ। ਅਸੀਂ ਕਿਉਂ ਨਹੀਂ? ਅਸੀਂ ਲੋਕ ਹੀ ਹਾਂ, ਅਸੀਂ ਪਬਲਿਕ ਹੈ, ਅਸੀਂ ਕਿਉਂ ਨਹੀਂ ਡਿਸਾਈਡ ਕਰਨਾ? ਕਾਂਗਰਸ ਦੇ ਲੋਕ ਦੂਜੀ ਵਾਰੀ ਆਪਸੀ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਆ। ਦੂਜੀ ਵਾਰੀ ਬੇਅਦਬੀ ਹੋਈ ਦਰਸ਼ਨ ਜੀ, ਉਦੋਂ ਕੈਮਰੇ ਲੱਗੇ ਹੋਏ ਸੀਗੇ। ਕੈਮਰਿਆਂ ਦਾ ਅਸੈਸ ਕਿਹਦੇ ਕੋਲ ਸੀ? ਮੈਂ ਇਹ ਪੁੱਛਣਾ ਚਾਹੁੰਦਾ ਵੀ ਸਰਕਾਰ ਕੋਲ ਸੀ। ਫੇਰ ਸਰਕਾਰ ਨੂੰ ਕਿਉਂ ਨਹੀਂ ਲੱਭਿਆ ਜੀ ਬੰਦਾ ਕਿੰਨੇ ਬੇਅਦਬੀ ਕੀਤੀ ਹੈ? ਉਹ ਕੈਮਰੇ ਬੰਦ ਕਿੰਨੇ ਕਰਵਾਏ? ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤਿਮਾ ਦਾ ਉਹ ਕੈਮਰੇ ਬੰਦ ਕਿੰਨੇ ਕਰਵਾਏ? ਦਰਸ਼ਨ ਜੀ ਖੰਡਿਤ ਕਰਨ ਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਨੇ ਰਾਣੀ ਝਾਂਸੀ ਦੀ ਤਲਵਾਰ ਵੀ ਚਲਵਾਈ। ਮਗਰ ਇਹ ਕਾਰਵਾਈ ਕਰਨ ਦੇ ਬਜਾਏ ਉਹਨੂੰ ਬਚਾਉਣ ਦੇ ਵਿੱਚ ਲੱਗੇ। ਦੂਜੀ ਵਾਰੀ ਕੈਮਰੇ ਇਹਨਾਂ ਕੋਲ ਸੀਗੇ, ਅਸੈਸ ਇਹਨਾਂ ਕੋਲ ਸੀਗਾ, ਫੇਰ ਕਾਰਵਾਈ ਕਿਉਂ ਨਹੀਂ ਹੋਈ? ਕਿਉਂਕਿ ਬੇਅਦਬੀ ਇਹ ਖੁਦ ਕਰਾ ਰਹੇ ਨੇ। ਇਹ ਘਰ ਬਹਿ ਕੇ ਹੁਣ ਸਰਕਾਰ ਇਹਨਾਂ ਦੀ ਜਾਣ ਲੱਗੀ ਹੈ। ਐਮਐਲਏ ਦਾ ਜਿੱਤਣਾ ਨਹੀਂ, ਹੁਣ ਘਰ ਬਹਿ ਕੇ ਕਰੂਗਾ ਕਿਤੇ ਉਹ ਇਨਕੁਆਰੀ। ਇਲਜ਼ਾਮਾਂ ਨਾਲ ਕੋਈ ਸਾਬਿਤ ਨਹੀਂ ਹੁੰਦਾ ਜੀ, ਠੀਕ ਹੈ। ਮੇਰੇ ਇਲਜ਼ਾਮ ਨਹੀਂ ਹੈਗੇ, ਸਾਰੇ ਸਮਾਜ ਦੇ ਇਲਜ਼ਾਮ ਹੈ। ਇਹ ਸਾਹਮਣੇ ਆ ਜਾਏਗੀ, ਕਾਨੂੰਨ ਤੇ ਭਰੋਸਾ ਰੱਖਿਆ ਕਰੋ ਜੀ। ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਬਹੁਤ ਜਲਦ ਮਿਲੇਗੀ ਜੀ, ਮਿਲੇਗੀ ਇੱਕ ਆਡੀਅנס ਕੁਐਸਚਨ ਆ ਆਡੀਅנס ਚੋਂ। ਹਾਂਜੀ ਇੱਧਰ ਆਡੀਅנס ਚੋਂ ਕੁਐਸਚਨ ਲਾਓ। ਆਮ ਆਦਮੀ ਪਾਰਟੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਅਸੀਂ ਬਹੁਤ ਹੀ ਇਮਾਨਦਾਰ ਪਾਰਟੀ ਹੈ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਸਭ ਤੋਂ ਪਹਿਲਾਂ ਐਮਪੀ ਦੇ ਇਲੈਕਸ਼ਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਪੁੱਛਿਆ ਨਹੀਂ, 4 ਐਮਪੀ ਪੰਜਾਬ ਤੋਂ ਗਏ। ਇਹਦਾ ਮਤਲਬ ਕਿ ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਸੀ। ਅੱਜ ਉਹ ਤੁਹਾਡੇ ਐਮਪੀ ਕਿੱਥੇ ਗਏ? ਛੋਟੇਪੁਰ ਨੂੰ ਇਹਨਾਂ ਨੇ ਕੱਢਤਾ, ਉਹਦੇ ਬਾਅਦ ਖਾਲਸਾ ਗਿਆ, ਉਸ ਤੋਂ ਬਾਅਦ ਗਾਂਧੀ ਗਿਆ। ਥੋੜ੍ਹੇ ਟਾਈਮ ਬਾਅਦ ਇਹਨਾਂ ਦੇ 20 ਐਮਐਲਏ ਜਦੋਂ 2017 'ਚ ਆਏ,
ਉਹਦੇ ਜੋ ਇਹਨਾਂ ਦੇ ਅੱਧੇ ਐਮਐਲਏ ਜਿਹੜੇ ਆ ਛੱਡ ਕੇ ਪਾਰਟੀ ਚਲੇ ਗਏ ਆ। ਉਹਦੇ ਬਾਅਦ ਰਾਘਵ ਮੈਂ ਕਹਿੰਦਾ ਜੀ ਇਮਾਨਦਾਰ ਪਾਰਟੀ ਹੈ, ਇਹਨਾਂ ਦੀ ਪਾਰਟੀ ਦੇ ਜਿੰਨੇ ਐਮਐਲਏ ਆ ਐਮਪੀ ਆ ਉਹ ਕਿਉਂ ਛੱਡ ਕੇ ਗਏ ਸਰ? ਦੂਜਾ ਸਵਾਲ ਮੇਰਾ ਇੱਕ ਹੋਰ ਸੀ ਕਿ ਇਹਨਾਂ ਨੇ ਰਾਘਵ ਚੱਡਾ ਨੇ 3-3 ਕਰੋੜ 6-6 ਕਰੋੜ ਦੇ ਵਿੱਚ ਟਿਕਟ ਵੇਚੀ ਹੈ। ਰਾਜਪੁਰੇ 'ਚ ਆਸ਼ੂਤੋਸ਼ ਜੋਸ਼ੀ ਆਇਆ, ਉਹਨੇ ਇਲੈਕਸ਼ਨ ਲੜੇ, ਉਹਨੇ ਉਸ ਤੋਂ ਬਾਅਦ ਉਹ ਆਸ਼ੂਤੋਸ਼ ਨਜ਼ਰ ਨਹੀਂ ਆਇਆ। ਪ੍ਰਚਾਰ ਹੋ ਰਿਹਾ ਕਿਸੇ ਪਾਰਟੀ ਦੇ। ਸਰ ਮੇਰੇ 3 ਸਵਾਲ ਨਹੀਂ 3 ਸਵਾਲ ਹੈ, ਤਿੰਨੋਂ ਸਵਾਲ ਹੈ। ਅਗਰ ਆਮ ਆਦਮੀ ਪਾਰਟੀ ਇਮਾਨਦਾਰ ਹੈ, ਉਹਦੇ ਬੰਦੇ ਪਾਰਟੀ ਕਿਉਂ ਛੱਡ ਕੇ ਗਏ? ਜਿਹੜੀ ਰਾਘਵ ਚੱਡਾ ਨੇ ਟਿਕਟਾਂ ਵੇਚੀਆਂ ਉਹ ਕਿਸ ਬਿਹਾਫ ਤੇ ਵੇਚੀਆਂ? ਅਗਰ ਉਹ ਇਮਾਨਦਾਰ ਪਾਰਟੀ ਹੈ ਤੁਹਾਡੇ ਕੋਲ ਕੀ ਸਬੂਤ ਹੈ ਵੀ ਟਿਕਟਾਂ ਵੇਚੀਆਂ ਕਾਂਗਰਸ ਦੀ ਸਰਕਾਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਡੀਓ ਸਮਰਾਲੇ ਦੇ ਐਮਐਲਏ ਦੀ ਵਾਇਰਲ ਹੋਈ ਹੈ। ਸੁਣੋ ਗਾਂਧੀ ਛੱਡ ਕੇ ਗਿਆ, ਖਾਲਸਾ ਛੱਡ ਕੇ ਗਿਆ, ਛੋਟੇਪੁਰ ਛੱਡ ਕੇ ਗਿਆ, ਸਮਝੀ? ਸਾਡੇ ਚਿੰਨੇ ਪਾਰਟੀ ਦੇ ਜਿਹੜੇ ਮੈਂਬਰ ਸੀ ਉਹ ਅਗਰ ਇਮਾਨਦਾਰ ਪਾਰਟੀ ਸੀ ਕਿਉਂ ਛੱਡ ਕੇ ਗਏ? ਸਵਾਲ ਹੋ ਗਏ ਨਾ, 2 ਸਵਾਲ ਹੋ ਗਏ ਕਿ ਮੈਂਬਰ ਕਿਉਂ ਛੱਡ ਕੇ ਗਏ ਤੇ ਦੂਜਾ ਟਿਕਟਾਂ ਵੇਚੀਆਂ ਗਈਆਂ, ਇਹਦਾ ਸਪਸ਼ਟੀਕਰਨ ਦਿਓ ਜੀ। ਬਿੱਠਾ ਜੀ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਜਿਨ੍ਹਾਂ ਦੇਸ਼ ਕੌਮ ਤੋਂ ਜਿੰਦਵਾਰੀ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਪੰਜਾਬ ਦੀ ਸੇਵਾ ਕਰਨ ਦੀ ਗੱਲ ਹੈ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਤੁਸੀਂ ਦੇਖੋ, ਮੈਂ ਮਿਊਨਿਸਪਲ ਕਾਉਂਸਲਰ ਜਿੱਤਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਨੂੰ 1 ਸਾਲ ਹੋ ਜਾਣਾ। ਮੈਂ ਰਾਜਪੁਰਾ ਦੇ ਆਮ ਲੋਕਾਂ ਦੀ ਆਵਾਜ਼ ਬਣ ਕੇ ਹਰ ਇੱਕ ਮੁੱਦਾ ਚੱਕਦਾ ਰਿਹਾ। ਸਾਨੂੰ ਕਿਹੜਾ ਨਹੀਂ ਆਫਰਸ ਆਈਆਂ, ਸਾਨੂੰ ਕਿਹੜਾ ਨਹੀਂ ਕਹਿੰਦੇ ਵੀ ਤੁਸੀਂ ਇੱਧਰ ਆ ਜਾਓ, ਉੱਧਰ ਆ ਜਾਓ, ਇਹ ਕਰ ਲਓ, ਉਹ ਕਰ ਲਓ। ਬਹੁਤ ਸਾਰੀਆਂ ਆਉਂਦੀਆਂ ਤੇ ਸਾਨੂੰ ਧਮਕੀਆਂ ਵੀ ਆਉਂਦੀਆਂ ਕਿ ਤੁਹਾਡੇ ਘਰ ਦਾ ਇਹ ਕਰ ਦਿੱਤਾ ਜਾਏਗਾ, ਤੁਹਾਡੇ ਪਰਿਵਾਰ ਦਾ ਇਹ ਕਰ ਦਿੱਤਾ ਜਾਏਗਾ, ਤੁਹਾਡੇ ਨਾਲ ਇਦਾਂ ਕਰ ਦਿੱਤਾ ਜਾਏਗਾ। ਪਰ ਸੇਵਾ ਦੇਸ਼ ਕੌਮ ਦੀ ਕਰਨੀ ਹੈ। ਸ਼ਾਇਦ ਉਹਨਾਂ ਦੇ ਵਿੱਚ ਉਨੀ ਕੂਵਤ ਨਹੀਂ ਹੋਏਗੀ, ਉਨੀ ਕਾਬਲੀਅਤ ਨਹੀਂ ਹੋਏਗੀ। ਦੂਜਾ ਐਲੀਗੇਸ਼ਨ ਜਿਹੜਾ ਤੁਸੀਂ ਲਾਇਆ ਜਨਾਬ ਟਿਕਟਾਂ ਵੇਚਣ ਦਾ। 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, 1 ਰੁਪਈਏ ਦੀ ਅਮੈਲਗਮੇਸ਼ਨ, 1 ਰੁਪਈਏ ਦੀ ਵੀ ਕਰਪਸ਼ਨ ਪ੍ਰੂਵ ਕਰਦੇ। ਤੁਸੀਂ ਕਰਦੇ ਪਰਚੇ, ਕਰੋ ਰਾਘਵ ਚੱਡਾ ਦੇ ਉੱਪਰ ਪਰਚਾ, ਤੁਸੀਂ ਦੱਸੋ 5 ਰੁਪਈਏ ਦੀ ਵੀ ਕਿਤੇ ਇੱਧਰ ਉੱਧਰ ਦੀ ਹੋਣ ਦੀ ਖਬਰ ਹੋਵੇ। ਆਮ ਆਦਮੀ ਪਾਰਟੀ ਵਾਹਿਦ ਇੱਕ ਐਸੀ ਪਾਰਟੀ ਹੈ ਜਿਹੜੀ ਸੜਕ ਤੋਂ ਲੈ ਕੇ ਸੰਸਦ ਤੱਕ ਲੋਕਾਂ ਦੇ ਮੁੱਦੇ ਚੱਕਦੀ ਹੈ। ਕ੍ਰਿਸ਼ੀ ਕਾਨੂੰਨਾਂ ਦਾ ਮੁੱਦਾ ਸਭ ਤੋਂ ਪਹਿਲਾਂ ਜਨਾਬ ਤੁਹਾਡੀ ਪਾਰਟੀ ਨੂੰ ਤਾਂ ਪਤਾ ਵੀ ਨਹੀਂ ਸੀਗਾ, ਜਿਹੜੇ ਸਾਡੇ ਭਗਵੰਤ ਸਿੰਘ ਜੀ ਮਾਨ ਐਮਪੀ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਜਾ ਕੇ ਪਾਰਲੀਮੈਂਟ ਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦਾ ਮੁੱਦਾ ਚੱਕਿਆ। ਮੁੜ ਕੇ ਤੁਸੀਂ ਗੱਲ ਕੀਤੀ ਹੈ ਤੇ ਜਿਹੜੀ ਕਾਂਗਰਸ ਗੱਲ ਕਰ ਰਹੀ ਹੈ ਵੀ ਕਿ ਸਾਡੇ ਐਮਐਲਏ ਭੱਜ, ਉਹ ਮੁਖੇਜਾ ਜੀ ਤੁਹਾਡਾ ਤਾਂ ਸੀਐਮ ਹੀ ਭੱਜ ਗਿਆ, ਸਾਡੇ ਤਾਂ ਫਿਰ ਵੀ ਐਮਐਲਏ ਭੱਜੇ ਆ, ਤੁਹਾਡਾ ਤਾਂ ਸੀਐਮ ਭੱਜ ਗਿਆ। ਦੱਸੋ ਤੁਸੀਂ ਕਿਉਂ ਭੱਜਿਆ? ਤੁਹਾਡਾ ਸੀਐਮ ਕਿਉਂ ਭੱਜਿਆ? 4.5 ਸਾਲ ਅਰੁਸ਼ਾ ਨੂੰ ਲੈ ਕੇ ਸਿਸਵਾ ਰਿਜ਼ੋਰਟ ਦੇ ਵਿੱਚ ਬੈਠਿਆ ਰਿਹਾ ਤੇ ਜਦੋਂ ਪਤਾ ਲੱਗਿਆ ਵੀ ਉਹਦੇ ਨਾਮ ਤੇ ਵੋਟਾਂ ਨਹੀਂ ਪੈਣੀਆਂ, ਜਦੋਂ ਪਤਾ ਲੱਗਿਆ ਵੀ ਕੈਪਟਨ ਦੇ ਨਾਮ ਦੇ ਉੱਪਰ ਵੋਟਾਂ ਨਹੀਂ ਪੈਣੀਆਂ, ਚੰਨੀ ਨੂੰ ਮੂਹਰੇ ਕਰਤਿਆ ਤੁਸੀਂ। ਸਾਡੇ ਤਾਂ ਫਿਰ ਵੀ ਐਮਐਲਏ ਭੱਜੇ ਆ, ਤੁਹਾਡਾ ਤਾਂ ਸੀਐਮ ਹੀ ਭੱਜ ਗਿਆ। ਦੱਸੋ ਤੁਹਾਡਾ ਸੀਐਮ ਕਿਉਂ ਭੱਜਿਆ? ਅਸੀਂ ਆਪ ਉਹਨਾਂ ਨੂੰ ਫਾਰਗ ਕਰਿਆ ਜੀ, ਕਿਉਂਕਿ ਉਹਨਾਂ ਨੇ ਨਹੀਂ ਫਾਰਗ ਜਨਾਬ, ਉਰੇ ਮੈਂ ਤੁਹਾਡੀ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹੋ। ਬਿੱਠਾ ਜੀ ਮੈਂ ਇਹਦੀ ਫਾਰਗ ਦੀ ਗੱਲ ਕਰ ਦਿੰਦਾ। ਮੁਖੇਜਾ ਜੀ ਬੜੀ ਗੱਲ ਕਰਦੇ ਆ ਕਿ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ। ਜਦੋਂ ਤੁਹਾਡੀ ਸੀਐਲਪੀ ਦੀ ਮੀਟਿੰਗ ਹੋਈ ਹੈ ਨਾ ਜਨਾਬ ਸਾਰੇ ਐਮਐਲਏਜ਼ ਦੀ, ਉਹਦੇ 'ਚ ਇੱਕ ਰੈਜ਼ੋਲੂਸ਼ਨ ਪਾਇਆ ਗਿਆ। ਉਸ 'ਚ 2 ਗੱਲਾਂ ਪ੍ਰਮੁੱਖ ਸੀਗੀਆਂ ਕਿ ਇੱਕ ਤਾਂ ਅਸੀਂ ਆਪਣਾ ਸੀਐਮ ਬਣਾਉਣ ਦਾ ਜਿਹੜਾ ਉਹ ਹੈ, ਚੁਣਨ ਦਾ ਜਿਹੜਾ ਹੱਕ ਹੈ ਉਹ ਆਪਣੀ ਹਾਈ ਕਮਾਂਡ ਨੂੰ ਦਿੰਦੇ ਆ। ਤੇ ਉਸ ਤੋਂ ਪਹਿਲਾਂ ਜਿਹੜੀ ਗੱਲ ਲਿਖੀ ਹੋਈ ਸੀ, ਮੈਂ ਤੁਹਾਡੇ ਦੁਬਾਰਾ ਉਹ ਲੀਗਲ ਡਾਕੂਮੈਂਟ ਤੁਸੀਂ ਕਢਾ ਵੀ ਸਕਦੇ ਹੋ ਕਿ ਅਸੀਂ ਸਰਦਾਰ ਬਹਾਦਰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੇਵਾਵਾਂ ਤੋਂ ਬਹੁਤ ਖੁਸ਼ ਹੈ ਕਿ ਕਿਸੇ ਸਿਹਤ ਕਾਰਨਾਂ ਕਰਕੇ ਉਹ ਆਪਣੀ ਸੇਵਾਵਾਂ ਹੁਣ ਨਹੀਂ ਨਿਭਾ ਸਕਦੇ, ਇਸ ਕਰਕੇ ਸਾਨੂੰ ਆਪਣਾ ਸੀਐਮ ਦਾ ਚਿਹਰਾ ਬਦਲਣਾ ਪੈ ਰਿਹਾ। ਇਹ ਤੁਹਾਡੀ ਸੀਐਲਪੀ ਦੀ ਮੀਟਿੰਗ ਦੇ ਵਿੱਚ ਰੈਜ਼ੋਲੂਸ਼ਨ ਪਿਆ ਹੋਇਆ ਸੀ। ਜੇ ਤੁਸੀਂ ਇਕੱਠੇ ਹੁੰਦਾ ਫਿਰ ਤੁਸੀਂ ਤਾਂ ਮਿੰਟਾਂ ਕਰਦੇ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈ, ਨੰਦਾ ਜੀ ਦੱਸੋ। ਉਹਨਾਂ ਨੂੰ ਇਸ ਕਰਕੇ ਸੇਵਾ ਮੁਕਤ ਕੀਤਾ ਗਿਆ ਕਿਉਂਕਿ ਉਹ ਕਾਂਗਰਸ ਦੇ ਜਿਹੜੇ ਇੱਕ ਪਰਿਵਾਰ ਹੈ, ਰਾਜ ਕਰ ਰਿਹਾ ਹੈ, ਰਾਜ ਕਰਨਾ ਚਾਹੁੰਦਾ ਹੈ, ਜਿੱਥੇ ਮਨਮਰਜ਼ੀ ਕਰਦੀ ਹੈ ਹਟਾ ਦਿੰਦੇ ਸੀਐਮ, ਜਿਹਨੂੰ ਦਿਲ ਕਰਦਾ ਬਣਾ ਦਿੰਦੇ ਸੀਐਮ। ਉਹ ਮੈਂ ਡਿਟੇਲ 'ਚ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਉਸ ਪਰਿਵਾਰ ਦੀ ਗੱਲ ਨਹੀਂ ਸੀ ਸੁਣ ਰਹੇ ਜੀ, ਠੀਕ ਹੈ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਿ ਕੰਮ ਨਹੀਂ ਕੀਤਾ, ਉਹ ਰਾਸ਼ਟਰਵਾਦੀ ਸੀ, ਰਾਸ਼ਟਰੀ ਸੁਰੱਖਿਆ ਦੇ ਉਹੀ ਪਾਰਟੀ ਰਾਸ਼ਟਰਵਾਦੀ ਨੇ ਰੂਸ਼ਾ ਨੂੰ ਲੈ ਕੇ ਸਿਸਵਾ ਰਿਜ਼ੋਰਟ 'ਚ ਬੈਠਾ ਰਹਿੰਦਾ। ਇਹ ਬੀਜੇਪੀ ਉਹੀ ਪਾਰਟੀ ਹੈ ਜਿਹੜੀ ਉਹਨਾਂ ਦੇ ਰਾਸ਼ਟਰਵਾਦ ਦੇ ਉੱਪਰ ਬਾਹ ਕੱਢ ਕੇ ਕਹਿੰਦੀ ਸੀਗੀ ਕਿ ਪਾਕਿਸਤਾਨ ਦੀ ਏਜੰਟ ਜਿਹੜੀ ਰੂਸ਼ਾ ਹੈ ਉਹ ਸਾਰਾ ਦੁਬਈ ਤੋਂ ਜਿਹੜਾ ਕਾਰੋਬਾਰ ਹੈ ਚਲਾਉਂਦਾ ਹੈ। ਅਮਰਿੰਦਰ ਸਿੰਘ ਉਹੀ ਪਾਰਟੀ ਹੈ ਜਿਹੜੀ ਅੱਜ ਉਹਨਾਂ ਦੀ ਰਾਸ਼ਟਰਵਾਦ ਦੀ ਜਿਹੜੀ ਪੰਜਾਬ ਦੀ ਸਰਕਾਰ ਪਾਕਿਸਤਾਨ ਨਾਲ ਚੱਲ ਰਹੀ ਹੈ। ਰੂਸ਼ਾ ਦੇ ਉੱਪਰ ਐਲੀਗੇਸ਼ਨ ਲਾਉਂਦੇ ਸੀਗੇ, ਅੱਜ ਕੈਪਟਨ ਰਾਸ਼ਟਰਵਾਦੀ ਹੋ ਗਿਆ। ਵਾਹ, ਤੁਹਾਡੇ
ਵੀ ਝੰਡੇ ਕੋਈ ਜ਼ਿਆਦਾ ਨਹੀਂ ਝੁੱਲ ਰਹੇ ਜੀ। ਜਦ 2017 ਚ ਇਲੈਕਸ਼ਨ ਲੜਨ ਆਇਆ ਸੀਗਾ, ਖਾਲਿਸਤਾਨ ਕਮਾਂਡੋ ਵਾਲਿਆਂ ਦੇ ਘਰ ਰਾਤ ਨੂੰ ਰਹਿ ਕੇ ਗਿਆ ਸੀ। ਉਹਦਾ ਵੀ ਖਾਲਿਸਤਾਨ ਜਵਾਬ ਦੇ ਕਮਾਂਡੋ ਦਿਓ ਜੀ। ਆਰਪੀ ਸਿੰਘ ਸੀਗਾ, ਉਹਦੇ ਘਰ ਵੀ ਨਹੀਂ ਹਾਂ, ਰਿਹਾ ਪਤਾ ਸੀਗਾ, ਕਰ ਜਿਹੜਾ ਸਾਡੇ ਲਿਸਟ 'ਚ ਹੈ ਨਾ ਉਹਨਾਂ ਦਾ। ਮੁਖੇਜਾ ਜੀ ਤੁਸੀਂ ਪੰਜਾਬ ਤੱਥਾਂ ਦੀ ਗਏ ਨੂੰ ਕਿੰਨਾ time ਹੋ ਗਿਆ ਜੀ ਉਹਨਾਂ ਮੁਖੇਜਾ ਜੀ ਨੇ ਮੈਂ ਕਲੀਅਰ ਕਰ ਦਿੰਦਾ, ਤੁਸੀਂ ਤੱਥਾਂ ਦੀ ਬਹੁਤ ਗੱਲ ਕਰਦੇ ਹੋ ਮੁਖੇਜਾ ਜੀ। ਤੁਸੀਂ ਆਪਣੀ ਤੁਸੀਂ ਸਿੱਧੀ ਕਰਕੇ ਸਵਾਲ ਬੈਠਿਆ ਕਰੋ। ਚੱਲੀਏ। ਜਿਹੜੇ ਆਰਪੀ ਸਿੰਘ ਜੀ ਦੇ ਪਹਿਲੀ ਗੱਲ, ਜਿਹੜੇ ਤੁਸੀਂ ਕਮਾਂਡੋ ਖਾਲਸਾ ਫੋਰਸ ਦੀ ਗੱਲ ਕਰ ਰਹੇ ਹੋ, ਉਹ ਆਰਪੀ ਸਿੰਘ ਸੀਗੇ, ਉਹ ਪੰਜਾਬ ਦੇ ਜਿਹੜੀ ਸਿੱਖ ਜਥੇਬੰਦੀਆਂ, ਮੈਂ ਇਸ ਦਾ ਕਲੀਅਰ ਕਰ ਦਿੰਦਾ ਨਾ ਸੰਖੇਪ ਚ। ਜਿਹੜੇ ਆਰਪੀ ਸਿੰਘ ਜੀ ਦੇ ਘਰ ਰਹੇ ਸੀਗੇ, ਉਹ ਬੰਦੀ ਜਿਹੜੇ ਕ੍ਰਿਮੀਨਲਸ ਹੁੰਦੇ ਆ, ਉਹਨਾਂ ਦੇ ਰਿਫਾਰਮਸ ਦੀ ਗੱਲ ਕਰਦੇ ਆ, ਤੇ ਉਹਨਾਂ ਦੇ ਕਿਰਾਏ ਦੇ ਉੱਪਰ ਆਮ ਆਦਮੀ ਪਾਰਟੀ ਦਾ ਇੱਕ ਵਲੰਟੀਅਰ ਰਹਿੰਦਾ ਸੀਗਾ। ਉਹ ਆਰਪੀ ਸਿੰਘ ਦੇ ਘਰ ਨਹੀਂ ਰਹੇ ਸੀਗੇ, ਉਹ ਆਰਪੀ ਸਿੰਘ ਦੇ ਕਿਰਾਏਦਾਰ ਦੇ ਘਰ ਰਹੇ ਸੀਗੇ ਜਨਾਬ। ਅੱਛਾ, ਇੱਕ ਮਿੰਟ, ਹੁਣ ਅਗਲਾ ਸਵਾਲ ਲੈਂਦੇ ਆ ਜੀ। ਅਗਲਾ ਸਵਾਲ ਲੈਂਦੇ ਆ। ਮੇਰਾ ਸਵਾਲ ਹੈ ਬੀਜੇਪੀ ਨੂੰ, ਕਿ ਬੀਜੇਪੀ ਨੂੰ ਲੋਕ ਜੋ ਜਨਤਾ ਹੈ ਵੋਟਾਂ ਕਿਉਂ ਪਾਉਣ? ਸਭ ਤੋਂ ਪਹਿਲੀ ਗੱਲ ਜੀ, ਕਿ ਨਰਿੰਦਰ ਮੋਦੀ ਸਰਕਾਰ ਨੇ, ਸਾਡੇ ਮਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰੀ ਦੁਨੀਆ ਦੇ ਵਿੱਚ ਭਾਰਤ ਦਾ ਸਿਰ ਉੱਚਾ ਕੀਤਾ ਹੈ। ਜੀ, ਅੱਜ ਉਹ ਭਾਰਤ ਦੇ ਨਹੀਂ ਬਲਕਿ ਪੂਰੇ ਵਿਸ਼ਵ ਦੇ ਲੋਕਪ੍ਰਿਯ ਨੇਤਾ ਹੈ। ਦੂਜੀ ਗੱਲ, ਜੋ ਕੰਮ ਇੱਕ ਸੰਵਿਧਾਨ ਦਾ ਹੈ ਉਹ ਉਹਨਾਂ ਨੇ ਕੀਤਾ। ਧਾਰਾ 370 ਖਤਮ ਕੀਤੀ ਜੀ, 31 ਖਤਮ ਕੀਤਾ। ਜੋ ਰਾਮ ਮੰਦਿਰ ਦਾ ਮਸਲਾ ਕਾਂਗਰਸ ਨੇ ਇੰਨੇ ਸਾਲਾਂ ਤੋਂ ਉਲਝਾਇਆ ਹੋਇਆ ਸੀ, ਉਹਨੂੰ ਬੜੇ ਅਮਨ ਸ਼ਾਂਤੀ ਦੇ ਨਾਲ ਸੁਲਝਾਇਆ। ਰਾਮ ਮੰਦਿਰ ਜੀ ਦਾ ਨਿਰਮਾਣ ਚੱਲ ਰਿਹਾ ਹੈ, ਬਹੁਤ ਦੇਰ ਤੋਂ ਲਟਕਿਆ ਹੋਇਆ ਸੀ ਮਸਲਾ। ਇਹੋ ਜਿਹੇ ਮਸਲੇ ਹੱਲ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਜੀ ਪਰਸੋਂ ਆਏ ਸੀ ਜਲੰਧਰ। ਉਹਨਾਂ ਨੇ ਪੰਜਾਬੀਅਤ ਵਾਸਤੇ, ਪੰਜਾਬੀ ਭਾਈਚਾਰੇ ਵਾਸਤੇ ਜੋ ਗੱਲਾਂ ਕਹੀਆਂ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਜੋ ਉਹਨਾਂ ਨੇ ਅਨਾਉਂਸਮੈਂਟ ਕੀਤੀਆਂ। ਤੀਜੀ ਗੱਲ, ਜੋ ਰਾਜਪੁਰੇ ਤੋਂ ਉਮੀਦਵਾਰ ਹੈ, ਸਾਡੇ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਬਾਹਰ ਲਏ ਹੈ ਜੀ। ਲੋਕਾਂ ਦੀ ਇਹ ਮੰਗ ਸੀ ਕਿ ਸਾਡਾ ਲੋਕਲ ਉਮੀਦਵਾਰ ਹੋਣਾ ਚਾਹੀਦਾ। ਅਸੀਂ ਲੋਕਲ ਉਮੀਦਵਾਰ ਦਿੱਤਾ। ਲੋਕਾਂ 'ਚ ਪੂਰਾ ਉਤਸ਼ਾਹ ਹੈ, ਲੋਕਾਂ 'ਚ ਪੂਰੀ ਲਹਿਰ ਹੈ, ਸਾਡਾ ਉਮੀਦਵਾਰ ਜਿੱਤੂਗਾ। ਆਪਣੇ ਰਵਿੰਦਰ ਜੀ, ਸੌਰੀ ਆਪਣੇ ਰਾਜੂ ਜੀ, ਤੁਹਾਡੇ ਤੋਂ ਲੈਣਾ 370 31 ਇਹ ਰਾਮ ਮੰਦਿਰ ਨੇ, ਇਸ ਵਿਸ਼ੇ ਤੇ ਇਹ ਵੋਟਾਂ ਮੰਗ ਰਹੇ ਆ ਲੋਕਾਂ ਨੂੰ। ਬੇਸਿਕਲੀ ਨਾ ਜੀ, ਇਹ ਬੀਜੇਪੀ ਦਾ ਮੁੱਦਾ ਇਹੀ ਹੈ, ਇਹਨਾਂ ਨੇ ਪੋਲਰਾਈਜ਼ ਕਰਨਾ ਸੀਗਾ ਇੱਕ ਕਮਿਊਨਿਟੀ ਨੂੰ। ਉਹਨੂੰ ਖੁਸ਼ ਕਰਨ ਲਈ ਇਹਨਾਂ ਨੇ ਸਾਰੇ ਕੰਮ ਕੀਤੇ ਨੇ, ਜਦ ਕਿ ਮੇਜਰ ਇਹਨਾਂ ਦੀ ਪ੍ਰੋਬਲਮ ਆਈ ਹੈ। ਦੇਖੋ, ਇਹਨਾਂ ਨੇ ਖੇਤੀ ਕਾਨੂੰਨ ਲਾਤੇ, 800 ਬੰਦਾ ਮਰ ਗਿਆ ਉੱਥੇ। ਉਸ ਤੋਂ ਬਾਅਦ ਮਾਫੀ ਵੀ ਮੰਗੀ। ਦੇਖੋ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ। ਜੇ ਪਹਿਲਾਂ ਸਹਿਮਤੀ ਨਾਲੇ ਉਹਨੂੰ ਨਿਬੇੜ ਲੈਂਦੇ, ਜਾਂ ਲੋਕੀ ਰੋਲਾ ਪਾਉਣ ਲੱਗੇ ਸੀ। ਆਪਾਂ ਮੈਂ ਤੁਹਾਨੂੰ ਮਾਫੀ ਅੱਜ ਵੀ ਉਹਨਾਂ ਨੇ ਸ਼ਹੀਦ ਨਹੀਂ ਮੰਗਦੇ। ਮਾਫੀ ਮੰਗੀ ਹੈ ਜੀ, ਉਹਨਾਂ ਨੇ ਪਿੱਠਾ ਜੀ ਇਸ ਗੱਲ ਨੂੰ ਜੇਕਰ ਗੱਲ ਪੂਰੀ ਹੋਣ ਦਿਓ ਜੀ, ਇੱਕ ਗੱਲ ਪੂਰੀ ਹੋਣ ਦਿਓ। ਪਿੱਠਾ ਜੀ, ਪ੍ਰਧਾਨ ਮੰਤਰੀ ਨੇ ਕੋਈ ਮਾਫੀ ਨਹੀਂ ਮੰਗੀ। ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਲੋਕਾਂ ਨੂੰ ਸਮਝਾਉਣ 'ਚ ਅਸਫਲ ਰਹੇ ਹਾਂ। ਰਵਿੰਦਰ ਜੀ ਤੁਹਾਡੇ ਕੋਲ ਆਵਾਂਗੇ, ਪਹਿਲਾਂ ਰਾਜੂ ਜੀ ਦੀ ਗੱਲ। ਜੇ ਆਪਾਂ ਕਿਸੇ ਨੂੰ ਇੱਕ ਗਿਫਟ ਦੇ ਰਹੇ ਹਾਂ, ਉਹ ਲੈਣਾ ਨਹੀਂ ਚਾਹੁੰਦਾ, ਆਪਾਂ ਧੱਕੇ ਨਾਲ ਕਿਵੇਂ ਦੇ ਸਕਦੇ ਹਾਂ ਜੀ ਉਹਨੂੰ ਗਿਫਟ? ਵਾਪਸ ਲੈ ਲਈ। ਆ ਖੇਤੀ ਕਾਨੂੰਨ ਧੱਕੇ ਨਾਲ ਦਿੱਤਾ ਹੋਇਆ ਗਿਫਟ, ਵਾਪਸ ਲੈ ਲਈ। ਵਾਪਸ ਲਿੱਤੀ ਨਾ ਫਿਰ ਉਹ। ਉਦੋਂ ਤਾਂ ਤੁਸੀਂ ਸਮਰਥਨ ਕਰ ਰਹੇ ਸੀ। ਬਿਲਕੁਲ ਸਮਰਥਨ ਨਹੀਂ ਸੀ ਕੀਤਾ। ਪ੍ਰਕਾਸ਼ ਸਿੰਘ ਬਾਦਲ, ਅਸੀਂ ਅਸਤੀਫਾ ਦਿੱਤਾ ਜੀ। ਬਾਦਲ ਸਾਹਿਬ ਨੇ ਵੀ ਸਮਰਥਨ ਕੀਤਾ। ਬਿਲਕੁਲ ਨਹੀਂ ਕੀਤਾ, ਬਿਲਕੁਲ ਕੀਤਾ। ਅਸੀਂ ਅਸਤੀਫਾ ਦਿੱਤਾ ਜੀ, ਅਸੀਂ ਅਸਤੀਫਾ ਦਿੱਤਾ ਹੈ। ਪਾਰਟੀ ਨੇ ਇਹਨਾਂ ਨਾਲ ਸਮਝੌਤਾ ਤੋੜਿਆ। ਇਹਨਾਂ ਨੂੰ ਚਾਹੀਦਾ ਸੀਗਾ ਮਹਿੰਗਾਈ ਦੇ ਮੁੱਦੇ ਤੇ ਕੀ ਹੈ, ਮਹਿੰਗਾਈ ਆਈ ਹੈ, ਮਹਿੰਗਾਈ ਦੇ ਮੁੱਦੇ ਤੇ ਜ਼ੀਰੋ। ਕਿ ਤੁਹਾਡਾ ਵੋਟ ਬੈਂਕ ਹਿੱਲ ਰਿਹਾ ਸੀ। ਇੱਕ ਮਿੰਟ, ਮਹਿੰਗਾਈ ਦੇ ਮੁੱਦੇ ਤੇ ਜ਼ੀਰੋ ਪਰਫਾਰਮੈਂਸ। ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਬੰਧਨ ਸੀ, ਠੀਕ ਹੈ। ਜਦ ਇਹ 3 ਕ੍ਰਿਸ਼ੀ ਕਾਨੂੰਨ ਲਾਗੂ ਹੋਏ, ਇਹਨਾਂ ਨੇ ਪਹਿਲਾਂ ਸਮਰਥਨ ਕੀਤਾ। ਬਿਲਕੁਲ ਦਿਖਾਓ ਜੀ ਕਿੱਥੇ ਸਾਈਨ ਨੇ। ਪਹਿਲਾਂ ਮੇਰੀ ਗੱਲ ਸੁਣੋ। ਜਦ ਇੱਕ ਪਾਰਟੀ ਦੇ ਨਾਲ ਅਲਾਈਅੰਸ ਹੁੰਦਾ ਹੈ, ਮੈਂ ਤੁਹਾਨੂੰ ਜਵਾਬ ਦੇ ਰਿਹਾ। ਜਦ ਇੱਕ ਪਾਰਟੀ ਦਾ ਮੇਰੀ ਗੱਲ ਪੂਰੀ ਹੋਣ ਦਿਓ ਰਾਜੂ ਜੀ। 25 ਸਾਲ ਪੁਰਾਣਾ ਅਲਾਈਅੰਸ ਹੁੰਦਾ ਹੈ, ਮੇਰੀ ਗੱਲ ਪੂਰੀ ਹੋਣ ਦਿਓ। ਅੰਦਰ ਬਹਿ ਕੇ ਹੀ ਅਗਲੇ ਵਿਰੋਧ ਕਰਦੇ ਨੇ। ਪਹਿਲਾਂ ਵਿੱਚ ਬੈਠ ਕੇ ਆਪਸ ਵਿੱਚ ਵਿਰੋਧ ਕੀਤਾ ਜਾਂਦਾ ਹੈ। ਪਹਿਲਾਂ ਅੰਦਰ ਬਹਿ ਕੇ ਵਿਰੋਧ ਕੀਤਾ, ਸਾਈਨ ਅੱਜ ਤੱਕ ਨਹੀਂ ਕਿਤੇ। ਮੇਰੀ ਗੱਲ ਸੁਣੋ। ਇਹ ਪਾਰਟੀ ਉੱਤੇ ਸੀਗੀ, ਇਹ ਉੱਤੇ ਸੀ, ਇਹਨਾਂ ਦਾ ਵਿਰੋਧ ਨਹੀਂ ਕੀਤਾ ਉੱਤੇ। ਖਿਲਾਫ ਵੋਟ ਪਾਈ ਹੈ ਜਨਾਬ, ਬਿਲਕੁਲ ਨਹੀਂ ਪਾਈ। ਵਾਕਆਊਟ ਕਰ ਗਏ ਸੀਗੇ। ਤੁਹਾਡਾ ਸ਼ਰਾਬੀ ਉੱਠ ਕੇ ਬਾਹਰ ਆ ਗਿਆ ਸੀਗਾ। ਹੁਣ ਮੈਂ ਵਿਰੋਧ 'ਚ ਵੋਟ ਪਾਈ ਹੈ। ਗੱਲ ਕਰ ਰਹੇ ਹੋ, ਕਿੱਥੇ ਵਿਰੋਧ 'ਚ ਪਾਈ ਹੈ? ਜਨਾਬ, ਅਕਾਲੀ ਦਲ ਅਕਾਲੀ ਦਲ ਨੇ ਵਿਰੋਧ 'ਚ ਵੋਟ ਪਾਈ ਹੈ। ਪਾਰਟੀ ਹੈ ਸਿਮਰਨਜੀਤ, ਤੁਹਾਡੇ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਇੰਟਰਵਿਊ ਦਿੰਦੇ ਨੇ। ਇਹ ਗਲਤ
ਫੈਮਿਲੀ ਚ ਆ ਗਿਆ ਤੁਹਾਡੀ ਫੈਮਿਲੀ ਕਿ ਦਾ ਕਿਆ ਇਹ ਕਿਸਾਨ ਤੁਹਾਡੀ ਅੰਦੋਲਨ ਕਰ ਪਾਰਟੀ ਰਿਹਾ? ਦਾ ਤਾਂ ਇੱਕ ਸਰਪੰਚ ਵੀ ਅਸਤੀਫਾ ਨਹੀਂ ਦਿੰਦਾ। ਸਾਡੇ ਤਾਂ ਮੁੱਖ ਮੰਤਰੀ ਜਿੰਨਾ ਉਹਦਾ ਹੁੰਦਾ ਸੈਂਟਰ ਦੇ ਮੰਤਰੀ ਕੋਲ, ਉਹਨੇ ਅਸਤੀਫਾ ਦੇ ਕੇ ਤੁਹਾਡਾ ਜਿਹੜਾ ਤੁਹਾਡਾ ਮੁੱਖ ਮੰਤਰੀ ਦਾ ਕੈਂਡੀਡੇਟ ਹੈ, ਤੁਹਾਡਾ ਪਾਰਟੀ ਦਾ ਪ੍ਰਧਾਨ ਹੈ, ਉਹ ਕਹਿ ਕੇ ਮੁੱਕਰ ਗਿਆ ਜੇ ਮਜੀਠੀਆ ਨਾਲ ਸਮਝੌਤਾ ਹੋਇਆ ਮੈਂ ਅਸਤੀਫਾ ਦੇ ਦੂੰਗਾ। ਅੱਜ ਟਕਸਾਲੀ ਇਹਨਾਂ ਦੇ ਅਕਾਲੀ ਪ੍ਰਧਾਨ ਨੇ ਮਜੀਠੀਆ ਸਾਹਿਬ ਤੋਂ ਮਾਫੀ ਸੁਖਦੇਵ ਮੰਗੀ, ਸਿੰਘ ਉਹਨੇ ਢੀਂਡਸਾ ਫਿਰ ਨਹੀਂ ਦਿੱਤਾ। ਸਾਡੇ ਨਾਲ ਹੈ ਸੁਖਦੇਵ ਸਿੰਘ ਜੀ ਉਹ ਤਾਂ ਪਹਿਲਾਂ ਹੀ ਤੁਹਾਡੇ ਨਾਲ ਰਲ ਗਿਆ ਸੀਗਾ ਜੀ, ਇਹ ਗੱਲ ਉਹ ਤਾਂ ਪਹਿਲਾਂ ਹੀ ਤੁਹਾਡੇ ਨਾਲ ਰਲਿਆ ਪਹਿਲਾਂ ਹੋਇਆ ਤੁਸੀਂ ਸੀਗਾ, ਸਾਡੇ ਨਾਲ ਸੀ। ਇੱਕ ਮਿੰਟ ਨਾਲ ਸੀਗੇ, ਨਾਲ ਸੀ ਕਿਸੇ ਮੁੱਦੇ ਤੇ ਅਸਤੀਫਾ ਦਿੱਤਾ ਨਾ ਜੀ ਹਰਸਿਮਰਤ ਜੀ ਨੇ। ਗਲਤਫਹਿਮੀ ਚ ਆ ਗਏ ਐਕਚੁਅਲੀ ਕੀ ਹੈ? ਕੋਈ ਗਲਤਫਹਿਮੀ ਨਹੀਂ ਸੀ, ਅਸੀਂ ਸਿਰਫ ਕਿਸਾਨਾਂ ਲਈ ਦਿੱਤਾ ਹੈ ਜੀ। ਐਡਵੋਕੇਟ ਸਾਹਿਬ ਸੰਖੇਪ ਚ। बहुत देर कर दी मेहरबा आते आते ਜਿਹੜੇ ਰਾਜੂ ਜੀ ਕਹਿ ਰਹੇ ਨੇ ਦੋਨੋਂ ਪਾਰਟੀਆਂ, ਮੈਂ ਪਹਿਲਾਂ ਹੀ ਕਿਹਾ ਕਿ 750 ਕਿਸਾਨਾਂ ਦੀ ਸ਼ਹਾਦਤ ਦੀ ਜ਼ਿੰਮੇਵਾਰ ਪਾਰਟੀ ਹੈ ਬੀਜੇਪੀ ਪਾਰਟੀ। ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਮੰਗੀ ਹੈ, ਕੋਈ ਮਾਫੀ ਨਹੀਂ ਮੰਗੀ। ਇੱਕ ਸ਼ਬਦ ਦਿਖਾ ਦਿਓ ਮਾਫੀ ਦਾ, ਪ੍ਰਦੀਪ ਜੀ ਇੱਕ ਸ਼ਬਦ ਦਿਖਾ ਲਓ। ਉਹਨਾਂ ਨੇ ਕੀ ਕਿਹਾ? ਮੈਂ ਦੱਸਦਾ ਕੀ ਕਿਹਾ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਗੱਲ ਹੈ, ਅਸੀਂ ਪੰਜਾਬ ਦੇ ਲੋਕਾਂ ਨੂੰ ਬਿੱਲਾਂ ਬਾਰੇ ਸਮਝਾਉਣ 'ਚ ਅਸਮਰਥ ਰਹੇ। ਉਹਨਾਂ ਨੇ ਇਹ ਨਹੀਂ ਕਿਹਾ ਵੀ 750 ਕਿਸਾਨ ਸਾਡੀ ਗਲਤੀ ਕਰਕੇ ਮਰੇ ਨੇ, ਉਹਨਾਂ ਨੇ ਇਹ ਨਹੀਂ ਕਿਹਾ। ਤੇ ਅਕਾਲੀ ਦਲ ਪਾਰਟੀ ਜਿਹੜੀ ਅੱਜ ਸੱਚੀ ਸੁੱਚੀ ਪਾਰਟੀ ਬਣ ਰਹੀ ਹੈ, ਇਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਇੰਟਰਵਿਊ ਅੱਜ ਵੀ ਤੁਹਾਨੂੰ ਕੱਢ ਕੇ ਸੁਣਾ ਸਕਦਾ। ਇਕਨੋਮਿਕ ਟਾਈਮ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਪਹਿਲਾਂ ਇੱਕ ਦਿਨ ਇਕਨੋਮਿਕ ਟਾਈਮ ਦੇ ਵਿੱਚ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਕਿਸਾਨਾਂ ਦੇ ਖਾਤਿਆਂ 'ਚ ਕਿੰਨੇ ਪੈਸੇ ਪੈ ਰਹੇ? ਪੂਰਾ ਇੰਟਰਵਿਊ ਕਿੰਨੇ ਪੈਸੇ ਪੈ ਰਹੇ? ਬਿੱਲਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਵਾਹਿਦ ਇੱਕ ਪਾਰਟੀ ਹੈ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਦਿੱਲੀ ਦਾ ਬਣਾ ਕੇ ਰਵਿੰਦਰ ਜੀ ਇੱਕ ਆਮ ਆਦਮੀ ਦਿੱਲੀ ਦਾ ਸਪੈਸ਼ਲ ਸੈਸ਼ਨ, ਦਿੱਲੀ ਲੈਜਿਸਲੇਟਿਵ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਬਣਵਾ ਕੇ ਉਹਨਾਂ ਬਿੱਲਾਂ ਨੂੰ ਪਾੜਿਆ ਗਿਆ। ਆਮ ਆਦਮੀ ਪਾਰਟੀ ਇੱਕ ਵਾਹਿਦ ਤੁਸੀਂ ਇਹ ਦਿੱਲੀ ਦੀ ਗੱਲ ਕਰਦੇ ਨੇ, ਦਿੱਲੀ ਦੇ ਵਿੱਚ ਤੇ ਇਹਨਾਂ ਨੂੰ ਅਗਲਾ ਸਭ ਤੋਂ ਪਹਿਲਾਂ ਪਾਸ ਕੀਤਾ ਜੀ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਤੁਸੀਂ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਐਡਵੋਕੇਟ ਸਾਹਿਬ। ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਇਹ ਖੇਤੀ ਕਾਨੂੰਨ ਇਹਨਾਂ ਨੇ ਪਾਸ ਕੀਤਾ। ਤੁਸੀਂ ਆਰਟੀਆਈ ਚੋਣੇ ਪਾਸ ਕੀਤਾ ਇਹਨਾਂ ਨੇ, ਤੁਸੀਂ ਮੋਬਾਈਲ ਤੇ ਕੱਢੋ, ਇਹਨਾਂ ਨੇ ਪਾਸ ਕੀਤਾ ਹੋਇਆ। ਇਹਨਾਂ ਦਾ ਸ਼ਰਾਬੀ ਪ੍ਰਧਾਨ, ਬੇਟਾ ਜੀ ਇਹਨਾਂ ਦਾ ਸ਼ਰਾਬੀ ਪ੍ਰਧਾਨ ਉੱਥੋਂ ਸੰਸਦ ਚੋਂ ਗੱਪੀ ਕਹੀ ਜੋ ਜੀ ਤੁਸੀਂ ਤੁਹਾਡਾ ਕਹਿਣ ਦਾ ਕੀ ਹੈ? ਤੁਹਾਡੇ ਦਾ ਪ੍ਰੂਫ ਤੁਹਾਡਾ ਐਮਪੀ ਬੋਲਦਾ ਸੀ ਕਿ ਇਹਦੇ ਕੋਲ ਮੁਸ਼ਕ ਆਂਦੀ ਹੈ, ਉਹ ਉੱਠ ਕੇ ਆਇਆ। ਇਹਨਾਂ ਦਾ ਪ੍ਰਧਾਨ ਉੱਥੋਂ ਉੱਠ ਕੇ ਆਇਆ, ਉੱਠ ਕੇ ਬਾਹਰ ਚਲਾ ਗਿਆ। ਉਹਨੇ ਕਿਤੇ ਵੋਟ ਨਹੀਂ ਪਾਈ ਇਹਨਾਂ ਦੇ ਪ੍ਰਧਾਨ ਨੇ। ਸਾਡੀ ਵੋਟਾਂ ਦੋਨੋਂ ਖਿਲਾਫ ਪਈਆਂ ਨੇ ਜੀ, ਦੋਨੋਂ ਐਮਪੀਆਂ ਦੀਆਂ, ਜਿਹੜੇ ਸਾਡੇ ਰਾਜ ਸਭਾ ਦੇ ਐਮਪੀ ਹੈ। ਸੁਖਦੇਵ ਸਿੰਘ ਢੀਂਡਸੇ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਵਿਰੋਧ ਕੀਤਾ। ਇੱਕ ਪਾਰਟੀ ਨਾਲ ਜਿਹਦਾ ਸਾਡਾ ਪਹਿਲਾ ਸਮਝੌਤਾ ਹੁੰਦਾ ਹੈ, ਆਪਣਾ ਪਰਿਵਾਰ ਇਕੱਠਾ ਹੁੰਦਾ, ਆਪਾਂ ਪਹਿਲਾਂ ਪਰਿਵਾਰ ਦੇ ਵਿੱਚ ਬਹਿ ਕੇ ਗੱਲ ਕਰਦੇ ਹਾਂ ਕਿ ਨਹੀਂ? ਇਹਨਾਂ ਨੂੰ ਕੀ ਪਤਾ ਇਹਨਾਂ ਚੀਜ਼ਾਂ ਦਾ? ਇਹਨਾਂ ਕੋਲ ਕੋਈ ਮੁੱਦਾ ਹੀ ਨਹੀਂਗਾ। ਇਹਨਾਂ ਕੋਲ ਤਾਂ ਜਿਹੜੇ ਇਹਨਾਂ ਦੇ ਪਾਰਟੀ ਦੇ ਜਿਹੜੇ ਮੁੱਦੇ ਸੀਗੇ ਵੀ ਅਸੀਂ ਦਿਆਂਗੇ ਜੀ, ਫਲਾਣੇ ਨੂੰ ਟਿਕਟ ਦਿਆਂਗੇ, ਕਿਹਨੂੰ ਟਿਕਟਾਂ ਦਿੱਤੀਆਂ ਜੀ ਇਹਨਾਂ ਨੇ? ਸਾਰੇ ਅਕਾਲੀ ਦਲ ਤੋਂ ਚੱਕੇ ਹੋਏ ਬੰਦੇ, ਸਾਰੇ ਕਾਂਗਰਸ ਤੋਂ ਚੱਕੇ ਹੋਏ ਬੰਦੇ। ਇਹਨਾਂ ਦੀ ਆਮ ਪਾਰਟੀ ਕਿੱਥੇ ਗਈ ਜੀ? ਕਿਹੜੇ ਆਮ ਪਾਰਟੀ ਦੇ ਬੰਦੇ ਇਹਨਾਂ ਚ ਕਿਹੜਾ ਮੁੱਦਾ ਰਹਿ ਗਿਆ ਇਹਨਾਂ ਕੋਲ? ਸਮਰਥਨ ਮਿੱਠਾ ਜੀ ਅਕਾਲੀ ਦਲ ਨੇ ਵੀ ਕੀਤਾ, ਸਮਰਥਨ ਬਿਲਕੁਲ ਸਮਰਥਨ ਨਹੀਂ ਕੀਤਾ, ਬਿਲਕੁਲ ਸਮਰਥਨ ਅਕਾਲੀ ਦਲ ਨੇ ਕੀਤਾ। ਕਿਸਾਨੀ ਵੋਟਾਂ ਆਪ ਨੇ ਤਾਂ ਪਾਸ ਕੀਤਾ ਜੀ, ਵਿਧਾਨ ਸਭਾ ਦੇ ਵਿੱਚ ਮੁੱਦਾ ਪਾਸ ਕਰਿਆ। ਮੈਂ ਮਿੱਠਾ ਜੀ ਤੁਹਾਡੇ ਮਾਧਿਅਮ ਸਮਰਥਨ ਅਕਾਲੀ ਦਲ ਨੇ ਕਿਤੇ ਨਹੀਂ ਕੀਤਾ। ਅਕਾਲੀ ਦਲ ਦੇ ਕਿਤੇ ਸਾਈਨ ਹੋਣ ਤੁਸੀਂ ਦਿਖਾ ਦਿਓ। ਇਹਨਾਂ ਦਾ ਵਿੱਤ ਮੰਤਰੀ ਆ ਕੇ ਪਬਲਿਕਲੀ ਕਿਹਾ ਬਾਦਲ ਸਾਹਿਬ ਨੇ, ਮਨਪ੍ਰੀਤ ਬਾਦਲ ਸਾਹਿਬ ਨੇ ਪਬਲਿਕਲੀ ਕਿਹਾ, ਬਾਦਲ ਸਾਹਿਬ ਨੇ ਪਬਲਿਕਲੀ ਕਿਹਾ ਕਿ ਐਮਐਸਪੀ ਲਾਗੂ ਰਹੇਗੀ, ਇੱਕ ਕਰਕੇ ਐਮਐਸਪੀ ਲਾਗੂ ਰਹੇਗੀ, ਇਹ ਬਾਦਲ ਸਾਹਿਬ ਨੇ ਕਿਹਾ। ਮੇਰੀ ਬੇਨਤੀ ਹੈ ਚਾਰੇ ਲੀਡਰ ਨੂੰ ਇੱਕ ਸਾਈਨ ਹੋਏ ਆ, ਤੁਹਾਨੂੰ ਪਤਾ ਲੱਗੇ ਤੁਸੀਂ ਕੀ ਕਹਿੰਦੇ, ਤੁਹਾਡੀ ਗੱਲ ਜੇ ਸਾਈਨ ਹੋਏ ਆ, ਇਹਨਾਂ ਦੇ ਵਿੱਤ ਮੰਤਰੀ ਦੇ ਹੋਏ ਆ, ਮਨਪ੍ਰੀਤ ਬਾਦਲ ਦੇ ਹੋਏ ਆ। ਤੁਹਾਡੇ ਮਾਧਿਅਮ ਨਾਲ ਆਪਣੇ ਸਾਰੇ ਕੋ ਪੈਨਲਿਸਟ ਨੂੰ ਇੱਕ ਬੇਨਤੀ ਕਰੂੰਗਾ ਕਿ ਅਸੀਂ ਇਸ ਡਿਬੇਟ ਦਾ ਡੈਕੋਰਮ ਬਣਾ ਕੇ ਰੱਖੀਏ। ਜੀ ਬਿਲਕੁਲ, ਬਹੁਤ ਵਧੀਆ ਡਿਬੇਟ ਚੱਲ ਰਹੀ ਹੈ। ਜਿੱਦਾਂ ਰਾਜੂ ਜੀ ਨੇ ਸ਼ਰਾਬੀ ਕਿਹਾ, ਇਹ ਡੈਕੋਰਮ ਨਹੀਂ ਹੈ, ਡੈਰੋਗੇਟਰੀ ਰਿਮਾਰਕਸ ਆਪਾਂ ਕਿਸੇ ਪ੍ਰਤੀ ਨਾ ਦਈਏ। ਸੁੱਖਾ ਜੀ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਚੱਲਦੀਆਂ, ਤੁਸੀਂ ਆਪਣੀ ਭਾਸ਼ਾ ਕਰ ਲਓ ਜੀ। ਪਰ ਜਿਹੜੀ ਆਹ ਕ੍ਰਿਸ਼ੀ ਕਾਨੂੰਨਾਂ ਦੀ ਗੱਲ ਹੈ, ਮੈਂ ਇਸ ਤੇ ਬਹੁਤ ਕਲੈਰੀਫਾਈ ਕਰ ਦੇਣਾ ਚਾਹੁੰਦਾ। ਆਮ ਆਦਮੀ ਪਾਰਟੀ ਵਾਹਿਦ ਇੱਕ ਐਸੀ ਪਾਰਟੀ ਹੈ ਜਿਹਨੇ ਸਪੈਸ਼ਲ ਸੈਸ਼ਨ ਅਸੈਂਬਲੀ, ਦਿੱਲੀ ਅਸੈਂਬਲੀ ਦਾ ਬਣਾਇਆ, ਤੇ ਉਹਦੇ ਵਿੱਚ ਮੈਂ ਤੁਹਾਨੂੰ ਵੀਡੀਓਜ਼ ਦਿਖਾ ਸਕਦਾ। ਉਹਨਾਂ ਕ੍ਰਿਸ਼ੀ ਕਾਨੂੰਨਾਂ ਦੀ ਕਾਪੀਆਂ ਅਰਵਿੰਦ ਕੇਜਰੀਵਾਲ ਜੀ ਅਸੀਂ ਤੁਹਾਡੇ ਪਾਸ ਕੀਤੇ ਹੋਏ ਕਾਨੂੰਨ ਦੀ ਵੀ ਕਾਪੀਆਂ ਦਿਖਾ ਸਕਦੇ ਹਾਂ। ਤੁਸੀਂ ਦਿਓ ਜਵਾਬ, ਮੈਨੂੰ ਆਪਣੀ ਗੱਲ ਦੇ ਰਹੇ ਹਾਂ। ਆਮ ਆਦਮੀ ਪਾਰਟੀ ਨੇ ਕਾਪੀਜ਼ ਪਾੜੀਆਂ, ਤੇ ਅਕਾਲੀ ਦਲ ਜਿਹੜੀ ਅੱਜ ਸੱਚੀ ਸੁੱਚੀ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਹੀ ਨੇ। ਇਲੈਕਸ਼ਨਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। 100 ਦਿਨ ਦਾ ਪ੍ਰੋਗਰਾਮ ਬਣਾਇਆ ਸੀ ਸੁਖਬੀਰ ਬਾਦਲ ਨੇ। ਹਰੇਕ ਹਲਕੇ 'ਚ ਘੁੰਮਣ ਦਾ ਕਿਹਨਾਂ ਨੇ ਬੰਦ ਕਰਵਾਇਆ? ਕਾਂਗਰਸਾਂ ਨੇ। ਕਿੰਨੀਆਂ ਤੁਹਾਨੂੰ ਵੀਡੀਓਜ਼ ਦਿਖਾਵਾਂ, ਅਕਾਲੀ ਦਲ ਨੂੰ ਕਿਸਾਨ ਜਥੇਬੰਦੀਆਂ ਨੇ ਘੇਰ ਕੇ ਚਿੱਤਰ ਮਾਰੇ ਨੇ। ਕੀ ਨਹੀਂ ਇਹਨਾਂ ਦੇ ਉੱਪਰ ਸਲੂਕ ਕੀਤਾ ਗਿਆ? ਕਾਰਨ ਕੀ? ਤੁਹਾਡੇ ਵੀ ਬਰਾਬਰ ਦੀ
ਪਏ ਨੇ। ਪਾਰਲੀਮੈਂਟ ਦੇ ਵਿੱਚ ਇਹ ਕਿਸਾਨਾਂ ਦੇ ਖਿਲਾਫ ਭੁਗਤੇ ਨੇ। ਜਿਹੜੀ ਪੰਥਕ ਪਾਰਟੀ ਸੀ, ਕਦੀ ਕਿਸਾਨੀ ਚੋਂ ਨਿਕਲੀ ਹੋਈ ਪਾਰਟੀ ਸੀ, ਇਹਨਾਂ ਨੇ ਕਿਸਾਨਾਂ ਦੇ ਖਿਲਾਫ ਜਿਹੜੀ ਗਵਾਹੀ ਹੈ ਪੰਜਾਬ ਭਾਰਤ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਭਰੀ ਹੈ। ਕੋਈ ਸਾਡੀ ਗਵਾਹੀ ਨਹੀਂ, ਇੱਕ ਕਿਤੇ ਸਾਈਨ ਨਹੀਂ ਗਏ। ਇਹਨਾਂ ਦਾ 2022 ਦੀ ਇਲੈਕਸ਼ਨ ਜਿਹਨਾਂ ਨੂੰ ਭੁਗਤਣਾ ਇਹਨਾਂ ਨੇ ਦਿੱਲੀ ਵਾਲੀ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਹੋਏ ਆ, ਤੁਸੀਂ ਅੱਜ ਵੀ ਕਢਾ ਲਓ। ਡਬਲ ਡਿਜਿਟ ਵੀ ਨਹੀਂ ਦਿੱਲੀ ਦੇ ਵਿੱਚ ਸਿੰਗਲ ਡਿਜਿਟ ਪਾਰਟੀ ਰਹਿ ਜੂਗੀ ਇਹ। ਹਾਂਜੀ, ਇੱਕ ਮਿੰਟ ਮੈਂ ਇੱਥੇ ਤੁਹਾਡੀ ਪਾਰਟੀ ਤੋਂ ਉਹ ਵੀ ਨਹੀਂ ਰਹਿਣੀ ਜੀ। ਟਿਕਟਾਂ ਸਾਡੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਸੀ, ਜਦ ਮਰਜ਼ੀ ਮੋੜ ਲਿਆਈਏ। ਅੱਧੀਆਂ 45 ਟਿਕਟਾਂ ਦਿੱਤੀਆਂ ਕਾਂਗਰਸ ਵਾਲਿਆਂ ਨੂੰ, 30 ਤੋਂ 40 ਟਿਕਟਾਂ ਇਹਨਾਂ ਨੇ ਦਿੱਤੀਆਂ ਅਕਾਲੀ ਦਲ ਵਾਲਿਆਂ ਨੂੰ। ਤੁਹਾਡੇ ਪਾਰਟੀ ਵਾਲੇ ਤਾਂ ਬੰਦੇ ਨਹੀਂ ਤੁਹਾਡੇ ਕੋਲ ਕੋਈ ਟਿਕਟਾਂ ਦੇਣ ਨੂੰ। ਸਵਾਲ ਲੈ ਲਈਏ ਸਵਾਲ ਤੁਹਾਡੇ ਕੋਲ ਤਾਂ ਟਿਕਟਾਂ ਦੇਣ ਨੂੰ ਬੰਦੇ ਨਹੀਂ, ਕਾਹਦੀ ਪਾਰਟੀ ਹੈ? ਸਵਾਲ ਲਓ ਜੀ, ਆਡੀਅנס ਚੋਂ ਸਵਾਲ। ਕਮਿਊਨਿਟੀ ਤੋਂ ਆਂਦਾ, ਜਿਸ ਤਰ੍ਹਾਂ ਰਾਜੂ ਜੀ ਨੇ ਕਿਹਾ, ਉਹਨਾਂ ਨੇ ਇੱਕ ਕਮਿਊਨਿਟੀ ਵਾਸਤੇ ਕਰਿਆ, ਪ੍ਰਧਾਨ ਮੰਤਰੀ ਜੀ ਨੇ। ਮੈਂ ਕਹਿੰਦਾ ਪੰਜਾਬ 'ਚ ਉਹਨਾਂ ਨੇ ਸਾਡੇ ਹਿੰਦੂਆਂ ਵਾਸਤੇ ਕੁਝ ਨਹੀਂ ਕਰਿਆ, ਪਰ ਸਿੱਖਾਂ ਵਾਸਤੇ ਬਹੁਤ ਕੁਝ ਕਰਿਆ। ਨਨਕਾਣਾ ਸਾਹਿਬ ਦਾ ਰਸਤਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਜੀ ਨੇ ਖੋਲ੍ਹਿਆ, ਤੇ ਕਿੱਥੇ ਬੰਦ ਕਰਿਆ ਮਹਾਰਾਜ? ਜਾ ਕੇ ਦੇਖੋ, ਹੁਣ ਵੀ ਦਰਸ਼ਨ ਕਰਕੇ ਆ ਰਹੇ ਲੋਕ। ਉਸ ਤੋਂ ਬਾਅਦ GST ਤੇ ਲੰਗਰ ਤੇ ਜਿਹੜੀ GST ਲੱਗਦੀ ਸੀ ਉਹ ਵੀ ਹਟਾਈ, ਉਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਟਾਈ। ਸਵਾਲ ਦੱਸੋ, ਸਵਾਲ ਸਵਾਲ ਇਹੀ ਹੈ ਨਾ, ਇਹ ਕਹਿ ਰਹੇ ਇੱਕ ਕਮਿਊਨਿਟੀ ਵਾਸਤੇ ਕੰਮ ਕਰਿਆ, ਉਹ ਇੱਕ ਕਮਿਊਨਿਟੀ ਵਾਸਤੇ ਨਹੀਂ। ਮੈਂ ਉਹੀ ਗੱਲ ਕਹਿ ਰਿਹਾ ਹਾਂ, ਉਹਨਾਂ ਦੀ ਕਮਿਊਨਿਟੀ ਤੇ ਜਿਹੜੀ ਗੱਲ ਕਹੀ ਹੈ, ਮੈਂ ਹਿੰਦੂ ਕਮਿਊਨਿਟੀ ਤੋਂ ਆਉਂਦਾ, ਪਰ ਪੰਜਾਬ 'ਚ ਜਿਹੜਾ ਕੰਮ ਉਹ ਸਿੱਖਾਂ ਲਈ ਕਰ ਰਹੇ ਆ, ਉਹ ਉਸ ਤੋਂ ਉੱਪਰ ਕੋਈ ਨਹੀਂ ਕਰ ਸਕਦਾ। ਦੀਪਕ ਜੀ, ਤੁਹਾਨੂੰ ਇਹ ਪਤਾ ਨਹੀਂ ਸ਼ਾਇਦ, ਲੰਗਰਾਂ ਦੇ ਉੱਤੇ ਕਦੀ GST ਪਹਿਲਾਂ ਹੁੰਦੀ ਹੋਈ ਨਹੀਂ ਸੀਗੀ। ਠੀਕ ਹੈ, ਆਪਣੀ ਗੱਲ ਨੂੰ ਕਰੈਕਟ ਕਰਿਓ। ਲਾਈ ਕਿੰਨੇ ਆ? ਇਹਨਾਂ ਨੇ ਹੀ ਲਾਈ ਸੀ। ਤੁਸੀਂ ਲਾਈ, ਬਾਦਲ ਸਾਹਿਬ ਨੇ ਜਾ ਕੇ ਮਾਫ ਕਰਵਾਈ ਉਹਨਾਂ ਤੋਂ, ਹਰਸਿਮਰਤ ਕੌਰ ਨੇ ਕਰਤੀ ਲਾਈ ਕਿਉਂ? ਲਾਈ ਕਿਉਂ? ਅਲਾਈਅੰਸ ਕਿਹਦਾ ਸੀਗਾ ਉਸ ਅਲਾਈਅੰਸ ਤੇ ਤਾਂ ਹੀ ਕੈਨਸਲ ਕਰਾਈ ਨਾ ਜੀ ਜਾ ਕੇ। ਫਿਰ ਹੋ ਗਿਆ ਨਾ। ਹਾਂ, ਹੋ ਗਿਆ, ਪਰ ਲਾਈ ਕਿਉਂ? ਜੇ ਅਲਾਈਅੰਸ ਸੀ, ਕੋਈ ਤੁਸੀਂ ਵਿਰੋਧ ਕਰਦੇ। ਵਿਰੋਧ ਕਰਕੇ ਉਤਰਾਈ ਹੈ ਨਾ ਜੀ, ਵਿਰੋਧ ਕਰਕੇ ਹੀ ਉਤਰਾਈ ਹੈ। ਜਦ ਪਾਸ ਹੋਇਆ ਲਾਈ ਹੀ ਕਿਉਂ? ਉਦੋਂ ਤੁਸੀਂ ਰੌਲਾ ਕਿਉਂ? ਲੰਗਰ ਤੇ ਟੈਕਸ ਉੱਤੇ ਹੁੰਦਾ, ਜਿਹੜਾ ਉਦੋਂ ਹਰਸਿਮਰਤ ਕੌਰ ਟੈਕਸ ਹਮੇਸ਼ਾ ਬਿਜ਼ਨਸ ਤੇ ਹੁੰਦਾ, GST ਬਿਜ਼ਨਸ ਤੇ ਹੁੰਦਾ। GST ਲਾਗੂ ਹੋਇਆ, ਲੰਗਰ ਵਿਕਦਾ ਨਹੀਂ ਹੁੰਦਾ, ਲੰਗਰ ਤੇ ਲੱਗਣੀ ਹੀ ਨਹੀਂ ਸੀ ਚਾਹੀਦੀ। ਤੁਸੀਂ ਕਿਉਂ ਲਾਈ? ਉਦੋਂ ਕਿਉਂ ਬੋਲੀ? ਕਿਉਂ ਨਹੀਂ? ਉਦੋਂ ਹੀ ਕੈਨਸਲ ਕਰਾਈ ਨਾ। ਫਿਰ ਤੁਸੀਂ ਕਹਿੰਦੇ ਹੋ ਕੈਨਸਲ ਕੀਤੀ, ਕਦੀ ਵੀ ਨਹੀਂ ਸੀ ਹੁੰਦੀ। ਤੁਹਾਡੀ ਦੇਣ ਨਹੀਂ ਹੈ, ਕਰਤਾਰਪੁਰ ਸਾਹਿਬ ਦਾ BJP ਦੀ ਦੇਣ ਨਹੀਂ ਹੈ, ਕਦੀ ਵੀ ਨਹੀਂ ਸੀ ਹੁੰਦੀ। ਕਰਤਾਰਪੁਰ ਸਾਹਿਬ ਦਾ ਲੰਗਰ ਖਲਾਇਆ, ਉਹ ਵੀ ਝੂਠ ਹੈ। ਇੱਕ ਸਵਾਲ ਆਡੀਅנס ਚੋਂ। ਹਾਂਜੀ ਸੱਚੇ। ਮੈਂ ਪੁੱਛਣਾ ਚਾਹੁੰਦਾ ਪਹਿਲਾਂ ਇੱਥੇ ਆਪਣਾ ਭਾਜਪਾ ਦਾ ਆਪਣਾ ਗਠਬੰਧਨ ਰਿਹਾ ਅਕਾਲੀ ਦਲ ਨਾਲ, ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ, ਹੁਣ ਵੀ ਕਾਂਗਰਸ ਦੀ ਸਰਕਾਰ ਹੈਗੀ ਹੈ। ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਪਾਂ ਉਰੇ ਪਰੇ ਦੀ ਨਾ ਗੱਲ ਕਰਕੇ ਆਪਾਂ ਆਪਣੇ ਸ਼ਹਿਰ ਦੀ ਗੱਲ ਕਰੀਏ, ਜਿਹੜੀ ਇਹ ਸਾਰਿਆਂ ਵਾਸਤੇ ਜ਼ਰੂਰੀ ਹੈ। ਉਹ ਗੱਲ ਇੱਦਾਂ ਆ ਕਿ ਜੇ ਆਪਾਂ ਦੇਖੀਏ ਅੱਜ ਤੋਂ 20-22 ਸਾਲ ਪਹਿਲਾਂ ਆਪਾਂ ਪਿੱਛੇ ਜਾ ਕੇ ਦੇਖੀਏ, ਇਹ ਜਿਹੜਾ ਮਹਿੰਦਰਗੰਜ ਏਰੀਆ ਸੀ, ਇਹ ਇੱਕ ਹੱਬ ਸੀਗਾ ਕਾਰੋਬਾਰ ਦਾ। ਅੱਜ ਉਹ ਹੱਬ ਕਿੱਥੇ ਗਿਆ? ਅੱਜ ਤੁਸੀਂ ਜਾ ਕੇ ਦੇਖੋ, ਪੂਰੇ ਮਹਿੰਦਰਗੰਜ ਦੇ ਵਿੱਚ ਕਿਸੇ ਵੀ ਦੁਕਾਨਦਾਰ ਕੋਲੋਂ ਤੁਸੀਂ ਪੁੱਛੋ ਜਾ ਕੇ ਵੀ ਉਹ ਅਗਰ 14 ਘੰਟੇ ਦੁਕਾਨ ਤੇ ਡਿਊਟੀ ਦਿੰਦਾ, ਉਹ ਰਾਤ ਨੂੰ ਉਹ ਕਿੰਨੇ ਪੈਸੇ ਵੱਟ ਕੇ ਘਰ ਲੈ ਕੇ ਜਾਂਦਾ ਹੈ। ਠੀਕ ਹੈ ਜੀ। ਫਿਰ ਤੁਸੀਂ ਇਹ ਦੇਖੋ, ਇੱਥੋਂ ਬੱਸ ਸਟੈਂਡ ਟੋਟਲੀ ਇਹਨਾਂ ਨੇ ਖਤਮ ਕਰਤਿਆ, ਤੇ ਰਹਿੰਦਾ ਖੁੰਦਾ ਇੱਕ ਥਾਣਾ ਸੀ, ਉਹਦੀ ਬਿਲਡਿੰਗ ਉੱਤੇ ਬਣ ਗਈ ਹੈ। ਜੇ ਕੱਲ ਨੂੰ ਰਾਤ ਨੂੰ ਉਰੇ ਬਾਈ ਚਾਂਸ ਕੋਈ ਝਗੜਾ ਹੋ ਜਾਂਦਾ, ਕਿਆ ਪਹਿਲਾਂ ਅਸੀਂ ਮੋਟਰਸਾਈਕਲ ਨੂੰ ਕਿੱਕ ਮਾਰ ਕੇ, ਇੱਕ ਮਿੰਟ ਮਿੱਠਾ ਜੀ ਮੇਰੀ ਪਹਿਲਾਂ ਪੂਰੀ ਗੱਲ ਸੁਣ ਲਓ, ਕਿਆ ਅਸੀਂ ਰਪਟ ਲਗਾਉਣ ਉੱਥੇ ਜਾਈਏ? ਸਾਡੇ ਵਾਸਤੇ ਉਰੇ ਲੋਕਲ ਬਸ਼ਿੰਦਿਆਂ ਵਾਸਤੇ, ਜਿਹੜੇ ਜੱਦੀ ਪੁਸ਼ਤੀ ਜਿਹੜੇ ਬੰਦੇ ਆ, ਇਸ ਇਲਾਕੇ ਦੇ ਬੰਦਿਆਂ ਵਾਸਤੇ ਉਰੇ ਕਾਰੋਬਾਰ ਤਾਂ ਛੱਡੋ, ਸਾਡੀ ਸੇਫਟੀ ਕੀ ਆ ਇੱਥੇ? ਸਾਨੂੰ ਇਸ ਚੀਜ਼ ਦਾ ਜਵਾਬ ਦਿਓ, ਸਾਨੂੰ ਕੀ ਹੈ? ਫਲਾਈਓਵਰ ਜਿਹੜਾ ਬਣਾਇਆ ਇੱਥੇ, ਪਹਿਲੇ ਫਾਟਕ ਹੁੰਦਾ ਸੀਗਾ ਜੀ। ਸਰ ਮੈਂ ਇਹਦੇ ਬਾਰੇ ਗੱਲ ਕਰਨਾ ਚਾਹਾਂਗਾ, ਫਲਾਈਓਵਰ ਬਾਰੇ। ਫਲਾਈਓਵਰ ਜਿਹੜਾ ਬਣਾਇਆ ਇੱਥੇ, ਪਹਿਲੇ ਫਾਟਕ ਹੁੰਦਾ ਸੀਗਾ ਜੀ। ਸਰ ਮੈਂ ਇਹਦੇ ਬਾਰੇ ਗੱਲ ਕਰਨਾ ਚਾਹਾਂਗਾ, ਫਲਾਈਓਵਰ ਬਾਰੇ। ਬਹੁਤ ਮਤਲਬ ਸੰਤਾਪ ਭੋਗਣਾ ਪੈਂਦਾ ਸੀ ਇਸ ਫਾਟਕਾਂ ਤੇ ਸਾਰੇ ਕਾਰੋਬਾਰ ਨੂੰ। ਉਸੇ ਦੇ ਮੱਦੇਨਜ਼ਰ 2 ਸਾਲ ਪਹਿਲੇ ਇੱਥੇ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਜੀ ਕਾਂਗਰਸ ਸਰਕਾਰ ਵੱਲੋਂ। ਚਲੋ ਵਿੱਚ ਕੋਵਿਡ ਦੇ ਦੌਰਾਨ ਥੋੜਾ ਪ੍ਰੋਸੈਸ ਸਲੋ ਹੋ ਗਿਆ, ਪਰ ਕੰਮ ਚੱਲਦਾ ਰਿਹਾ, ਅੱਜ ਵੀ ਜਾਰੀ ਹੈ ਤੇ ਬਹੁਤ ਜਲਦੀ ਲੋਕਾਂ ਨੂੰ ਸਪੁਰਦ ਕਰ ਦਿੱਤਾ ਜਾਏਗਾ ਜੀ। ਸਵਾਲ ਇਹ ਹੈ ਕਿ ਇੱਥੇ ਹੱਬ ਹੁੰਦਾ ਸੀ, ਹੁਣ ਬਿਲਕੁਲ ਇੱਥੇ ਕੋਈ ਗਾਹਕੀ ਨਹੀਂ, ਕੋਈ ਦੁਕਾਨਦਾਰ ਜੇ ਫਲਾਈਓਵਰ ਨਾਲ ਕਨੈਕਟੀਵਿਟੀ ਆਏਗੀ ਤਾਂ ਹੀ ਗਾਹਕ ਆਏਗਾ ਨਾ ਜੀ। ਨਹੀਂ, ਫਲਾਈਓਵਰ ਵੀ ਕਾਂਗਰਸ ਬਣਵਾ ਰਹੀ ਹੈ, ਇਹ ਤਾਂ ਸੈਂਟਰ ਗਵਰਨਮੈਂਟ ਪ੍ਰੋਜੈਕਟ ਹੈ ਯਾਰ। ਮੈਂਬਰ ਪਾਰਲੀਮੈਂਟ ਨੇ ਆ ਕੇ ਇੱਥੇ ਕਾਂਗਰਸ ਉਹ ਤਾਂ ਤੁਹਾਡੇ ਪਾਰਟੀ ਦੇ ਹੀ ਨਹੀਂ, ਹੁਣ ਨਹੀਂ ਹੈ ਨਾ ਜੀ। ਉਹ ਤਾਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਗਿਆ, ਉਹ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਭਾਈ ਜੀ ਇਹ ਗੱਲ ਕਰਦੇ ਨੇ ਪ੍ਰਸ਼ਾਸਨਿਕ ਕੰਮਾਂ ਬਾਰੇ। ਇੱਕ ਮਿੰਟ, ਇਹ ਥਾਣੇ ਦੀ ਗੱਲ ਕਰਦੇ ਨੇ, ਇਹ ਥਾਣੇ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ ਵੀ ਅਸੀਂ ਕਿੱਥੇ ਜਾਵਾਂਗੇ। ਭਾਈ ਸਾਹਿਬ ਸਰਕਾਰ 10 ਦਿਨ ਬਾਅਦ ਚੇਂਜ ਹੋ ਜਾਣੀ ਹੈ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ।
ਪ੍ਰਸ਼ਾਸਨਿਕ ਕੰਮਾਂ ਵੱਲ ਕਾਂਗਰਸ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈਗਾ। ਇਹ ਤੇ ਕਾਟਾ ਮਾਰ ਦੋ, ਕਿਸੇ ਨੂੰ ਪੁੱਛ ਲਓ। ਇਹਨਾਂ ਦਾ ਪ੍ਰਸ਼ਾਸਨਿਕ ਸਿਰਫ ਲੋਕਾਂ ਵੱਲ ਧਿਆਨ ਨਹੀਂ ਹੈ ਕੋਈ। ਇਹਨਾਂ ਨੂੰ ਪਬਲਿਕ ਤੱਕ ਕੋਈ ਮਤਲਬ ਕੋਈ ਮਤਲਬ ਨਹੀਂ। ਨਹੀਂ। ਜੇਕਰ ਪਬਲਿਕ ਲਈ ਕੁਝ ਕੀਤਾ ਹੁੰਦਾ ਅੱਜ ਕਸਾਈ ਨਾ ਕਰਨੀ ਪੈਂਦੀ, ਅੱਜ ਚੌਥੇ ਨੰਬਰ ਤੇ ਨਾ ਹੁੰਦੇ। ਤੁਹਾਡੇ ਇਸ ਰੇਲਵੇ ਠੀਕ ਹੈ, ਇਹਨਾਂ ਦਾ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ। ਐਮਐਲਏ ਦਾ ਮਤਲਬ ਨਹੀਂ ਹੈਗਾ ਪ੍ਰਸ਼ਾਸਨ ਵੱਲ ਕੋਈ, ਇੱਕ ਬੰਦੇ ਦੀ ਸਿਰਫ ਜੇਬਾਂ ਭਰਨ ਤੇ ਲੱਗੇ ਹੋਏ ਨੇ, ਠੱਗੀਆਂ ਮਾਰਨ ਤੇ ਲੱਗੇ ਨੇ। ਪ੍ਰੋਸੈਸ ਚੱਲ ਰਿਹਾ ਜੀ, ਪ੍ਰੋਸੈਸ ਹੀ ਚਲਾਈ ਜਾਓ, ਤੁਸੀਂ ਕੰਮ ਕੋਈ ਨਾ ਕਰਿਓ। ਲੋਕਾਂ 'ਚ ਮਿੱਠਾ ਜੀ ਕੋਈ ਪ੍ਰੋਸੈਸ ਹੀ ਚਲਾਈ ਜਾਓ, ਤਰਾਹੀ ਹੋਈ ਪਈ ਹੈ। ਕੰਮ ਵੀ ਕਰੋ ਕੋਈ। ਅੱਜ ਹਰ ਗਰੀਬ, ਹਰ ਅਮੀਰ, ਹਰ ਮੀਡੀਅਮ ਸਾਰੇ ਪਰੇਸ਼ਾਨ ਹੈ। ਕਿਸਾਨ ਪਰੇਸ਼ਾਨ ਹੈ, ਵਪਾਰੀ ਪਰੇਸ਼ਾਨ ਹੈ। ਅੱਛਾ ਜੀ, ਮੈਂ ਅਗਲਾ ਸਵਾਲ ਲਵਾਂਗੇ ਰਾਜੂ ਜੀ ਤੋਂ, ਰਵਿੰਦਰਪਾਲ ਰਾਜੂ ਜੀ ਤੋਂ। ਹਾਂਜੀ ਰਾਜੂ ਜੀ, ਤੁਹਾਡੀ ਸਰਕਾਰ ਨੂੰ, ਪਾਰਟੀ ਨੂੰ ਕਿਉਂ ਵੋਟਾਂ ਪਾਈਆਂ ਜਾਣ? ਤੁਸੀਂ ਕਿਸ ਆਧਾਰ ਤੇ ਵੋਟਾਂ ਮੰਗਦੇ ਜੀ? ਮਿੱਠਾ ਜੀ, ਪਹਿਲਾਂ ਤਾਂ ਮੈਂ ਇੱਕ ਦੱਸਣਾ ਚਾਹੁੰਦਾ ਵੀ ਇੱਕੋ ਇੱਕ ਜਿਹੜੀ ਇੱਥੋਂ ਦੀ ਜਿਹੜੀ ਲੋਕਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, 101 ਸਾਲ ਪੁਰਾਣੀ ਪਾਰਟੀ ਹੈ ਜੀ, ਡਿਸਪਲਿਨਡ ਪਾਰਟੀ ਹੈ। ਆ ਸਾਰੀਆਂ ਪਾਰਟੀਆਂ ਕੋਲ, ਆਮ ਪਾਰਟੀ ਲਾ ਲਓ, ਇਹਨਾਂ ਦੀ ਲਾ ਲਓ, ਇਹਨਾਂ ਦੀ ਲਾ ਲਓ, ਸਾਡੇ ਗਏ ਹੋਏ ਕੈਂਡੀਡੇਟ ਨੇ। ਪਾਰਟੀ ਫੇਰ ਉੱਥੇ ਹੀ ਖੜੀ ਹੈ, ਪਹਿਲੀ ਗੱਲ। ਦੂਜੀ ਗੱਲ, ਸਾਡਾ ਨਹੀਂ ਗਿਆ ਹੋਇਆ ਜੀ ਤੁਹਾਡੇ ਕੋਈ ਨਹੀਂ, ਮੈਂ ਬੰਦੇ ਗਿਣਾ ਦੂੰਗਾ ਤੁਹਾਨੂੰ। ਅਨਿਲ ਜੋਸ਼ੀ ਕਿੱਥੋਂ ਗਏ ਮੈਂ ਤੁਹਾਡੇ ਕੋਲ? ਮਦਨ ਮੋਹਨ ਮਿੱਤਲ ਕਿੱਥੋਂ ਗਏ ਮੈਂ ਤੁਹਾਡੇ ਕੋਲ? ਤੁਹਾਡੇ ਕੋਲ ਤਾਂ ਸਾਰੇ ਹੀ ਸਾਡੇ ਨੇ ਜੀ। ਤੁਸੀਂ ਤਾਂ, ਤੁਹਾਡੇ ਕੋਲ ਤਾਂ ਸਾਰੇ, ਤੁਹਾਡਾ ਰਾਜਪੁਰੇ ਵਾਲਾ ਕੈਂਡੀਡੇਟ ਸਾਡਾ ਗਿਆ ਹੋਇਆ ਹੈ, ਸਰਹੰਦ ਵਾਲਾ ਕੈਂਡੀਡੇਟ ਸਾਡਾ ਹੈ, ਪਟਿਆਲੇ ਵਾਲਾ ਕੈਂਡੀਡੇਟ ਸਾਡਾ ਹੈ, ਸਾਰੇ ਕੈਂਡੀਡੇਟ ਸਾਡੇ ਕੋਲ ਗਏ ਹੋਏ ਆ। ਤੁਸੀਂ ਆਪਣਾ ਕੈਂਡੀਡੇਟ ਤਾਂ ਗਿਣਾਓ ਕਿਹੜਾ ਹੈ। ਸਾਰੇ ਸਾਡੇ ਕੋਲ ਗਏ ਹੋਏ ਨੇ। ਤੁਸੀਂ ਰਾਜਪੁਰੇ ਵਾਲੇ ਕੈਂਡੀਡੇਟ ਦੀ ਗੱਲ ਕਰ ਸਾਰੇ ਲਓ। ਭੱਜ ਰਹੇ ਹੈ ਅਕਾਲੀ ਦਲ ਤੋਂ। ਸਾਡਾ ਕੈਂਡੀਡੇਟ ਤਾਂ ਤੁਹਾਡੇ ਕੋਲ ਗਏ ਹੋਏ ਅਕਾਲੀ ਦਲ ਤੋਂ ਭੱਜ ਰਹੇ ਨੇ। ਸਾਰੇ। ਸਾਡਾ ਰਾਜਪੁਰੇ ਵਾਲਾ ਕੈਂਡੀਡੇਟ ਹੀ ਸਾਡੇ ਕੋਲੋਂ ਗਿਆ ਹੋਇਆ ਜੀ। ਹੋਰ ਦੱਸੋ, ਅਕਾਲੀ ਦਲ ਇੱਕ ਪਰਿਵਾਰ ਕਿੰਨੇ ਸਾਲ ਰਾਜਪੁਰੇ ਅਕਾਲੀ ਦਲ ਤੋਂ ਐਮਐਲਏ ਐਮਸੀ ਰਿਹਾ ਜੀ? ਉਹ ਦੱਸੋ ਜਗਾ, ਤੁਸੀਂ ਕਿੰਨੇ ਸਾਲ ਰਿਹਾ ਕੰਟੀਨਿਊ ਰੱਖਿਆ, ਕਿਉਂ ਵੋਟਾਂ? ਸ਼ਹਿਰੀ ਪ੍ਰਧਾਨ ਰਿਹਾ ਜੀ। ਦੂਜੀ ਗੱਲ, 10 ਸਾਲਾਂ ਦੇ ਵਿੱਚ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਉਹਦੇ ਲਈ ਵੋਟਾਂ ਮੰਗਾਂਗੇ। ਸਾਫ਼ ਸੁਥਰਾ ਅਸੀਂ ਪ੍ਰਸ਼ਾਸਨ ਦੇਵਾਂਗੇ ਉਰੇ, ਬਿਲਕੁਲ ਨੀਟ ਐਂਡ ਕਲੀਨ ਪ੍ਰਸ਼ਾਸਨ ਹੋਏਗਾ। ਲੋਕਾਂ ਨੂੰ ਜਵਾਬਦੇਹ ਹੋਵਾਂਗੇ, ਗੁੰਡਾ ਤੰਤਰ ਖਤਮ ਕਰਾਂਗੇ, ਬਿਜ਼ਨਸ ਨੂੰ, ਵਪਾਰ ਨੂੰ ਵਾਧਾ ਦੇਵਾਂਗੇ। ਐਜੂਕੇਸ਼ਨ ਲਈ ਅਸੀਂ ਇੱਥੇ ਵਧੀਆ ਕਾਲਜਸ ਲੈ ਕੇ ਆਵਾਂਗੇ, ਸਕੂਲ ਅਪਡੇਟ ਕਰਾਂਗੇ। ਅਸੀਂ ਵਧੀਆ ਰਾਜਪੁਰੇ ਦੇ ਵਿੱਚ ਹਸਪੀਟਲ ਨੂੰ ਅਪਡੇਟ ਕਰਾਂਗੇ। ਜਿਹੜੇ ਛੋਟੀਆਂ PHC ਨੇ ਅਸੀਂ ਉਹਨਾਂ ਨੂੰ ਵੀ ਅਪਡੇਟ ਕਰਾਂਗੇ। ਉੱਥੇ ਵਧੀਆ ਡਾਕਟਰਸ, ਵਧੀਆ ਇੰਸਟਰੂਮੈਂਟਸ ਲੈ ਕੇ ਆਵਾਂਗੇ ਉੱਥੇ। ਉਸ ਤੋਂ ਬਾਅਦ ਅਸੀਂ ਸਭ ਤੋਂ ਵੱਡਾ ਕੰਮ ਹੈ ਰਾਜਪੁਰੇ ਦੀ ਆਬੋ ਹਵਾ, ਪੋਲਿਊਸ਼ਨ ਫ੍ਰੀ ਕਰਾਂਗੇ ਅਸੀਂ ਆਪਣੇ ਸ਼ਹਿਰ ਨੂੰ, ਬਲਕਿ ਪੂਰੀ ਸਟੇਟ ਨੂੰ ਅਸੀਂ ਪੋਲਿਊਸ਼ਨ ਫ੍ਰੀ ਕਰਾਂਗੇ। ਇਹਦੇ ਲਈ ਵੀ ਅਸੀਂ ਸੁਖਬੀਰ ਜੀ ਨੇ ਇੱਕ ਪ੍ਰੋਗਰਾਮ ਬਣਾਇਆ ਹੋਇਆ। ਉਸ ਤੋਂ ਬਾਅਦ ਪੀਣ ਵਾਲਾ ਪਾਣੀ ਸਾਰਿਆਂ ਨੂੰ ਮੁਹੱਈਆ ਕਰਾਵਾਂਗੇ ਤੇ ਸਾਫ਼ ਸੁਥਰਾ ਪੀਣ ਵਾਲਾ ਪਾਣੀ ਹੋਏਗਾ। ਉਸ ਤੋਂ ਬਾਅਦ ਅਸੀਂ ਜਿਹੜਾ ਸੀਵਰ ਸਿਸਟਮ ਹੈ ਰਾਜਪੁਰੇ ਦਾ, ਸਾਰਾ ਸੀਵਰੇਜ ਸਿਸਟਮ ਅਸੀਂ ਚੇਂਜ ਕਰਾਂਗੇ। ਸੀਵਰੇਜ ਦਾ ਪਾਣੀ ਬਾਹਰ ਫਿਰਦਾ ਸੜਕਾਂ ਤੇ। ਪਿੱਛੇ ਤੁਸੀਂ ਦੇਖਿਆ ਹੋਣਾ 6 ਬੱਚੇ ਮਰ ਗਏ ਰਾਜਪੁਰੇ ਦੇ ਵਿੱਚ, ਸੀਵਰ ਦਾ ਪਾਣੀ ਮਿਕਸ ਹੋ ਕੇ ਲੋਕਾਂ ਨੂੰ ਪੀਣ ਲਈ ਮਜਬੂਰ ਹੋਣਾ ਪੈ ਰਿਹਾ। ਇਹ ਰਾਜਪੁਰਾ ਹੈ, ਇੱਥੇ ਮਜਬੂਰ ਹੈ। ਦਿੱਲੀ 'ਚ ਤਾਂ ਆਪਾਂ ਸੁਣਿਆ ਹੀ ਸੀਗਾ ਵੀ ਕੇਜਰੀਵਾਲ ਦੀ ਸਰਕਾਰ 'ਚ ਗੰਦਾ ਪਾਣੀ ਪੀ ਰਹੇ ਨੇ ਲੋਕ। ਰਾਜੂ ਜੀ, ਗੰਦਾ ਪਾਣੀ ਪੀ ਰਹੇ ਨੇ ਲੋਕ। ਰਾਜੂ ਜੀ, ਇੱਥੇ ਵੀ ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ। 10 ਸਾਲ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ BJP ਦੀ, ਉਸ ਟਾਈਮ ਇਹ ਪ੍ਰੋਜੈਕਟ ਕਿਉਂ ਨਹੀਂ ਲਗਾਏ ਗਏ? ਜਿਹੜਾ ਪਾਣੀ ਦਾ, ਜਿਵੇਂ ਆਬਾਦੀ ਵੱਧਦੀ ਰਹਿੰਦੀ ਹੈ, ਪਾਣੀ ਲਈ ਸਾਰਾ ਪਾਈਪ ਨਵਾਂ ਪਾਇਆ ਸੀਗਾ। ਜੜ੍ਹਾਂ, ਪੇੜਾਂ ਦੀਆਂ ਜੜ੍ਹਾਂ ਹੁੰਦੀਆਂ ਉਹ ਪਾਈਪਾਂ ਤੋੜ ਦਿੰਦੀਆਂ ਨੇ, ਉਹ ਥੋੜੀ ਦੇਰ ਬਾਅਦ ਚੇਂਜ ਕਰਨੀਆਂ ਪੈਂਦੀਆਂ, ਜੜ੍ਹਾਂ ਵਿੱਚ ਆ ਜਾਂਦੀਆਂ, ਉੱਥੋਂ ਮਿੱਟੀ ਮਿਕਸ ਹੋਣ ਲੱਗ ਜਾਂਦੀ ਹੈ। ਅਸੀਂ ਪਹਿਲਾਂ ਸਾਰੀ ਲਾਈਨ ਵੱਡੀ ਪਾਈ ਸੀਗੀ। ਜਿਵੇਂ ਜਿਵੇਂ ਆਬਾਦੀ ਵੱਧਦੀ ਰਹਿੰਦੀ ਹੈ ਨਾ, ਉਵੇਂ ਉਵੇਂ ਉਹ ਪਾਈਪ ਵੱਡਾ ਕਰਨਾ ਪੈਂਦਾ। ਪਾਣੀ ਵੱਧ ਚਾਹੀਦਾ ਹੁੰਦਾ, ਉਹਦੀ ਕਪੈਸਿਟੀ ਵਧਾਉਣੀ ਪੈਂਦੀ ਹੈ। ਸੀਵਰ ਦਾ ਜਿਹੜਾ ਸਿਸਟਮ ਹੈ ਨਾ, ਜਿਹੜਾ ਸੀਵਰ ਸਿਸਟਮ ਹੈ, ਸੀਵਰ ਸਿਸਟਮ ਵੀ ਚੇਂਜ ਕਰਨੇ ਪੈਂਦੇ ਨੇ ਥੋੜੀ ਦੇਰ ਬਾਅਦ, ਕਿਉਂਕਿ ਉਹਦੀ ਕਪੈਸਿਟੀ ਵਧਾਉਣੀ ਪੈਂਦੀ ਹੈ। ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਹੜਾ ਡਿਸਪੋਜ਼ਲ ਬਣਾਤਾ, ਕਿਹੜੀ ਕਪੈਸਿਟੀ ਵਧਾਤੀ ਸੀਵਰ ਸਿਸਟਮ ਦੀ। ਬਲਕਿ ਜਿਹੜੀਆਂ ਰੋਡ ਗਲੀਆਂ ਵਿੱਚ ਗੇਰੀਆਂ ਜਾ ਰਹੀਆਂ ਨੇ ਦੜਾ ਦੜ, ਇਹਨਾਂ ਦਾ ਠੇਕੇਦਾਰ ਕੀ ਕਰਦਾ? ਰੋਡ ਗਲੀ ਤੇ ਜਾ ਕੇ ਦੇਖ ਲਓ ਜੀ, ਭੋਗਲਾ ਰੋਡ ਦੇਖ ਹੀ ਲਓ ਜੀ। ਫਿਰ ਤੁਸੀਂ ਭੋਗਲਾ ਰੋਡ ਸੀਵਰ ਸਿਸਟਮ ਦੀ ਗੱਲ ਕਰਦੇ ਨੇ, ਇਹ ਆਪਣੇ ਆਪ ਹੀ ਭੋਗਲਾ ਰੋਡ ਬੋਲ ਪਏ ਨੇ ਜੀ। ਮੈਂ ਤਾਂ ਗੱਲ ਹੀ ਨਹੀਂ ਕਰਦਾ ਨਾ, ਇਹਨਾਂ ਨੇ ਆਪ ਹੀ ਭੋਗਲਾ ਰੋਡ ਦੀ ਗੱਲ ਕਰ ਲਈ। ਭੋਗਲਾ ਰੋਡ ਤੇ ਹੀ ਚੱਲੋ ਤੁਸੀਂ, ਕੀ ਹਾਲਾਤ ਨੇ। 1 ਸਾਲ ਹੋ ਗਿਆ ਭੋਗਲਾ ਵਾਲੇ ਬੰਦਿਆਂ ਨੂੰ ਰਾਜਪੁਰੇ ਨਾਲੋਂ ਕਨੈਕਟੀਵਿਟੀ ਟੁੱਟਿਆਂ ਨੂੰ। 1 ਸਾਲ ਦੇ ਵਿੱਚ ਸੀਵਰ ਨਹੀਂ ਠੀਕ ਹੁੰਦੇ, ਦੱਸੋ। ਸੀਵਰ ਠੀਕ ਰੋਜ਼ ਕਹਿ ਦੇਣਗੇ ਜੀ ਅਸੀਂ ਉੱਥੇ ਠੀਕ ਕਰਾ ਰਹੇ ਹਾਂ, ਠੀਕ ਹੈ। ਗਰਾਊਂਡ ਤੁਹਾਨੂੰ ਵੀ 1 ਸਾਲ ਲੱਗਦਾ ਜੀ ਉੱਥੇ ਪਾਈਪ ਪੈਣ ਨੂੰ। 1 ਸਾਲ ਹੋ ਗਿਆ ਸੜਕ ਪੱਟੀ ਨੂੰ ਤੁਹਾਨੂੰ ਸੀਵਰ ਦਾ ਕੰਮ ਚੱਲਦਿਆਂ ਨੂੰ। ਤੁਹਾਡਾ ਇੱਕ ਰਾਜੂ ਜੀ, ਇੱਕ ਹੋਰ ਕਹਿ, ਅੱਜ ਵੀ ਉੱਥੇ ਲੱਗਦਾ 6 ਮਹੀਨੇ ਹੋਰ ਲੱਗ ਜਾਣਗੇ। ਕੋਈ ਬੰਦਾ ਹੀ ਨਹੀਂ ਲੱਗਿਆ ਹੋਇਆ ਉੱਥੇ, ਕੰਮ ਹੀ ਨਹੀਂ ਕਰ ਰਿਹਾ। ਬੰਦਾ ਹੀ ਨਹੀਂ ਲੱਗਿਆ ਹੋਇਆ ਉੱਥੇ, ਕੰਮ ਹੀ ਨਹੀਂ ਕਰ ਰਿਹਾ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਤੁਹਾਡਾ ਉਮੀਦਵਾਰ ਹੈ, ਬਾਹਰੀ ਉਮੀਦਵਾਰ ਹੈ, ਮੁਕਤਸਰ ਤੋਂ ਆਇਆ, ਕਿ ਉਹ ਜੇ ਜਿੱਤ ਗਿਆ ਉਹਨੇ ਤਾਂ ਵੀ ਇੱਥੇ ਨਹੀਂ ਰਹਿਣਾ, ਰਾਜਪੁਰੇ ਦੇ ਵਿੱਚ ਜੀ ਹਾਰ ਗਿਆ ਉਹ ਤਾਂ ਵੀ ਨਹੀਂ ਇੱਥੇ ਰਹਿਣਾ। ਸਭ ਤੋਂ ਵੱਧ ਲੱਗੇ ਹੋਏ ਸੀ ਜੀ ਕਿ ਸਾਨੂੰ ਲੋਕਲ ਉਮੀਦਵਾਰ ਚਾਹੀਦਾ ਸ਼੍ਰੋਮਣੀ ਅਕਾਲੀ ਦਲ। ਜਵਾਬ ਦਿਓ ਰਾਜੂ ਜੀ ਇਸ ਦਾ। ਸਭ ਤੋਂ ਵੱਧ ਵੋਟ ਬਿਲਕੁਲ ਲੱਗੇ ਹਰ ਚੌਰਾਹੇ ਤੇ, ਹਰ ਚੌਂਕ ਤੇ, ਹਰ ਗਲੀ, ਹਰ ਮੁਹੱਲਾ। ਅੱਜ ਇਹਨਾਂ ਨੂੰ ਚਾਹੀਦਾ, ਜੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਲ ਕੈਂਡੀਡੇਟ ਨਹੀਂ ਦਿੱਤਾ, BJP ਨੇ ਦਿੱਤਾ, ਤਾਂ ਉਹਦਾ ਸਮਰਥਨ ਕਰਨ। ਮੈਂ ਰਿਕੁਐਸਟ ਕਰਦਾ ਰਾਜੂ ਜਵਾਬ ਦਿਓ ਜੀ ਇਸ ਕੁਐਸਚਨ ਦਾ। ਮਿੱਠਾ ਜੀ, ਪਾਰਟੀ ਨੇ ਸੋਚ ਸਮਝ ਕੇ ਕੋਈ ਕੈਂਡੀਡੇਟ ਦਿੱਤਾ ਹੈ,
ਠੀਕ ਹੈ, ਮੈਂ ਮੰਨਦਾ ਵੀ ਉਹ ਬਾਹਰ ਦੇ ਨੇ। ਤੁਸੀਂ ਕਹਿੰਦੇ ਹੋ ਰਹਿਣ ਦੀ ਗੱਲ, ਉਹਨਾਂ ਨੇ ਰਾਜਪੁਰੇ ਕੋਠੀ ਲੈ ਲਈ ਹੋਈ ਹੈ, ਇੱਥੇ ਆ ਚੁੱਕੇ ਨੇ। 3 ਪਾਰਟੀਆਂ ਦੇ ਕੈਂਡੀਡੇਟ ਬਾਹਰ ਦੇ ਨੇ, ਇਕੱਲਾ ਸਾਡਾ ਬਾਹਰ ਦਾ ਨਹੀਂ। ਸਾਡਾ ਤਾਂ ਫੇਰ ਪੰਜਾਬ ਦਾ ਹੈ। 3 ਕੈਂਡੀਡੇਟ ਕਿਹੜੇ ਬਾਹਰ ਦੇ ਆ ਜੀ? ਹਰਦਿਆਲ ਸਿੰਘ ਕੰਬੋਜ, ਨੀਨਾ ਮਿੱਤਲ, ਤਿੰਨੇ ਬਾਹਰ ਦੇ ਨੇ। ਨੀਨਾ ਮਿੱਤਲ ਜੀ ਤੇ ਪੰਜਾਬ ਦੇ ਵੀ ਨਹੀਂ ਹੈਗੇ, ਇੱਕ ਵਿੱਚ ਹੋਰ ਸਟੇਟ ਪੈ ਜਾਂਦੀ ਹੈ ਹਰਿਆਣਾ, ਉਹ ਵੀ ਟੱਪ ਕੇ ਦਿੱਲੀੋਂ ਲੱਭੀ ਹੈ। 3 ਪਾਰਟੀਆਂ ਦੇ ਬਾਹਰ ਦੇ ਨੇ ਕੈਂਡੀਡੇਟ। ਇਹਨਾਂ ਦਾ ਇਹ ਗੱਲ ਕਰਦੇ ਨੇ ਕੈਂਡੀਡੇਟ ਵੀ ਲੋਕਲ ਹੈ ਸਾਡਾ। ਇਹਨਾਂ ਦੇ ਵੀ ਬੜੀ ਜੰਗ ਚੱਲੀ ਹੈ, ਇਹਨਾਂ ਦੀ ਵੀ ਬਹੁਤ ਔਖੀ ਟਿਕਟ ਕੈਪਟਨ ਜੰਗ ਚੱਲੀ ਹੈ ਪਰ ਜਿੱਤੀ ਹੈ ਨਾ ਸੀ ਜੰਗ। ਇੱਕ ਹੁਣੇ ਨੰਦਾ ਜੀ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਵੋਟ ਤੁਹਾਡੇ ਲੱਗੇ ਹੋਏ ਸੀਗੇ ਕਿ ਉਮੀਦਵਾਰ ਬਾਹਰ ਕਿਵੇਂ ਪੈਚਅਪ ਹੋਇਆ? ਮੇਰਾ ਤਾਂ ਇੱਕ ਵੀ ਦੇਖੋ ਜੀ, ਅਸੀਂ ਸਾਡੀ ਡਿਸਪਲਿਨਡ ਪਾਰਟੀ ਹੈ, ਸਾਡੀ ਪਾਰਟੀ ਦਾ ਫੈਸਲਾ ਹੈ। ਇੱਕ ਗੁੰਡਾ ਬੰਦਾ ਰਾਜਪੁਰੇ ਦੇ ਵਿੱਚ ਹਰਾਣਾ ਹੈ, ਉਹਨੂੰ ਹਰਾਉਣ ਲਈ ਇੱਕ ਵਧੀਆ ਬੰਦਾ, ਇੱਕ ਮਿਹਨਤੀ ਬੰਦਾ, ਪੜ੍ਹਿਆ ਲਿਖਿਆ ਇਨਸਾਨ, ਵਧੀਆ ਸ਼ਰੀਫ ਬੰਦਾ, ਇੱਕ ਸ਼ਰੀਫ ਫੈਮਿਲੀ ਤੋਂ ਹੋਵੇ, ਸਿੰਪਲ ਬੰਦਾ ਹੋਵੇ ਪਰ ਘੈਂਟ ਬੰਦਾ ਹੋਵੇ, ਉਹ ਪਾਰਟੀ ਨੇ ਸਾਨੂੰ ਦਿੱਤਾ ਹੈ। ਜਿਹਨੂੰ ਪ੍ਰਸ਼ਾਸਨਿਕ ਕੰਮਾਂ ਬਾਰੇ ਵੀ ਐਕਸਪੀਰੀਅੰਸ ਹੈ, ਉਹਨਾਂ ਨੇ CM ਦੀ ਕੋਠੀ ਦੇ ਵਿੱਚ ਰਹਿ ਕੇ ਸਾਰਾ ਐਕਸਪੀਰੀਅੰਸ ਲਿੱਤਾ, ਉਹਨਾਂ ਨੂੰ ਇਲੈਕਸ਼ਨ ਵੀ ਲੜਨੀ ਆਉਂਦੀ ਹੈ। ਤੇ ਉਹੋ ਜਿਹਾ ਬੰਦਾ ਸਾਨੂੰ ਦਿੱਤਾ ਜਿਹੜਾ ਇੱਕ ਬਦਮਾਸ਼ ਬੰਦੇ ਨਾਲ ਲੜਾਈ ਲੜ ਸਕੇ। ਇੱਥੋਂ ਤੱਕ ਕਿਸੇ ਨੂੰ ਹੱਕ ਨਹੀਂ ਹੈਗਾ ਇੱਥੇ ਕਿਸੇ ਨੂੰ ਬੋਲਣ ਦਾ। ਰਾਜਪੁਰੇ 'ਚ ਇੰਨੀ ਬਦਮਾਸ਼ੀ ਹੈ, ਆਮ ਬੰਦਾ ਤਾਂ ਕੋਈ ਇਹਦੇ ਖਿਲਾਫ ਲੜ ਨਹੀਂ ਸੀ ਸਕਦਾ, ਬੋਲ ਨਹੀਂ ਸਕਦਾ। ਉਹਦੇ ਲਈ ਇੱਕ ਵਧੀਆ ਬੰਦਾ ਲਿਆ ਕੇ ਦਿੱਤਾ ਉਹਨਾਂ ਨੇ ਤਾਂ ਕਿ ਇਹਦੇ ਨਾਲ ਲੜਾਈ ਲੜ ਸਕੇ। ਇੱਕ ਆਡੀਅנס ਚੋਂ ਇੱਕ ਲੈ ਲੈਣਾ ਕੁਐਸਚਨ। ਹਾਂਜੀ ਐਡਵੋਕੇਟ ਸਾਹਿਬ ਦੱਸੋ। ਪੋਲੀਟੀਕਲ ਪਾਰਟੀਆਂ ਨੂੰ ਇੱਕ ਇਹੀ ਕੁਐਸਚਨ ਹੈ ਕਿ ਸਾਰੀ ਪਾਰਟੀਆਂ ਅੱਜ ਤੱਕ ਆਪਸ 'ਚ ਬਲੇਮ ਗੇਮ ਖੇਲਦੀ ਰਹੀ ਹੈ। ਦੇਖੋ ਚਾਰੇ ਪੋਲੀਟੀਕਲ ਪਾਰਟੀਆਂ ਫੇਲ ਹੋ ਚੁੱਕੀਆਂ, ਤਾਂ ਹੀ ਅੱਜ ਸਾਡੇ ਪੰਜਾਬ ਦਾ ਬੇੜਾ ਗਰਕ ਕਰਿਆ ਹੋਇਆ ਇਹਨਾਂ ਨੇ। ਮੈਂ ਇਹਨਾਂ ਤੋਂ ਇਹੀ ਪੁੱਛਣਾ ਚਾਹੁੰਦਾ, ਕੋਈ ਪੋਲੀਟੀਕਲ ਪਾਰਟੀ ਕਦੇ ਸੈਲਫ ਗਵਰਨੈਂਸ ਦੀ ਗੱਲ ਕਿਉਂ ਨਹੀਂ ਕਰਦੀ? ਇੱਕ ਆਮ ਆਦਮੀ ਪਾਰਟੀ ਨੇ ਪਿੱਛੇ ਇਲੈਕਸ਼ਨ ਮੈਨੀਫੈਸਟੋ ਰੀਕਾਲ ਪੋਲਿਸੀ ਦੀ ਗੱਲ ਕੀਤੀ ਸੀਗੀ, ਮਗਰ ਮੈਨੀਫੈਸਟੋ 'ਚ ਇਹਨਾਂ ਦੇ ਉਹ ਵੀ ਪੋਲਿਸੀ ਨਹੀਂ ਹੈਗੀ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਡੇ ਜਿਹੜੇ ਹੌਸਪੀਟਲਸ ਆ, ਅਸੀਂ ਮੁਹੱਲਾ ਕਲੀਨਿਕ ਖੋਲ੍ਹੇ। ਜੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਸੀਗੇ, ਇਹਨਾਂ ਦੀ ਹੌਸਪੀਟਲ ਫੈਸਿਲਿਟੀ ਨਹੀਂ ਵਧੀਆ, ਜਿਹੜੇ ਕਹਿੰਦੇ ਦਿੱਲੀ ਦਾ ਅਸੀਂ ਮਾਡਲ ਉਰੇ ਪੰਜਾਬ 'ਚ ਅਪਲਾਈ ਕਰਾਂਗੇ। ਤੇ ਅਗਰ ਉਹ ਮਾਡਲ ਅਪਲਾਈ ਕਰਦੇ ਤਾਂ ਉੱਥੇ ਕੋਵਿਡ 'ਚ ਇੰਨੇ ਲੋਕ ਮਰ ਕੇ ਜਾਂ ਭੱਜ ਕੇ ਪੰਜਾਬ 'ਚ ਇਲਾਜ ਕਰਾਉਣ ਕਿਉਂ ਆਏ? ਅਗਰ ਅਸੀਂ BJP ਦੀ ਗੱਲ ਕਰੀਏ, ਜਿਵੇਂ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਇਹਨਾਂ ਦੇ ਉੱਪਰ ਬਲੇਮ ਲਾਇਆ ਸੀਗਾ ਕਿ ਸਾਡੇ 700 ਕਿਸਾਨ ਮਰ ਗਏ, ਤੇ ਜੇ ਉਹ 700 ਕਿਸਾਨ ਮਰ ਚੁੱਕੇ ਨੇ ਤੇ ਉਹਨਾਂ ਦੀ ਇਹ ਮਾਫੀ ਕਿਉਂ ਨਹੀਂ ਮੰਗਦੇ? ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਦੀ ਵਜ੍ਹਾ ਤੋਂ ਅੱਜ ਸਾਡੇ ਡਰੱਗਸ ਮਾਫੀਆ, ਲੈਂਡ ਮਾਫੀਆ ਹੋਵੇ, ਰੇਤ ਮਾਫੀਆ ਹੋਵੇ, ਇਹਨਾਂ ਦੀ ਵਜ੍ਹਾ ਦੇਣ ਹੈ। ਤੇ ਉਹਨੂੰ ਇੱਕ ਪੂਰੀ ਵਧੀਆ ਨੈਕਸਟ ਜਨਰੇਸ਼ਨ ਕਾਂਗਰਸ ਨੇ ਉਹਨੂੰ ਅੱਗੇ ਵਧਾਇਆ। ਅੱਜ ਇਹ ਚਾਰੀ ਪਾਰਟੀਆਂ ਫੇਲ ਹੋ ਚੁੱਕੀਆਂ। ਚਾਰੋਂ ਪਾਰਟੀਆਂ ਸਾਡੇ ਪੰਜਾਬ ਨੂੰ ਅੱਗੇ ਵਧਾਉਣ ਲਈ 3.5 ਲੱਖ ਕਰੋੜ ਦਾ ਕਰਜ਼ਾ ਹੈ, ਉਹਨੂੰ ਖਤਮ ਕਰਨ ਲਈ ਰੋਡ ਮੈਪ ਨਹੀਂ ਲੈ ਕੇ ਆਉਂਦੀ। ਕਹਿੰਦੀਆਂ ਅਸੀਂ ਕਰ ਦਾਂਗੇ, ਕਿਵੇਂ ਕਰ ਦਾਂਗੇ? ਕੋਈ ਨਾ ਕੋਈ ਜਵਾਬ ਨਹੀਂ ਹੁੰਦਾ। ਬਾਕੀ ਤੁਸੀਂ ਨਹੀਂ ਹੁੰਦਾ ਜੀ। ਬਾਕੀ ਜਵਾਬ ਪਹਿਲਾਂ ਕੌਣ ਦੇਗਾ ਜਵਾਬ? ਰਵਿੰਦਰ ਦਾ ਸੰਖੇਪ ਚ ਰੱਖਿਓ ਜੀ ਟਾਈਮ ਦੀ। ਇਹਨਾਂ ਨੇ ਬਹੁਤ ਕੰਸਟਰਕਟਿਵ ਗੱਲ ਕੀਤੀ ਹੈ। ਮੈਂ ਤਾਂ ਪਹਿਲਾਂ ਐਪਰੀਸ਼ੀਏਟ ਕਰਦਾ ਵਕੀਲ ਸਾਹਿਬ ਨੂੰ ਵੀ, ਬੜੀ ਵਧੀਆ ਗੱਲ ਕੀਤੀ ਹੈ। ਇਹਦੇ 'ਚ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਤਾਂ ਮਾਡਲ ਦੀ ਗੱਲ ਕੀਤੀ ਹੈ, ਦਿੱਲੀ ਮਾਡਲ ਦੀ। ਦਿੱਲੀ ਜੇ ਤੁਹਾਨੂੰ ਪਤਾ ਹੋਵੇ ਤਾਂ ਦਿੱਲੀ NCR ਕਹਿੰਦੇ ਆ, ਨੈਸ਼ਨਲ ਕੈਪੀਟਲ ਰੀਜਨ। ਉਹ ਹਰਿਆਣੇ ਨਾਲ ਵੀ ਲੱਗਦਾ, ਉਹ UP ਨਾਲ ਵੀ ਲੱਗਦਾ, ਰਾਜਸਥਾਨ ਨਾਲ ਵੀ ਲੱਗਦਾ। ਜਦੋਂ ਕਰੋਨਾ ਮਹਾਮਾਰੀ ਆਈ ਤਾਂ ਤਿੰਨੋਂ ਸਟੇਟਸ ਦੀ ਬਹੁਤ ਭਾਰੀ ਸੰਖਿਆ ਦੇ ਵਿੱਚ ਕਰੋਨਾ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਆਪਣਾ ਦਿੱਲੀ ਦੇ ਵਿੱਚ ਆਏ। ਇਸ ਕਰਕੇ ਜਨਾਬ ਤੁਸੀਂ ਮੈਨੂੰ ਪਹਿਲਾਂ ਆਪਣੀ ਗੱਲ ਕੰਪਲੀਟ ਕਰ ਲਓ। ਰਜਿੰਦਰਾ ਹਸਪੀਟਲ ਦੇ ਉੱਪਰ ਲੋਕਾਂ ਨੇ ਚੜ ਕੇ ਤੁਹਾਨੂੰ CRPF ਬੁਲਾਣੀ ਪਈ ਹੈ। ਮੁਖੇਜਾ ਜੀ ਤੁਸੀਂ ਤਾਂ ਬੋਲੋ ਹੀ ਨਾ, ਰਜਿੰਦਰਾ ਹਸਪਤਾਲ ਤੁਸੀਂ ਪਟਿਆਲੇ ਸਭ ਤੋਂ ਵਧੀਆ ਹਸਪਤਾਲ ਕਹਿੰਦੇ ਹੋ। ਲੋਕਾਂ ਨੇ ਉੱਪਰ ਚੜ ਕੇ ਉੱਥੇ ਅੰਦੋਲਨ ਕੀਤਾ, ਵਿਰੋਧ ਕੀਤਾ ਤੁਹਾਡਾ। ਤੁਹਾਨੂੰ ਨਹੀਂ ਪਤਾ ਉਰੇ AP ਤੁਸੀਂ ਰੈਫਲ ਹਸਪੀਟਲ ਬਣਾ ਕੇ ਰੱਖਿਆ ਹੋਇਆ। ਕੀ ਹੁੰਦਾ ਉਰੇ? 4 ਕੰਮ ਕਰਵਾ ਲਓ, ਸਿਰਫ ਕਹਿੰਗੇ ਰਜਿੰਦਰਾ ਰੈਫਰ ਕਰ ਦਿਓ, ਰਜਿੰਦਰਾ ਕਹਿੰਦਾ PGI ਰੈਫਰ ਕਰ ਦਿਓ। ਆਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉੱਥੋਂ ਰਸ਼ ਹੋਣ ਕਰਕੇ ਹਰਿਆਣੇ ਤੋਂ, ਹਿਮਾਚਲ ਤੋਂ, ਪੰਜਾਬ ਦੇ ਵਿੱਚ ਲੋਕ ਬਹੁਤ ਆਏ, ਇਕੱਲੇ ਦਿੱਲੀ ਦੀ ਗੱਲ ਨਹੀਂ ਸੀਗੀ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਰੋਡ ਮੈਪ ਕੀ ਹੈ, ਸਾਡਾ ਰੋਡ ਮੈਪ ਸਭ ਤੋਂ ਵੱਡਾ ਰੋਡ ਮੈਪ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਦੀ ਕਰਪਸ਼ਨ ਹੈ। ਰੇਤਾ ਮਾਫੀਆ ਚੰਨੀ ਨੂੰ, ਰੇਤੇ ਦਾ ਚਰਨਜੀਤ ਸਿੰਘ ਚੰਨੀ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਹੈ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦਾ, ਮਾਈਨਿੰਗ ਦਾ ਕਿੰਗ ਪਿਨ ਹੈ। ਉਹਦੇ ਭਾਣਜੇ ਦੇ ਘਰ ਤੋਂ 10 ਕਰੋੜ ਰੁਪਏ ਹਜੇ ਤਾਂ 111 ਦਿਨ ਦੀ ਸਰਕਾਰ ਬਣਾਈ ਹੈ ਤਾਂ 10 ਕਰੋੜ ਰੁਪਇਆ ਮਿਲ ਰਿਹਾ। ਤੇ ਜੇ 5 ਸਾਲ ਆ ਗਈ ਉਸ 'ਚ ਕੀ ਬਣੂਗਾ? ਮਾਈਨਿੰਗ ਮਾਫੀਆ ਖਤਮ ਕੀਤਾ ਜਾਊਗਾ, 25 ਤੋਂ 30 ਹਜ਼ਾਰ ਕਰੋੜ ਰੁਪਏ ਜਿਹੜਾ ਮਾਫੀਆ ਖਤਮ ਕੀਤਾ ਜਾਊਗਾ। ਉਸ ਤੋਂ ਇਲਾਵਾ ਜਾਲੀ ਸ਼ਰਾਬ ਦੇ ਵਿੱਚ ਗੇਟਵੇ ਆਫ ਪੰਜਾਬ ਦਾ ਨਾਮ ਸਭ ਤੋਂ ਵੱਡੇ ਲੈਵਲ ਤੇ ਆਂਦਾ। ਪੂਰੇ ਪੰਜਾਬ ਦੇ ਵਿੱਚ 134 ਲੋਕ ਪੰਜਾਬ ਰਾਜਪੁਰੇ ਦੀ ਬਣੀ ਹੋਈ ਜਾਲੀ ਸ਼ਰਾਬ ਪੀ ਕੇ ਮਰ ਗਏ। ਘੱਟੋ ਘੱਟ ਜ਼ਿਆਦਾ ਨਹੀਂ 700 ਤੋਂ 1500 ਕਰੋੜ ਰੁਪਏ ਤੱਕ ਦਾ ਇਹ ਜਿਹੜਾ ਸਕੈਮ ਸੀਗਾ ਉਹ ਪੰਜਾਬ ਰਾਜਪੁਰੇ ਦਾ ਉਜਾਗਰ ਕੀਤਾ। ਮਾਈਨਿੰਗ ਜਿਹੜੀ ਜਾਲੀ ਸ਼ਰਾਬ ਮਾਫੀਆ ਉਹਨੂੰ ਖਤਮ ਕਰਾਂਗੇ ਤੇ ਕਰਪਸ਼ਨ ਜਿਹੜਾ ਰੇਡ ਰਾਜ ਹੈ, ਜਿਹੜੇ ਵਪਾਰੀ ਨੇ ਉਹਨਾਂ ਨੂੰ ਸਭ ਤੋਂ ਵੱਧ
ਵੱਧ ਡਰ ਕੀ ਲੱਗਦਾ, ਕਦੀ ਡੀਟੀਓ ਦੀ ਰੇਡ ਹੋਗੀ, ਕਦੀ ਐਕਸਾਈਜ਼ ਵਾਲਿਆਂ ਦੀ ਰੇਡ ਹੋਗੀ, ਕਦੀ ਫਲਾਣੇ ਅਫਸਰ ਦੀ ਰੇਡ ਹੋਗੀ, ਕਦੀ ਮਿਊਨਿਸਪਲ ਕਮੇਟੀ ਦੇ ਅਫਸਰਾਂ ਦੀ ਰੇਡ ਹੋਗੀ। ਰੇਡ ਰਾਜ ਖਤਮ ਕਰਾਂਗੇ, ਕਰਪਸ਼ਨ ਫ੍ਰੀ ਪੰਜਾਬ ਬਣਾਵਾਂਗੇ ਤੇ ਉਹਦੇ ਨਾਲ ਪੰਜਾਬ ਦਾ ਖਜ਼ਾਨਾ ਭਰਾਂਗੇ ਤੇ ਉਹਦੇ ਨਾਲ ਹੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੰਮ ਜੀ ਦੋ ਜੀ ਜਵਾਬ ਜੋ ਵਕੀਲ ਸਾਹਿਬ ਨੇ ਕੁਐਸਚਨ ਪੁੱਛਿਆ ਸੀ। ਮੈਂ ਬਹੁਤ ਵਧੀਆ ਕੁਐਸਚਨ ਕੀਤਾ ਵਕੀਲ ਸਾਹਿਬ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗਾ, ਚਾਹੇ ਦਿੱਲੀ ਦੇ ਨਾਲ 3-4 ਸਟੇਟਾਂ ਲੱਗਦੀਆਂ, ਉਹ ਅੱਡ ਗੱਲ ਹੈ, ਪਰ ਕਰੋਨਾ ਕਾਲ ਦੇ ਵਿੱਚ ਉਹ ਖਾਣਾ ਪੀਣਾ ਸਭ ਦਿੱਲੀ ਕਰੋਨਾ ਸੀ, ਗੁੜਗਾਉਂ ਉਹਨਾਂ ਦੇ ਨਾਲ ਹੈ। ਸਾਰੀਆਂ ਸੀਮਾ ਸੀਲ ਕਰਤੀਆਂ ਸੀ। ਨਹੀਂ ਸਰ, ਨਹੀਂ, ਸੀਲ ਕਰਕੇ ਜਿਹੜੇ ਪੇਸ਼ੈਂਟ ਸੀਗੇ ਦਿੱਲੀ ਸਾਰਾ ਐਮਰਜੈਂਸੀ ਪੇਸ਼ੈਂਟ ਵਾਸਤੇ ਦਿੱਤੇ ਬਹੁਤ ਪ੍ਰੋਵੀਜ਼ਨ, ਲੋਕ ਪੀਜੀਆਈ ਲੈ ਕੇ ਜਾਂਦੇ ਰਹੇ। ਅੱਛਾ ਜੇ 2 ਮਿੰਟ, ਜੇ ਸੀਮਾ ਸੀਲ ਕਰਤੀ ਸੀ ਇੱਕ ਮਿੰਟ ਵਾਸਤੇ, ਜੇ ਸੀਮਾ ਸੀਲ ਕਰਤੀ ਸੀ ਫਿਰ ਪੰਜਾਬ ਚ ਕਿੱਦਾਂ ਆ ਗਏ ਲੋਕ? ਪਰ ਕੇਜਰੀਵਾਲ ਜੀ ਬਾਰਡਰ ਸਟੇਸ਼ਨ ਕਰਤੀ ਸੀ, ਮੈਂ ਤੁਹਾਡੀ ਗੱਲ ਮੰਨ ਲੈਣਾ। ਕੇਜਰੀਵਾਲ ਦਿੱਲੀ ਦੇ ਪੰਜਾਬ ਚ ਕਿਵੇਂ ਆ ਗਏ? ਉੱਥੇ ਦੀਆਂ ਲਾਸ਼ਾਂ ਦਫਨਾਉਣ ਨੂੰ, ਉਹਨੂੰ ਅਗਲੀ ਭੇਟ ਕਰਨ ਵਾਸਤੇ ਵੀ ਨਾਕਾਮਯਾਬ ਰਹੇ। ਉੱਥੇ ਸ਼ਮਸ਼ਾਨਾਂ ਦੀ ਘਾਟ ਹੋ ਗਈ, ਕਬਰਿਸਤਾਨਾਂ ਦੀ ਘਾਟ ਹੋ ਗਈ, ਲੇਕਿਨ ਕੇਜਰੀਵਾਲ ਸਾਹਿਬ ਉੱਥੇ ਕੰਟਰੋਲ ਨਹੀਂ ਕਰ ਸਕੇ ਇਸ ਪੋਜੀਸ਼ਨ। ਇਹ ਤੁਹਾਨੂੰ ਮੰਨਣੀ ਪਊਗੀ ਗੱਲ। ਕੇਜਰੀਵਾਲ ਸਾਹਿਬ ਨੇ ਹੱਥ ਖੜੇ ਕਰਤੇ ਸੀ, ਮੇਰੇ ਕੋਲ ਨਹੀਂ ਹੈਗੀ। ਉੱਥੇ ਆਕਸੀਜਨ ਸੀ ਮਿਲ ਰਿਹਾ, ਉਹਨਾਂ ਨੇ ਹੱਥ ਖੜੇ ਕਰਤੇ ਸੀ, ਉਹਨਾਂ ਨੇ ਸੈਂਟਰ ਨੂੰ ਅਪੀਲ ਕੀਤੀ ਸੀ ਵੀ ਸਾਡੀ ਹੈਲਪ ਕਰੋ। ਕਿੰਗਡਮ ਦਾ ਹੈਲਥ ਸਿਸਟਮ ਪੂਰੇ ਵਰਲਡ 'ਚ 1 ਨੰਬਰ ਦਾ ਹੈਲਥ ਸਿਸਟਮ ਹੈ। ਕੇਜਰੀਵਾਲ ਸਾਹਿਬ ਨੇ ਸਭ ਤੋਂ ਵੱਧ ਜਿਹੜੀ ਡੈਥਸ ਹੋਈਆਂ ਉਹ ਯੂਕੇ ਇੰਗਲੈਂਡ ਦੇ ਵਿੱਚ ਹੋਈਆਂ। ਤੁਸੀਂ ਪਰ ਯੂਕੇ ਇੰਗਲੈਂਡ ਵਾਲੇ ਹੱਥ ਨਹੀਂ ਖੜੇ ਕੀਤੇ। ਦੇਖਿਆ ਦਿੱਲੀ ਵਾਲਿਆਂ ਨੇ ਦੇਖਿਆ ਕਿ ਕਿੱਦਾਂ ਉੱਥੇ ਲੋਕ ਹੋ ਰਹੇ ਸੀ। ਮਿੱਠਾ ਜੀ, ਦਿੱਲੀ ਵਾਲਿਆਂ ਨੇ ਹੱਥ ਖੜੇ ਕਰਤੇ ਸੀਗੇ, ਜੋ ਮਰਜ਼ੀ ਕਹਿ ਲਓ। ਦਿੱਲੀ ਦੇ ਵਿੱਚ ਗੰਗਾ ਦੇ ਤੱਟ ਦੇ ਉੱਪਰ ਦਫਨਾਈਆਂ ਗਈਆਂ। ਇਹਨਾਂ ਦਾ ਮੁੱਖ ਮੰਤਰੀ ਜਿਹੜਾ ਚੰਗਾ ਕੰਮ ਹੋਇਆ ਦਿੱਲੀ 'ਚ ਉਹ ਕੇਜਰੀਵਾਲ ਸਾਹਿਬ ਨੇ ਕੀਤਾ, ਜਿਹੜਾ ਮਾੜਾ ਕੰਮ ਹੋਇਆ ਹਸਪੀਟਲ ਦੇ ਅੰਦਰ ਇਹਨਾਂ ਦਾ ਮੁੱਖ ਮੰਤਰੀ ਦਾ ਹੱਥ ਖੜੇ ਕਰ ਗਿਆ ਸੀ ਵੀ ਮੇਰੇ ਹੱਥ ਬਸ ਨਹੀਂ ਹੈ ਜੀ ਕਰੋਨਾ। ਉਹ ਕਹਿੰਦਾ ਨਾ ਮੇਰੇ ਕੋਲ ਫੰਡ ਨਾ ਕੁਛ। ਦੇ ਉੱਪਰ ਦਫਨਾਈਆਂ ਗਈਆਂ। ਇਹ ਇਹਨਾਂ ਦਾ ਦੇ ਵਿੱਚ ਕੀ ਹਾਲ ਹੋਇਆ? ਇਹਨਾਂ ਦਾ ਐਮਐਲਏ ਰੋਲਾ ਪਾਉਂਦਾ ਮਰ ਗਿਆ। ਅੰਦਰ ਤਾਂ ਪੰਜਾਬ ਦੇ ਅੰਦਰ ਇਹ ਐਲੀਗੇਸ਼ਨ ਵੀ ਲੱਗੇ ਨੇ ਕਿ ਕਰੋਨਾ ਦੀ ਆੜ ਦੇ ਵਿੱਚ ਤਸਕਰੀ ਕੀਤੀ ਜਾ ਰਹੀ ਹੈ ਅੰਗਾਂ ਦੀ। ਅੰਮ੍ਰਿਤਸਰ ਹਸਪਤਾਲ ਦੇਖ ਲਓ, ਜਰਨੈਲ ਸਿੰਘ ਦੇ ਉੱਪਰ ਐਲੀਗੇਸ਼ਨ ਲੱਗੇ ਆ, ਇਲਜ਼ਾਮ ਲਾਉਂਦਾ ਮਰ ਗਿਆ ਕਿ ਮੈਨੂੰ ਹਸਪਤਾਲ ਦੇ ਵਿੱਚ ਆਕਸੀਜਨ ਨਹੀਂ ਮਿਲ ਰਹੀ। ਜਰਨੈਲ ਸਿੰਘ ਬਾਰੇ ਗੱਲ ਕਰ ਰਹੇ ਸੀ। ਜੇ ਇਹਨਾਂ ਦੇ ਐਮਐਲਏ ਨੂੰ ਆਕਸੀਜਨ ਨਹੀਂ ਮਿਲੀ, ਜਰਨੈਲ ਸਿੰਘ ਨੂੰ, ਉਹ ਵਿਚਾਰਾ ਹੱਥ ਜੋੜਦਾ ਮਰ ਗਿਆ ਕਿ ਮੈਨੂੰ ਆਕਸੀਜਨ ਨਹੀਂ ਮਿਲ ਰਹੀ। 10 ਦਿਨ ਤੋਂ ਆਪਾਂ ਸਾਰੇ ਟਵੀਟ ਦੇਖ ਰਹੇ ਸੀਗੇ, ਉਹਦੀਆਂ ਫੋਟੋਆਂ ਦੇਖ ਰਹੇ ਸੀ। ਠੀਕ ਐਮਐਲਏ ਦਾ ਇਹ ਹਾਲ ਸੀਗਾ, ਉਹਨੂੰ ਇਹਨਾਂ ਦੇ ਉੱਤੇ ਨਹੀਂ ਦੇਖੇ। ਜਿਹੜੀ ਗੱਲ ਮੰਨਣੀ ਪਏਗੀ ਤੁਹਾਨੂੰ ਨਾ, ਉਹ ਵਿਚਾਰਾ ਇੰਨਾ ਪਰੇਸ਼ਾਨ ਸੀ ਜਿਹੜਾ ਐਮਐਲਏ ਸੀ ਇਹਨਾਂ ਦੀ ਪਾਰਟੀ ਦਾ, ਸੀਨੀਅਰ ਬੰਦਾ ਸੀਗਾ, ਇੱਕੋ ਇੱਕ ਸਿੱਖ ਐਮਐਲਏ ਪਿਛਲੀ ਗਵਰਨਮੈਂਟ ਚ ਇਹਨਾਂ ਦਾ ਸੀਗਾ। ਉਹ ਬੰਦਾ ਤਿੰਨੇ ਪਾਰਟੀਆਂ ਦੇ ਹੋਸ਼ ਸ਼ਰੇਆਮ ਮਰਿਆ ਉੱਥੇ, ਆਕਸੀਜਨ ਦੀ ਘਾਟ ਕਰਕੇ ਮਰਿਆ। ਦੀ ਗੱਲ ਹੈ, ਪੰਜਾਬ ਦੇ ਵਿੱਚ ਚੇਂਜ ਦੀ ਗੱਲ ਹੈ। 10 ਸਾਲ ਚੇਂਜ ਕਰਨਾ ਸੀ, ਅਕਾਲੀ ਦਲ ਬੀਜੇਪੀ ਦੀ ਸਰਕਾਰ ਚੇਂਜ ਕਰਨਾ ਸੀ ਤਾਂ ਆਪਣੇ ਜਿਹੜੇ ਤੁਸੀਂ ਮੁੱਦੇ ਦੇ ਉੱਪਰ ਜਿਹੜੇ ਚੇਂਜ ਕਰਨਾ ਸੀ, ਮੁੱਦੇ ਦੇ ਉੱਪਰ ਕਿਹਨੇ ਕਰਵਾਈ ਬੇਅਦਬੀ? ਚੇਂਜ ਕਰਨਾ ਸੀ ਨਾ, ਗੋਲੀ ਕਾਂਡ ਕਿਹਨੇ ਕਰਵਾਇਆ? ਤੁਸੀਂ ਕਰਾਇਆ। ਗੋਲੀ ਕਾਂਡ ਜਦ ਆਮ ਆਦਮੀ ਪਾਰਟੀ ਪੰਜਾਬ 'ਚ ਨਹੀਂ ਸੀ ਆਈ, ਉਦੋਂ ਤੱਕ ਕੋਈ ਬੇਅਦਬੀ ਨਹੀਂ ਸੀ ਹੋਈ ਪੰਜਾਬ 'ਚ। ਬੇਅਦਬੀ ਸ਼ਰੇਆਮ ਇਹਨਾਂ ਨੇ ਕਰਾਈ ਹੈ। ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਤੋਂ ਆਉਣ ਤੋਂ ਬਾਅਦ ਆ ਕੰਮ ਸ਼ੁਰੂ ਹੋਏ ਨੇ। ਬੇਅਦਬੀ ਇਹਨਾਂ ਦਾ ਕੰਮ ਹੈ, ਸ਼ਰੇਆਮ ਇਹਨਾਂ ਦਾ ਹੱਥ ਹੈ ਬੇਅਦਬੀ ਦੇ ਵਿੱਚ। ਸਾਹਿਬ ਦੀ ਜਿਹੜੇ ਅੰਗਾਂ ਦੀ ਬੇਅਦਬੀ ਤੁਸੀਂ ਗਲੀ ਗਲੀ ਦੇ ਵਿੱਚ ਕੀਤੀ ਹੈ, 100 ਸਾਲ ਅਕਾਲੀ ਦਲ ਨਹੀਂ ਆ ਸਕਦਾ ਪੰਜਾਬ 'ਚ। 100 ਸਾਲ ਮੇਰੀ ਗੱਲ ਰਿਕਾਰਡ ਕਰ ਲਓ ਤੁਹਾਡੇ ਸਾਹਮਣੇ। ਐਤਕੀ ਅਕਾਲੀ ਦਲ ਆਊਗਾ, ਐਤਕੀ ਹੀ ਅਕਾਲੀ ਦਲ ਆਊਗਾ। ਤੁਹਾਨੂੰ ਬਹੁਤ ਪਏਗੀ ਰਾਜੂ ਜੀ। ਇਹਨਾਂ ਦੀ ਕੀ ਆਈਡੀਓਲੋਜੀ ਸੀਗੀ ਤੁਸੀਂ ਸ਼ੁਰੂ ਤੋਂ ਜਾਣਦੇ ਹੋ। ਕੀ ਕਹਿੰਦੇ ਸੀ, ਮੈਂ ਗਾੜੀ ਨਹੀਂ ਲੂੰਗਾ, ਮੈਂ ਬੰਗਲਾ ਨਹੀਂ ਲੂੰਗਾ, ਮੈਂ ਤਨਖਾਹ ਨਹੀਂ ਲਊਂਗਾ, ਸਾਰਾ ਕੁਝ ਲੈ ਲਿਆ। ਐਮਐਲਏ ਇਹਨਾਂ ਨੂੰ ਐਮਐਲਏ ਦੀ ਇਲੈਕਸ਼ਨ ਲੜਨ ਨੂੰ ਬੰਦਾ ਨਹੀਂ ਮਿਲਿਆ ਕੋਈ ਅਕਾਲੀ ਦਲ ਤੋਂ। ਕਿਹੜੇ ਕੁਲਫੀ ਵਾਲੇ ਨੂੰ ਦੱਸੋ, ਕਿਹੜੇ ਪੈਂਚਰ ਵਾਲੇ ਨੂੰ ਟਿਕਟ ਮਿਲੀ ਹੈ? ਦੱਸੋ ਮੈਨੂੰ, ਕਿਹੜੇ ਗਰੀਬ ਬੰਦੇ ਨੂੰ ਟਿਕਟ ਮਿਲੀ ਹੈ? ਤੋਂ ਦੇਖ ਲਓ, 2 ਕਮਰਿਆਂ ਦਾ ਘਰ ਹੈ ਉਹ ਬੰਦੇ ਦਾ। ਮੋਹਾਲੀ ਵਾਲਾ ਬੰਦਾ ਦੇਖ ਲਓ ਕੌਣ ਹੈ। ਸਮਾਂ ਬਹੁਤ ਘੱਟ ਹੈ। ਇੱਕ ਸਵਾਲ ਆਡੀਅנס ਤੋਂ, ਇੱਕ ਸੰਖੇਪ। ਹਾਂਜੀ, ਪਾਰਟੀਆਂ ਜਿੰਨੀਆਂ ਵੀ ਬੈਠੀਆਂ, ਇਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ 75 ਸਾਲ ਹੋ ਗਏ ਹਿੰਦੁਸਤਾਨ ਆਜ਼ਾਦ ਹੋਏ ਨੂੰ। ਪਤਾ ਨਹੀਂ ਕਿੰਨੇ ਕੁ ਐਮਐਲਏ ਉਰੇ ਬਣ ਚੁੱਕੇ ਨੇ। ਜੇ ਸਵਾਲ ਹੀ ਦੇ ਰਿਹਾ ਮੈਂ ਤੁਹਾਨੂੰ, ਜਿੰਨੇ ਵੀ ਐਮਐਲਏ ਬਣੇ ਨੇ ਉਹਨਾਂ ਨੇ ਸਿਰਫ ਉਹਨਾਂ ਦੀ ਡਿਊਟੀ ਹੈ ਵਿਕਾਸ ਕਰਨ ਦੀ, ਪਰੰਤੂ ਉਹ ਇਹ ਕਹਿ ਦਿੰਦੇ ਨੇ ਕਿ ਮੈਂ ਵਿਕਾਸ ਕੀਤਾ, ਸਿਰਫ ਮੈਂ ਵਿਕਾਸ ਕੀਤਾ। ਹੁੰਦਾ ਕੀ ਹੈ? ਹੁੰਦਾ ਉਹਨਾਂ ਦਾ ਆਪਣਾ ਵਿਕਾਸ ਹੈ। ਸਵਾਲ ਇਹ ਕਰ ਰਿਹਾ ਕਿ ਡਿਊਟੀ ਐਮਐਲਏ ਦੀ ਉਹਦੀ ਪ੍ਰੋਜੈਕਟ ਲਿਆਉਣ ਦੀ ਡਿਊਟੀ ਹੁੰਦੀ ਹੈ। ਵਿਕਾਸ ਜਿਹੜਾ ਕਰਨਾ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੁੰਦਾ ਹੈ। ਹੁੰਦਾ ਕੀ ਹੈ ਕਿ ਟੋਟਲੀ ਜਿਹੜਾ ਹੈ ਸਾਰਾ ਕੁਝ ਉਹਦੇ 'ਤੇ ਡਿਪੈਂਡ ਹੋ ਜਾਂਦਾ, ਔਰ ਉਹਦੇ ਨਾਲ ਜਿਹੜੇ 10 ਬੰਦੇ ਮੇਨ ਉਹਦੇ ਨਾਲ ਪਿੱਠ ਲੱਗੂ ਹੁੰਦੇ ਹੈ, ਉਹਨਾਂ ਦਾ ਵਿਕਾਸ ਹੁੰਦਾ, ਔਰ ਉਹਦਾ ਉਸ ਦਾ ਆਪਣਾ ਵਿਕਾਸ ਹੁੰਦਾ। ਕਿਉਂ?
ਮੈਨੂੰ ਗੱਲ ਪੂਰੀ ਕਰਨ ਤੋਂ ਸਵਾਲ ਹੀ ਕਰ ਰਹੇ ਹਾਂ, ਕਿਉਂ ਜਦੋਂ ਅਸੀਂ ਸਾਰੇ ਲੋਕੀ ਰਲ ਕੇ ਵੋਟਾਂ ਪਾਉਂਦੇ ਆ, ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਪਾਉਂਦੇ ਆ, ਤਾਂ ਦੂਜੀ ਜਿਹੜੀ ਹੈਗੀ ਹੈ, ਜਿਹੜਾ ਮੌਜੂਦਾ MLA ਹੁੰਦਾ ਉਹ ਖੁੰਦਕਾ ਕੱਟ ਕੇ ਦੂਜਿਆਂ ਦੇ ਪਰਚੇ ਕਰਾ ਦਿੰਦਾ, ਉਦੋਂ ਦੂਜੀਆਂ ਪਾਰਟੀਆਂ ਸੁੱਤੀਆਂ ਕਿੱਥੇ ਹੁੰਦੀਆਂ? ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਰਮੇਸ਼ ਜੀ ਦੇ ਕਿ ਜੋ ਪਿਛਲੇ 5 ਸਾਲ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵਿਕਾਸ MLA ਸਾਹਿਬ ਨੇ ਆਪਣਾ ਕੀਤਾ ਤੇ ਆਪਣੇ ਪਿੱਠੂਆਂ ਦਾ ਕੀਤਾ। ਮੈਂ ਉਹਨਾਂ ਦੀ ਗੱਲ ਪੂਰੀ ਕਰ ਰਿਹਾ, ਤੁਸੀਂ ਉਹਨਾਂ ਦੀ ਗੱਲ ਕੱਟ ਰਹੇ ਸੀ। ਉਹਨਾਂ ਦਾ ਪਤਾ ਹੋਇਆ ਸੀ ਕਿਸੇ ਵੀ MLA ਨੂੰ ਇਹ ਨਹੀਂ ਕਰਨਾ ਚਾਹੀਦਾ। ਆਨਸਰ ਕਰਦਾ ਜੀ ਰਮੇਸ਼ ਜੀ ਦਾ। ਰਮੇਸ਼ ਜੀ, ਬੇਨਤੀ ਇਹ ਹੈ ਵੀ ਜਨਤਾ ਨੂੰ ਵੀ ਚਾਹੀਦਾ ਹੈ ਜਿਹੜੇ ਨੇ ਕੰਮ ਨਹੀਂ ਕੀਤਾ ਉਹਨੂੰ ਇੰਨੀ ਬੁਰੀ ਤਰੀਕੇ ਨਾਲ ਦੁਤਕਾਰੋ, ਇੰਨੇ ਬੁਰੇ ਤਰੀਕੇ ਨਾਲ ਉਹ ਬੰਦਾ ਹਾਰੇ ਕਿ ਅਗਲੇ ਜਿਹੜੇ MLA ਬਣਨਗੇ ਉਹਨਾਂ ਨੂੰ ਵੀ ਉੱਥੋਂ ਸਿੱਖਿਆ ਮਿਲ ਜਾਏ ਕਿ ਜੇ ਅਸੀਂ ਕੰਮ ਨਾ ਕੀਤਾ ਜਨਤਾ ਦੇ ਦਰਬਾਰ 'ਚ ਸਾਨੂੰ ਦੁਬਾਰਾ ਜਾਣਾ ਪੈਣਾ ਹੈ, ਉੱਥੇ ਸਾਨੂੰ ਜੁੱਤੀਆਂ ਪੈਣਗੀਆਂ। ਇਹ ਸਾਡੇ ਵੱਲੋਂ ਕਮੀ ਰਹਿ ਜਾਂਦੀ ਹੈ। ਹੁਣ ਵੀ ਜਿਹੜਾ ਲੋਕਲ MLA ਹੈ ਆਪਣੀ ਫੈਕਟਰੀ ਦੀ ਸ਼ਰਾਬ ਪਿਲਾਊਗਾ ਤਾਂ ਰਾਜਪੁਰੇ ਦੇ ਬੰਦਿਆਂ ਨੂੰ ਅਪੀਲ ਹੈ ਵੀ ਇਹੋ ਜਿਹੇ ਲਾਲਚਾਂ ਦੇ ਵਿੱਚ ਨਾ ਆਇਓ। ਆਪਣੇ ਪਹਿਲਾਂ ਮਫਾਦ ਦੇਖ ਕੇ ਨਿੱਜੀ ਮਫਾਦ ਛੱਡ ਕੇ ਸ਼ਹਿਰ ਬਾਰੇ ਸੋਚੋ ਵੀ ਸ਼ਹਿਰ ਦਾ MLA ਨੇ ਕੰਮ ਕਰਨਾ ਹੈ। ਸ਼ਹਿਰ ਰਾਜੂ, ਸਮੇਂ ਦਾ ਧਿਆਨ ਰੱਖਦੇ ਹੋਏ ਬਸ ਇੱਕ ਛੋਟੀ ਜੀ ਇੱਕ ਲਾਈਨ 'ਚ ਅਪੀਲ। ਰਵਿੰਦਰ ਜੀ ਤੁਹਾਡੇ ਸ਼ੁਰੂ ਕਰਦੇ ਆ, ਇੱਕ ਛੋਟੀ ਲਾਈਨ 'ਚ ਅਪੀਲ, ਬਸ 2 ਲਾਈਨਾਂ, ਜ਼ਿਆਦਾ ਲੰਬਾ ਨਹੀਂ ਕਰਨਾ। ਰਾਜਪੁਰੇ ਦੇ ਲੋਕਾਂ ਨੂੰ ਸਿਰਫ ਇੱਕ ਅਪੀਲ ਹੈ ਕਿ ਪੰਜਾਬ ਬਹੁਤ ਵੱਡੇ ਬਦਲਾਅ ਵੱਲ ਅਗਰਸਰ ਹੈ। ਪੰਜਾਬ ਬਹੁਤ ਵੱਡੇ ਬਦਲਾਅ ਵੱਲ ਅਗਰਸਰ ਹੈ। ਚੇਂਜ ਵਾਸਤੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ ਤਾਂ ਕਿ ਪੰਜਾਬ ਦੇ ਲਈ, ਪੰਜਾਬ ਦੇ ਯੂਥ ਦੇ ਲਈ, ਪੰਜਾਬ ਦੀ ਸਿਹਤ ਦੇ ਲਈ, ਪੰਜਾਬ ਦੀ ਐਜੂਕੇਸ਼ਨ ਲਈ ਕੁਝ ਵੱਡਾ ਬਦਲਾਅ। ਠੀਕ ਹੈ ਜੀ, ਨੰਦਾ ਜੀ ਤੁਸੀਂ ਅਪੀਲ, ਦੋ ਲਾਈਨਾਂ ਸਿਰਫ। ਜੋ ਉਦਯੋਗ ਰਾਜਪੁਰੇ ਦੇ ਵਿੱਚ ਕਾਂਗਰਸ ਦੀ ਨਾਕਾਮੀ ਸਰਕਾਰ ਕਰਕੇ ਬੰਦ ਹੋਏ ਹੈ, ਅਸੀਂ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਾਵਾਂਗੇ। ਸਵਸਥ ਰਾਜਪੁਰਾ ਦਾਂਗੇ, ਏਮਜ਼ ਵਰਗੇ ਹਸਪੀਟਲ ਲਿਆ ਕੇ ਦਾਂਗੇ। ਅਪੀਲ ਇਹ ਹੈ ਕਿ ਜਗਦੀਸ਼ ਕੁਮਾਰ ਜੱਗਾ ਜੀ ਨੂੰ ਭਾਰਤੀ ਜਨਤਾ ਪਾਰਟੀ ਜਿਤਾਓ ਜੀ। ਅਸੀਂ ਅਪੀਲ ਕਰਾਂਗੇ ਇੱਕ ਸਾਫ਼ ਸੁਥਰੇ ਪ੍ਰਸ਼ਾਸਨ ਲਈ, ਇੱਕ ਵਧੀਆ ਪੜ੍ਹਿਆ ਲਿਖਿਆ ਚਾਰੇ ਕੈਂਡੀਡੇਟਾਂ ਦੇ ਵਿੱਚੋਂ ਕੈਂਡੀਡੇਟ ਦਾ ਪਹਿਲਾਂ ਤੁਸੀਂ ਚੈਨ ਕਰਿਓ ਕਿ ਕਿਹੜਾ ਵਧੀਆ। ਚਾਰੇ ਕੈਂਡੀਡੇਟਾਂ ਦਾ ਪਿਛੋਕੜ, ਉਹਦੀ ਐਜੂਕੇਸ਼ਨ ਤੇ ਉਹਦੀ ਕਾਰਜਸ਼ੈਲੀ ਜੀ ਉਹ ਦੇਖਦੇ ਹੋਏ ਤਾਂ ਕੈਂਡੀਡੇਟ ਤੁਸੀਂ ਚੂਜ਼ ਕਰਿਓ ਕਿਹੜਾ। ਉਸ ਹਿਸਾਬ ਨਾਲ ਸਾਡਾ ਕੈਂਡੀਡੇਟ ਬਹੁਤ ਵਧੀਆ ਹੈ, ਧੜੱਲੇਦਾਰ ਬੰਦਾ ਹੈ। ਨਕਲੀ ਬੰਦਿਆਂ ਨੂੰ ਭਜਾਵਾਂਗੇ, ਗਲਤ ਪਰਚੇ ਹੋਏ ਕੈਂਸਲ ਕਰਾਂਗੇ ਤੇ ਸ਼ਹਿਰ ਦਾ ਇੱਕ ਸਾਫ਼ ਸੁਥਰਾ ਇੱਥੇ ਪ੍ਰਸ਼ਾਸਨ ਦੇਵਾਂਗੇ ਜੀ। ਮੈਂ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਜੀ, ਆਉਣ ਵਾਲੀ 20 ਤਰੀਕ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਡਿਵੈਲਪਮੈਂਟ ਦੇ ਨਾਮ ਤੇ ਆਪਣੇ ਵਪਾਰ ਨੂੰ ਬਚਾਉਣ ਦੇ ਨਾਮ ਤੇ ਵੋਟ ਪਾਇਓ ਤਾਂ ਕਿ ਰਾਜਪੁਰੇ ਨੂੰ ਤੇ ਪੰਜਾਬ ਨੂੰ ਉਸ ਕਾਲੇ ਦੌਰ 'ਚ ਜਾਣ ਤੋਂ ਦੁਬਾਰਾ ਰੋਕ ਸਕੀਏ ਜੀ। ਧੰਨਵਾਦ। ਬਹੁਤ ਵਧੀਆ ਜੀ, ਬਹੁਤ ਵਧੀਆ ਡਿਬੇਟ ਹੋਈ ਤੇ ਤੁਸੀਂ ਸਾਡੇ ਸਟੂਡੀਓ 'ਚ ਆਏ। ਐਡਵੋਕੇਟ ਰਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ, ਨੰਦਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਰਾਜੂ ਜੀ ਬਹੁਤ ਧੰਨਵਾਦ ਤੇ ਮੁੰਡੇਜਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।